अस्सलाम वालेकुम, गुड मॉर्निंग, ਕੀ ਹਾਲ ਹੈ? ਵੈਲਕਮ ਬੋਲੋ ਪਹਿਲੇ ਇੱਕ ਦੂਜੇ ਨੂੰ ਅਸੀਂ ਵੈਲਕਮ ਕਹਿ ਕੇ ਪਹਿਲੇ ਤਸੱਲੀ ਦੇ ਲਈ ਕਿ ਅਸੀਂ ਪਹੁੰਚ ਗਏ ਪਹੁੰਚ ਗਿਆ ਜੀ। ਹਾਂ ਤੇ ਜੀ ਆਇਆਂ ਨੂੰ। ਤੁਸੀਂ ਪੰਜਾਬ ਦੇ ਰੰਗ ਵੇਖਿਓ ਜੀ, ਤੇ ਹੁਣ ਤੇ ਜਲ ਥਲ ਹੋ ਗਈ ਪੰਜਾਬ ਦੇ ਵਿੱਚ। ਓਏ ਹੋਏ ਹੋਏ, ਰਾਤੀ 3 ਵਜੇ ਬਾਰਿਸ਼ ਜਿਹੜੀ ਸ਼ੁਰੂ ਹੋਈ ਸੀ, ਸਟਾਰਟ ਹੋਈ ਸੀ ਔਰ मतलब है कि वो रुकन का नाम नहीं ले रही। और आज मतलब है कि मैं सोच ही रहा था कि मैनू हर शय क्यों पैड़ी लग रही है, क्यों मतलब कि ट्रैफिक हो गया है ते रस्ते बंद ने ते ये लोग सही ड्राइव नहीं करते वगैरह वगैरह वगैरह। फिर मैनू एहसास हुआ कि मैं लेट हो गया। हाँ इस वजह तो हर चीज़ मैनू पैड़ी लग रही है। नहीं, मसला इस तरह हैगा कि जी मैं ते टाइम ते वेले ते निकली सा, मगर बारिश ਤੇ ਨਾਲ ਟ੍ਰੈਫਿਕ ਮਾਸ਼ਾਅੱਲਾ ਮੈਨੂੰ ਕੁਝ ਨਜ਼ਰ ਹੀ ਨਹੀਂ ਆ ਰਿਹਾ ਸੀ। ਇੰਨੀ ਕੁ ਤੇਜ਼ ਬਾਰਿਸ਼ ਸੀ, ਜਿਹੜੇ ਉਹ ਲੋਕੀ ਹੁਣ ਡਰਾਈਵ ਕਰਨੇ ਡਰਾਈਵ ਵੈਰੀ ਕੇਅਰਫੁਲੀ, ਤੇ ਅੱਲਾਹ ਤਾਲਾ ਖੈਰ ਦੀ ਬਾਰਿਸ਼ ਲੈ ਕੇ ਆਵੇ। अच्छा वो ये गल है कि माशाल्लाह मैं लग रहा सी मैं ही मतलब अलहमदुलिल्लाह मैं जो पहुंचा माशाल्लाह सारे मेरे भरा मेरिया भैन इक्वली इसी सारे मतलब है कि देखो चैलेंजेस से आंदे ने और वही गल है कि जरा रिकैलकुलेट करना पैंदा है ਇਹੋ ਜਿਹੀ ਜਦੋਂ ਸਿਚੁਏਸ਼ਨਸ ਹੁੰਦੀਆਂ ਪਾਕਿਸਤਾਨ ਚੰਗਾ ਕਿਤਾ ਚੇਂਜ ਕਰ ਲਿੱਤਾ। ਤੇ ਜਿਸ ਤਰ੍ਹਾਂ ਮੈਂ ਆਇਆ ਸੀ ਮੈਂ ਰੇਦਾ ਜੀ ਨੇ ਮੈਨੂੰ ਵੇਖ ਲਿਆ, ਰੇਦਾ ਜੀ ਤੁਸੀਂ ਵੇਖਿਆ ਸੀ ਮੈਨੂੰ ਮੇਰੀ ਜਿਹੜੀ ਹਾਲਤ ਸੀ ਤੋਬਾ ਅਸਤਗਫਾਰ ਜੇ ਮੈਂ ਉਸ ਮੈਨੂੰ मतलब लग ही ਰਿਹਾ ਸੀ ਕਿ ਮੈਂ ਸਿੱਧਾ ਸਕੂਟਰ ਲੈ ਕੇ ਤੇ ਸਟੂਡੀਓ ਦੇ ਵਿੱਚ ਹੀ ਆਣਾ ਹੈ। ਲੇਕਿਨ ਫਿਰ ਆਖਰੀ ਪ੍ਰੋਗਰਾਮ ਹੁੰਦਾ ਮੇਰਾ। ਨਹੀਂ, ਜਿਹੜੇ ਵੀ ਸਾਡੇ ਜਿਹੜੇ ਵੀਰ ਨੇ ਉਹ ਮੋਟਰਸਾਈਕਲ ਚਲਾਉਂਦੇ ਨੇ, ਥੋੜਾ ਜਿਹਾ ਇhtiyat ਨਾਲ ਚਲਾਏ ਤੇ ਮੁਸ਼ਕਿਲ ਕੰਮ ਹੈਗਾ ਇੰਨੀ ਤੇਜ਼ ਬਾਰਿਸ਼ ਦੇ ਵਿੱਚ। ਅੱਛਾ, ਇੰਨੀ ਤੇਜ਼ ਬਾਰਿਸ਼ ਦੇ ਵਿੱਚ ਜਿਹੜੇ ਫੂਡੀ ਹੈ ਨਾ, ਜਿਹਨਾਂ ਨੂੰ ਖਾਣ ਪੀਣ ਦਾ ਸ਼ੌਕ ਹੈਗਾ, ਉਹ ਸੋਚ ਰਹੇ ਨੇ ਕਿ ਚਲੋ ਬਾਰਿਸ਼ ਤੇ ਹੋ ਰਹੀ ਹੈ, ਹੁਣ ਖਾਈਏ ਕੀ, ਹੁਣ ਖਾਈਏ। ਹਾਂ, ਪਕੌੜੇ ਹਲਵੇ ਤੇ ਪਤਾ ਨਹੀਂ ਕੀ ਕੁਝ ਜਿਹੜਾ ਨਾ ਤਿਆਰ ਹੋ ਰਿਹਾ। ਤੁਸੀਂ ਵੀ ਕੁਝ ਲੈ ਕੇ ਆਏ ਹੋ, ਤੁਸੀਂ ਵੀ ਕੁਝ ਤਿਆਰ ਕਰਨਾ ਚਾਹ ਰਹੇ ਹੋ? ਮੈਂ ਤਿਆਰ ਕਰਨਾ ਚਾਹ ਰਿਹਾ ਸਾਂ, ਬਟ ਫਿਰ ਉਹੀ ਗੱਲ ਹੈ ਕਿ ਹਾਲੇ ਤੱਕ ਥੋੜਾ ਜਿਹਾ ਮੇਰੇ ਇੱਕ ਇਨਗਰੀਡੀਐਂਟਸ ਦੀ ਕਮੀ ਹੈ ਲੇਡੀਜ਼ ਐਂਡ ਜੈਂਟਲਮੈਨ। ਬਟ ਉਹਦੇ ਬਗੈਰ ਬਣ ਨਹੀਂ ਸਕਦੀ ਕੁਝ। ਨਹੀਂ ਉਹ ਮੈਂ ਬਣਾ ਲਾਂਗਾ। ਆਈ ਹੈਵ ਦਿਸ ਬੈਕਅਪ ਰੈਸਿਪੀ ਐਸ ਵੈਲ, ਉਹ ਵੀ ਮੈਂ ਇੰਤਜ਼ਾਮ ਕੀਤਾ ਹੈ। ਲੇਕਿਨ ਜਨਾਬ ਤੁਸੀਂ ਕੈਸੇ ਹੋ ਜੀ? ਆਇਆਂ ਨੂੰ ਖੁਸ਼ ਆਮਦੀਦ। ਮੈਂ ਇੱਕ ਵਾਰੀ ਫੇਰ ਤੁਹਾਨੂੰ ਆਖਦੀ ਹਾਂ, ਤੁਸੀਂ ਵੇਖ ਰਹੇ ਹੋ K2 ਸੈਰ ਪੰਜਾਬ ਦੇ ਰੰਗ ਸੋਹਣੇ ਸੋਹਣੇ। ਔਰ ਜਨਾਬ ਅੱਜ ਫਿਰ ਅਸੀਂ ਸਮਹਾਉ ਮੈਚਿੰਗ ਕਰ ਹੀ ਲਈ ਹੈ ਨਾ, ਕਹਿ ਸਕਦੇ ਨੇ, ਹੈ ਨਾ, ਬਲੂ ਐਂਡ ਮਾਸ਼ਾਅੱਲਾ ਪਿੰਕ। ਐਕਚੁਅਲੀ ਮੈਂ ਤੇ ਇਹ ਕੜਾਈ ਵਿਖਾਣਾ ਚਾਹ ਰਹੀ ਸੀ ਕਿ ਜੇ ਇੱਕ ਹੱਥ ਦਾ ਕੰਮ ਹੈਗਾ ਜੀ, ਤੇ ਮੁਲਤਾਨ ਦੀ ਕੜਾਈ ਹੈਗੀ ਹੈ। ਬੇਸਿਕਲੀ ਤੁਸੀਂ ਵੇਖ ਰਹੇ ਹੋ ਸਾਰੇ ਬਾਹਰ ਦੇ ਜਿਹੜੇ ਰੰਗ ਨੇ, ਇਹ ਜਿਹੜੀ ਖਵਾਤੀਨ ਘਰਾਂ 'ਚ ਬੈਠ ਕੇ ਕੰਮ ਕਰਦੀਆਂ ਨੇ ਨਾ, ਦਸਤਕਾਰੀ ਕਰਦੇ ਨੇ, ਜਿਹੜੀ ਕਾਟੇਜ ਇੰਡਸਟਰੀ ਹੈਗੀ ਹੈ, ਉਹਨੂੰ ਮੈਂ ਸਪੋਰਟ ਕਰਨਾ ਚਾਹਾਂਗੀ ਜੀ। ਤੇ ਇੰਨਾ ਕੁ ਖੂਬਸੂਰਤ ਹੱਥ ਦਾ ਕੰਮ ਇਤਨੀ ਸਫਾਈ ਨਾਲ ਕੀਤਾ ਗਿਆ। ਜਿਹੜੇ ਅਸੀਂ ਸੂਬੇ ਨੇ, ਸਾਡੇ 4-5 ਜਿਹੜੇ ਸੂਬੇ ਨੇ, ਉਹਨਾਂ ਦਾ ਕਲਚਰ ਜਿਹੜਾ ਤੁਸੀਂ ਕੱਪੜਿਆਂ ਦੇ ਵਿੱਚ, ਖਾਣਿਆਂ ਦੇ ਵਿੱਚ ਤੇ ਮਿਊਜ਼ਿਕ ਦੇ ਵਿੱਚ ਵੇਖ ਸਕਦੇ ਹੋ। ਤੇ ਇਹ ਮੈਂ ਰਿਪਰੈਜ਼ੈਂਟ ਕਰੀ ਹਾਂ ਜੀ ਮੁਲਤਾਨੀ ਕੜਾਈ ਨੂੰ। ਮੁਲਤਾਨੀ ਕੜਾਈ ਤੇ ਨਹੀਂ ਕਹਿ ਸਕਦੇ, ਬਟ ਮੁਲਤਾਨ ਦੇ ਬੇਸਡ ਇੱਕ ਐਂਟਰਪ੍ਰੈਨਿਓਰ ਨੇ, ਉਹਨਾਂ ਨੇ ਇਹਨਾਂ ਨੂੰ ਡਿਜ਼ਾਈਨ ਕੀਤਾ ਹੈ ਤੇ ਸਾਰਾ ਕੰਮ ਕੀਤਾ ਹੈ। ਤੇ ਇਹ ਉਹਨਾਂ ਨੇ ਡਾਇਰੈਕਟ ਭਿਜਵਾਇਆ ਸੀ? हाँ, नहीं कोई लेके आया सी? नहीं वो डायरेक्ट भिजवाया सी। वो पुरानी गल है, अभी की बात हो रही है। समझ गया वो आ गए नहीं। नहीं, बहुत चंगे लग रहे हो माशाल्लाह। मतलब है कि मैं इस कल तो बड़ा आज हो रहा है इम्प्रेस, you know, the 5-minute makeup and the 1 घंटा makeup ਤੁਸੀਂ ਸੋਹਣੇ ਲੱਗਦੇ ਹੋ। ਥੈਂਕਸ ਟੂ ਵਧੀਆ। 5 ਮਿੰਟ ਪਹਿਲੇ ਮੈਂ ਪਹੁੰਚੀ ਸਾਂ ਤੇ ਕਹਿੰਦੇ ਮੈਂ ਤੁਸੀਂ ਫਿਕਰ ਨਾ ਕਰੋ, ਹੋ ਜਾਵੇਗਾ। ਕੀ ਬਾਤ ਹੈ। ਤੇ ਜਿਹੜਾ ਸਾਹ ਚੜਿਆ ਸੀ ਉਹਨੂੰ, ਅੱਛਾ ਨਹੀਂ ਮੈਂ ਤਾਂ ਦੱਸ ਕੇ ਆਈ ਸਾਂ, ਪਰ ਉਹਨੂੰ ਸਾਹ ਚੜਿਆ ਸੀ ਕਿ ਛੇਤੀ ਛੇਤੀ ਮੈਂ ਮੇਕਅਪ ਕਰਦੇ ਆ। ਨਹੀਂ ਉਹ ਹੋਇਆ ਨਾ ਥੋੜਾ ਕਿ ਮੈਂ ਵੀ ਪਹੁੰਚਿਆ ਨਾ, ਤੇ ਹਮਾਰੇ ਜਿਹੜੇ ਸਾਡੇ ਭਰਾ ਨੇ ਅਮਾਰ, ठीक है ना, वो एंड करके रिसेप्शन पे खलोते हैं, या अल्लाह कौन कोई पहुंच गया। ऐसे ही उन्होंने मुझे देखा ना, यूं परेशानी यूं कर दो। कितनी खुशी हुई देख के ना, इतनी खुशी हुई उनको देख के जनाब। ते वही गल है कि माशाल्लाह बारिश का सिलसिला है। और फिर मैं वही गल करांगा कि प्लीज़ कोशिश करो, मैं थोड़े रिस्क विस्क लैके आया, लेकिन ਉਹਦੀ वजह की सी कि मिसकैलकुलेट सी कर देंगे और अपने टाइम ਨੂੰ, है ना। मतलब मैं अपनी गल कर रहा कि मतलब जो ਤੁਸੀਂ थोड़ा ਜਿਹਾ अर्ली निकल आओगे तो चीज़ां ਸਮੂਥਲੀ ਹੋ ਜਾਣਗੀਆਂ। ਹੋਇਆ ਪਤਾ ਕੀ ਹੈ, ਕਿਉਂਕਿ ਫॉर द न्यू कमर्स ਮੈਂ ਚੁੱਕੇ ਸ਼ਿਫਟ ਹੋ ਗਿਆ ਜੀ I-16 ਦੇ ਵਿੱਚ, ਤੇ ਇੱਕੋ ਹੀ ਰੋਡ ਦਾ ਐਕਸੈਸ ਹੈ ਇਸ ਵੇਲੇ, ਮਤਲਬ ਉਸ ਏਰੀਆ ਦੇ ਵਿੱਚ। ਤੇ ਹੈਵੀ ਟ੍ਰੈਫਿਕ ਹੀ ਬਹੁਤ ਹੁੰਦਾ ਹੈ ਉਸ ਮਤਲਬ ਏਰੀਆ ਦੇ ਵਿੱਚ। ਉਹ ਰਸਤਾ ਜਿਹੜਾ ਇੱਕ ਪੈਚ ਹੈ ਉਹਦੇ ਚ ਹੈਵੀ ਟ੍ਰੈਫਿਕ ਤੇ ਨਹੀਂ, ਮਤਲਬ ਉੱਥੇ ਕੀ ਹੋਇਆ ਕਿ ਇੱਥੇ ਤੇ ਗੋਡਿਆਂ ਤੱਕ ਪਾਣੀ ਸੀ, ਔਰ ਉਹਦੇ ਵਿੱਚੋਂ ਮਤਲਬ ਮੈਂ ਕਿ ਗੱਡੀ ਜਾਂ ਮੋਟਰਸਾਈਕਲ ਲੈ ਕੇ ਆਣਾ ਉਹ ਬੜਾ ਰਿਸਕੀ ਹੈ। ਕਿਉਂਕਿ ਫਿਰ ਉਹੀ ਗੱਲ ਹੈ ਕਿ ਕੋਈ ਪਤਾ ਨਹੀਂ ਤੁਹਾਨੂੰ ਕਿ ਬਾਰਿਸ਼ ਦੇ ਵਿੱਚ ਕਿੱਥੇ ਕੋਈ ਟੋਇਆ, ਕੋਈ ਖੱਡਾ ਪੈ ਗਿਆ, ਜਾਂ ਕਿੱਥੇ ਕੋਈ ਖੁਦਾ ਨਾ ਖਾਸਤਾ ਗਟਰ ਵੀ ਹੈਗਾ, ਗਟਰ ਵੀ ਹੈ, ਜਾਂ ਲੈਂਡ ਸਲਾਈਡਿੰਗ। ਈਵਨ ਛੋਟੇ ਛੋਟੇ ਜਿਹੜੇ ਮਤਲਬ ਪੈਚਸ ਨੇ ਉਹ ਮਤਲਬ ਸਲਾਈਡ ਕਰਕੇ ਜਾ ਰਹੇ ਨੇ। ਔਰ ਇਸਲਾਮਾਬਾਦ 'ਚ ਮੈਂ ਵੇਖਿਆ, ਈਵਨ ਮੈਂ I-9 ਦੇ ਵਿੱਚ ਵੇਖਿਆ ਕਿ ਜੋ ਨਾਲਾ ਜਿਹੜਾ ਨਾਲਾ ਬਣਿਆ ਉਹਦੇ ਕਿਨਾਰੇ ਦੇ ਵਿੱਚ ਮਤਲਬ ਕੀ ਹੋਇਆ ਕਿ ਰੋਡ ਸਲਾਈਡ ਕਰਕੇ ਤੇ ਨਾਲੇ ਦੇ ਵਿੱਚ ਚਲੀ ਗਈ। हाँ जी बिल्कुल, ये मतलब I-9 ਦੀ ਗੱਲ ਇਸਲਾਮਾਬਾਦ ਦੀ ਜਿਹੜੇ ਰਿਮੋਟ ਰੋਡ ਸਿੰਕ ਕਰੀ ਸੀ ਉਹ ਵਾਲੀ। ਯੈਸ ਬਿਲਕੁਲ। ਤੇ ਜਿਹੜੇ ਰਿਮੋਟ ਏਰੀਆਜ਼ ਨੇ ਉਹਨਾਂ ਦਾ ਇਸ ਟਾਈਮ ਕੀ ਸਿਚੁਏਸ਼ਨ ਹੋਏਗੀ,
ਤੇ ਫਿਰ ਕੋਸ਼ਿਸ਼ ਤੁਸੀਂ ਇਹ ਕਰੋ ਕਿ ਥੋੜਾ ਜਿਹਾ ਮਤਲਬ ਹੈ ਕਿ ਡਰਾਈਵ ਵੈਰੀ ਕੇਅਰਫੁਲੀ ਐਂਡ ਅੰਗਰੇਜ਼ੀ 'ਚ ਇੱਕ ਕਹਾਵਤ ਹੋਰ ਵੀ ਹੁੰਦੀ ਹੈ, ਬੈਟਰ ਲੇਟ ਦੈਨ ਨੈਵਰ। ਕੋਈ ਗੱਲ ਨਹੀਂ, ਥੋੜਾ ਜਿਹਾ ਟਾਈਮ ਅੱਗੇ ਪਿੱਛੇ ਹੋ ਸਕਦਾ, ਲੇਕਿਨ ਜਰਾ ਆਪਣੇ ਉਹ ਕਹਿੰਦੇ ਨੇ ਕਿ ਆਸਾਬ ਨੂੰ ਤੁਸੀਂ ਮੁਤਮਈਨ ਰੱਖਣਾ ਹੈ ਤੇ ਇਨਸ਼ਾਅੱਲਾ ਜ਼ਿੰਦਗੀ ਜਿਹੜੀ ਉਹ ਚੱਲਦੀ ਰਹਿੰਦੀ ਹੈ, ਉਹਦਾ ਕੋਈ ਮਸਲਾ ਨਹੀਂ ਹੋਣਾ। ਜਿਹੜਾ ਨਾਲਾ ਲਈ ਜੀ ਉਹ ਵੀ ਬਿਲਕੁਲ ਆਫਰ ਗਿਆ ਤੇ ਉਹਦੇ ਵਿੱਚ ਵੀ ਸਾਨੂੰ ਜਿਹੜੇ ਆਸ-ਪਾਸ ਦੇ ਲੋਕੀ ਰਹਿਣ ਵਾਲੇ ਨੇ, ਪਿੰਡੀ ਦੀ ਪਛਾਣ ਉਸ ਨਾਲਾ ਲਈ ਹੈਗੀ, ਮੈਨੂੰ ਲੱਗਦਾ ਹੈ। ਮੈਨੂੰ ਕਿੰਨਾ ਚੰਗਾ ਲੱਗਿਆ ਤੁਹਾਡੇ ਮੂੰਹ ਚੋਂ ਆਫਰ ਗਿਆ ਹੈ। ਅੱਛਾ, ਮੈਂ ਸੋਚ ਕੇ ਬੋਲੇ ਹੈ ਨਾ। ਨਹੀਂ, ਇਸ ਤਰ੍ਹਾਂ ਹੀ ਹੈ। ਤੇ ਫਿਰ ਮੈਂ ਦੁਆ ਕਰਾਂਗੀ ਕਿ ਅੱਲਾਹ ਤਾਲਾ ਖੈਰ ਦੀ ਬਾਰਿਸ਼ ਲੈ ਕੇ ਆਵੇ ਤੇ ਜਿਹੜੇ ਦੁਨੀਆ ਦੇ ਮੁਖਤਲਿਫ ਮਮਾਲਿਕ ਨੇ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਬਾਰਿਸ਼ ਹੁੰਦੀ ਹੈ ਜਾਂ ਜਿਹੜੇ ਬਾਰਿਸ਼ ਹੋਵੇ ਉਹਨੂੰ ਉਸ ਪਾਣੀ ਨੂੰ ਸਟੋਰ ਕਰ ਲੈਂਦੇ ਨੇ। ਇਹ ਵੀ ਇੱਕ ਬਹੁਤ ਬੜੀ ਟੈਕਨੀਕ ਹੈਗੀ। ਤੁਸੀਂ ਖੂਹ ਤੇ ਨਹੀਂ ਮੈਂ ਕਹਿ ਸਕਦੀ, ਛੋਟੀਆਂ ਛੋਟੀਆਂ ਖੂਹੀਆਂ ਹੀ ਹੁੰਦੀਆਂ ਨੇ, ਖੂਹੀਆਂ, ਹਾਂ, ਸਟੋਰੇਜ ਦੀ ਜਗ੍ਹਾ ਜਿਹੜੀ ਹੁੰਦੀ ਹੈ, ਜਿਹਨੂੰ ਮਤਲਬ ਖੋਦ ਕੇ ਬੜੀ ਮਜ਼ੇਦਾਰ ਟੈਕਨੀਕ ਵੀ ਆ ਗਈ ਹੈ, ਬੜੀ ਤੁਹਾਨੂੰ ਸੋਸ਼ਲ ਮੀਡੀਆ ਤੇ ਰੀਲਸ ਵੀ ਆ ਰਹੀਆਂ ਹੋਣਗੀਆਂ। ਜਿਹੜੇ ਬੋਰ ਖੁਸ਼ਕ ਹੋ ਗਏ ਨੇ, ਉਹਨਾਂ ਦੇ ਆਲੇ ਦੁਆਲੇ ਉਹ ਕੀ ਕਰਦੇ ਨੇ ਕਿ ਛੋਟਾ ਜਿਹਾ ਖੱਡਾ ਜਿਹਾ ਖੋਦ ਦਿੰਦੇ ਨੇ ਔਰ ਉਹਦੇ 'ਚ ਵੱਡੀ ਵੱਡੀ ਬਜਰੀ ਪਾ ਦਿੰਦੇ ਨੇ ਤੇ ਬਾਰਿਸ਼ ਦਾ ਜਿੰਨਾ ਵੀ ਪਾਣੀ ਹੈ ਉਹ ਉਸ ਬਜਰੀ ਦੇ ਥਰੂ ਫਿਲਟਰ ਹੋ ਕੇ ਉਸ ਖੁਸ਼ਕ ਬੋਰ ਦੇ ਵਿੱਚ ਚਲਾ ਜਾਂਦਾ ਹੈ। ਦੇਖੋ, ਹੈ ਨਾ, ਮਤਲਬ ਬਾਰਿਸ਼ ਦਾ ਪਾਣੀ ਵੀ ਯੂਟਿਲਾਈਜ਼ ਹੋ ਗਿਆ, ਤੁਹਾਡਾ ਬੋਰ ਵੀ ਠੀਕ ਹੋ ਗਿਆ। ਇੱਕ ਜ਼ਮਾਨਾ ਸੀ ਕਿ ਇਸਲਾਮਾਬਾਦ 'ਚ ਜਦੋਂ ਅਸੀਂ ਮਤਲਬ 50-60 ਜਾਂ 70 ਫੁੱਟ ਤੱਕ ਅਸੀਂ ਖੁਦਾਈ ਕਰਨੇ ਸੀ ਤੇ ਮਿੱਠਾ ਪਾਣੀ ਆ ਜਾਂਦਾ ਸੀ, ਹੁਣ ਨਹੀਂ। ਲੇਕਿਨ ਹੁਣ ਮਤਲਬ ਹੈ ਕਿ 300 400 500 ਮੀਟਰ ਫੁੱਟ ਤੱਕ ਤੁਸੀਂ ਖੁਦਾਈਆਂ ਕਰ ਰਹੇ ਹੁੰਦੇ ਹੋ, ਲੇਕਿਨ ਤੁਹਾਨੂੰ ਫਿਰ ਵੀ ਖਾਰਾ ਪਾਣੀ ਮਤਲਬ ਹੈ ਕਿ ਉਹ ਆ ਰਿਹਾ ਹੁੰਦਾ ਹੈ। ਤੇ ਦੈਟ ਇਜ਼ ਵਾਈ ਜਿਹੜਾ ਮਤਲਬ ਹੈ ਕਿ ਬਾਰਿਸ਼ ਦਾ ਪਾਣੀ ਉਹਨੂੰ ਕੋਸ਼ਿਸ਼ ਕਰੋ ਕਿ ਯੂਟਿਲਾਈਜ਼ ਕਰਨ ਦਾ ਥੋੜਾ ਜਿਹਾ ਮਤਲਬ ਹੈ ਨਾ ਕਿ ਸੋਸ਼ਲ ਮੀਡੀਆ ਦਾ ਪੋਜ਼ਿਟਿਵ ਇਸਤੇਮਾਲ ਵੀ ਹੋਣਾ ਚਾਹੀਦਾ ਹੈ ਨਾ। ਨਹੀਂ, ਜਿਹੜੇ ਘਰ ਵਾਲੇ ਨੇ ਉਹ ਆਪਣੇ ਘਰ ਲਈ ਵੀ ਇਹਨੂੰ ਸਟੋਰ ਕਰ ਸਕਦੇ ਨੇ, ਇਰੀਗੇਸ਼ਨ ਲਈ, ਵਾਟਰ ਪਲਾਂਟੇਸ਼ਨ ਲਈ, ਤੇ ਇਸ ਤੋਂ ਇਲਾਵਾ ਗਾੜੀਆਂ ਜਿਹੜੀਆਂ ਤੁਸੀਂ ਧੋਣ ਲੱਗੇ ਹੋ ਉਹ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਹ ਪਾਣੀ ਜਿਹੜੇ ਨੇ ਬਹੁਤ ਵੱਡੀ ਨਿਮਤ ਹੈਗੀ ਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਮੈਨੂੰ ਲੱਗ ਰਿਹਾ ਕਿ ਪਾਣੀ ਜਿਹੜਾ ਨਾ ਇਹ ਇੱਕ ਖਜ਼ਾਨੇ ਤੋਂ ਕੰਮ ਨਹੀਂ ਹੋਵੇਗਾ ਤੇ ਘੱਟ ਨਹੀਂ ਹੋਵੇਗਾ। ਤੁਸੀਂ ਚਾਹੋ ਤੇ ਇਹ ਪਾਣੀ ਜਿਹੜਾ ਹੈ, ਬਾਰਿਸ਼ ਦਾ ਜਿਹੜਾ ਪਾਣੀ ਤੁਸੀਂ ਸਟੋਰ ਕਰ ਸਕਦੇ ਹੋ। ਟਰਾਈ ਕਰਨ ਦੀ ਕੀ ਹਰਜ ਜਾਏਗਾ। ਡਾਕਟਰ ਉਸਮਾਨ ਨੇ ਜੀ ਇਸਲਾਮਾਬਾਦ ਦੇ ਵਿੱਚ ਉਹ ਇਹ ਕੰਮ ਕਰ ਰਹੇ ਨੇ, ਪ੍ਰੋਫੈਸਰ ਨੇ, ਨਾਟ ਡਾਕਟਰ, ਪ੍ਰੋਫੈਸਰ ਨੇ, ਉਹ ਇਹ ਕੰਮ ਕਰ ਰਹੇ ਨੇ ਜੀ I9 ਦੇ ਵਿੱਚ ਵੀ ਤੇ ਬਰਮਾ ਟਾਊਨ ਦੇ ਵਿੱਚ ਉਹਨਾਂ ਨੇ ਇਹ ਕੰਮ ਕੀਤਾ ਹੈ ਕਿ ਜਿਹੜਾ ਪਾਣੀ ਦਾ ਹੈ ਉਹ ਵੇਸਟ ਕਰਨ ਤੋਂ ਬਚਾਉਣ ਲਈ ਉਹ ਸਟੋਰ ਕਰ ਰਹੇ ਨੇ। ਹਾਂਜੀ, ਕਿੱਥੇ ਚਲੇ ਹੋ ਤੁਸੀਂ? ਮੈਂ ਪਾਣੀ ਪੀਣ ਲੱਗਿਆ ਸੀ। ਅੱਛਾ, ਪਾਣੀ ਸੇ ਮੁਝੇ ਪਾਣੀ ਯਾਦ ਆ ਗਿਆ। ਹਾਂ, ਕੁਕਿੰਗ ਸ਼ੁਕਿੰਗ। ਅੱਛਾ, ਇਸ ਮੌਸਮ ਦੇ ਵਿੱਚ ਤੁਸੀਂ ਕਿਸੇ ਲੱਸੀ ਨਹੀਂ ਪੀਣੀ? ਹਾਂ, ਮੈਂ ਪੀਤੀ ਤੇ ਫਿਰ ਤੁਹਾਡੇ ਮੇਰਾ ਠੀਕ ਹੈ, ਮੇਰਾ ਸਟਮਕ ਅਪਸੈਟ ਹੋ ਗਿਆ। ਸਟਮਕ ਅਪਸੈਟ ਹੋ ਗਿਆ ਨਾ? ਅੱਛਾ, ਉਹੀ ਗੱਲ ਹੈ। ਅੱਛਾ, ਮੈਂ ਪਤਾ ਕੀ ਫਰਮਾਇਸ਼ ਕੀਤੀ ਸੀ, ਜਿਹੜਾ ਲਾਲ ਸ਼ਰਬਤ ਹੁੰਦਾ ਹੈ ਘਰ ਦੇ ਵਿੱਚ, ਮੈਂ ਕਿਹਾ ਦੁੱਧ ਪਾ ਕੇ ਲਾਲ ਸ਼ਰਬਤ ਪਾ ਕੇ ਉਹ ਮੈਨੂੰ ਪਿਲਾਓ। ਤੇ ਅੰਮੀ ਜੀ ਮੇਰੀ ਕਹਿੰਦੇ ਨੇ, ਪੁੱਤ ਤੂੰ ਢਿੱਡ ਵੇਖਿਆ ਤੇਰਾ ਕਿਧਰੇ ਖਲੋ ਹੀ ਨਹੀਂ ਰਿਹਾ, ਤੂੰ ਕੀ ਚਾਹਨਾ ਤੂੰ ਧਮਾਕੇ ਕਰੇ? ਮਕਸਦ ਦੇ ਕਿ ਉਹ ਕਹਿ ਰਹੇ ਸਨ ਕਿ ਡਾਇਰੈਕਟ ਤੇਰਾ ਮੈਦਾ ਅਪਸੈਟ ਹੋ ਜਾਏਗਾ। ਲਾਲ ਸ਼ਰਬਤ से कौन धमाके करते? ਨਹੀਂ, ਜਦੋਂ ਤੁਸੀਂ ਦੁੱਧ ਪਾਓ ਨਾ ਤੇ ਉਹ ਫਿਰ ਦਾਰੀ ਗੱਲ ਹੈ ਕਿ ਉਹ ਤੁਹਾਡੇ ਮੈਦੇ ਨੂੰ ਇਸ ਮੌਸਮ ਦੇ ਵਿੱਚ ਸੂਟ ਨਹੀਂ ਕਰੇਗਾ। ਜਿਹੜੀ ਅੰਮੀਆਂ ਨੇ ਉਹਨਾਂ ਦੀ ਜਿਹੜੇ ਵਨ ਲਾਈਨਰਸ ਆਉਂਦੇ ਨੇ ਬੇਇੱਜ਼ਤੀ ਵਾਲੇ, ਉਹ ਇੰਨੇ ਮੈਨੂੰ ਚੰਗੇ ਲੱਗਦੇ ਨੇ ਔਰ ਇੰਨਾ ਫਿਲ ਵਧੀਆ ਆਉਂਦਾ ਹੈ। ਮਤਲਬ ਇਹ ਕਿ ਮਾਸ਼ਾਅੱਲਾ ਕਿ ਜਿਹੜਾ ਇਹ ਵਾਲਾ ਇੱਕ ਏਜ ਗਰੁੱਪ ਹੈ, ਜਿਹੜੀ ਜਨਰੇਸ਼ਨ ਹੈ ਨਾ, ਉਹਨਾਂ ਦੀ ਜਿਹੜੀ ਇੱਕ ਜੁਗਤ ਆਉਂਦੀ ਹੈ ਉਹ ਇੰਨੀ ਕੁ ਜ਼ਬਰਦਸਤ ਆਉਂਦੀ ਹੈ ਔਰ ਬੜੀ ਨਾਰਮਲ ਬੈਠ ਕੇ ਤੁਹਾਡੇ ਨਾਲ ਗੱਲ ਕਰ ਰਹੇ ਹੋਣਗੇ ਤੇ ਇੱਕ ਇਹੋ ਜਿਹੀ ਗੱਲ ਕਰ ਦੇਣਗੇ ਕਿ ਅੱਛਾ ਚਲੋ ਘਰ ਦੇ ਵਿੱਚ ਤੁਸੀਂ ਮੈਨੇਜ ਕਰ ਸਕਦੇ ਹੋ, ਓਬਵੀਅਸਲੀ ਪੈਰੈਂਟਸ। ਸਾਡੇ ਮਾਸ਼ਾਅੱਲਾ ਜਿਹੜਾ ਇੱਥੇ ਦਾ এনवायरमेंट ਹੈ ਖਵਾਤੀਨ ਹਜ਼ਰਾਤ, ਉਹ ਵੀ ਇਸੇ ਤਰ੍ਹਾਂ ਦਾ ਹੀ ਹੈ ਕਿ ਅਸੀਂ ਸੋਚਦੇ ਹਾਂ ਥੋੜੀ ਦੇਰ ਜਾ ਕੇ ਇਹ ਅਸੀਂ ਆਫਿਸ ਹੀ ਆਏ ਹਾਂ ਜਾਂ ਅਸੀਂ ਕਿਧਰੇ ਘਰ ਦੇ ਵਿੱਚ ਹੀ ਬੈਠੇ ਹਾਂ ਕਿਸੇ ਆਪਣੇ ਵੱਡੇ ਦੇ ਨਾਲ। ਔਰ ਮਾਸ਼ਾਅੱਲਾ ਜਦੋਂ ਮੀਟਿੰਗ ਸ਼ੀਟਿੰਗ ਕਦੀ ਕੋਈ ਸਾਡੀ ਹੋ ਰਹੀ ਹੁੰਦੀ ਹੈ ਤੇ ਉਹਦੇ ਵਿੱਚ ਮਤਲਬ ਇੱਕ ਇਹੋ ਜਿਹੀ ਇੱਕ ਜ਼ਬਰਦਸਤ ਜੀ, ਅੱਛਾ ਹੁਣ ਉੱਥੇ ਤੁਸੀਂ ਆਰਾਮ ਨਾਲ ਮੀਟਿੰਗ ਦਾ ਡੈਕੋਰਮ ਖਾ ਤੁਸੀਂ ਖਿਆਲ ਰੱਖ ਰਹੇ ਹੋ, ਅਚਾਨਕ ਇੱਕ ਸੋਹਣੀ ਜਿਹੀ ਕੁਝ ਹੋਇਆ ਹੈ ਨਵਾਂ ਮੈਨੂੰ ਲੱਗ ਰਿਹਾ ਹੈ ਔਰ ਤੁਸੀਂ ਫਿਰ ਮਤਲਬ ਕੋਸ਼ਿਸ਼ ਕਰ ਰਹੇ ਹੋ ਕਿ ਹਾਂ ਮਤਲਬ ਕਿਸ ਤਰ੍ਹਾਂ ਤੁਸੀਂ ਆਪਣਾ ਹਾਸਾ ਜਿਹੜਾ ਉਹਨੂੰ ਤੁਸੀਂ ਕੰਟਰੋਲ ਕਰਨਾ। ਬਟ ਉਹੀ ਗੱਲ ਹੈ ਕਿ ਸਾਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਬਿਕੋਜ਼ ਇਹੀ ਜਿਹੜੇ ਸਿਲਸਿਲੇ ਨੇ ਹਾਸੀਆਂ ਖੇੜੀਆਂ ਹੀ ਕਰ ਕਰਕੇ ਜਨਾਬ ਮਾਸ਼ਾਅੱਲਾ ਅਸੀਂ ਤੁਹਾਡੇ ਵਾਸਤੇ ਬੜੀ ਜ਼ਬਰਦਸਤ ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮਿੰਗ ਲੈ ਕੇ ਆਈਏ, ਕਿਉਂਕਿ ਰਬੀਉਲ ਅਵਲ ਦਾ ਜਨਾਬ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ਔਰ ਇਨਸ਼ਾਅੱਲਾ ਨੈਕਸਟ ਵੀਕ ਤੋਂ ਅਸੀਂ ਰਬੀਉਲ ਅਵਲ ਦੇ ਵੀ ਸਪੈਸ਼ਲ ਪ੍ਰੋਗਰਾਮ ਲੈ ਕੇ ਆਵਾਂਗੇ ਰਿਦਾ ਇਮਰਾਨ ਦੇ ਨਾਲ। ਮੈਂ ਨਾਲ ਤੇ ਇਮਰਾਨ ਨੂੰ ਮਿਕਸ ਕਰ ਗਿਆ ਤੇ ਰਿਦਾ ਇਮਰਾਨ ਦੇ ਨਾਲ ਅਸੀਂ ਜਨਾਬ ਜ਼ਬਰਦਸਤ ਪ੍ਰੋਗਰਾਮ ਲੈ ਕੇ ਆਵਾਂਗੇ ਔਰ ਇਸ ਤੋਂ ਇਲਾਵਾ ਜਨਾਬ ਔਰ ਵੀ ਕੁਝ ਮਾਸ਼ਾਅੱਲਾ ਪ੍ਰੋਗਰਾਮ ਅਸੀਂ ਤੁਹਾਡੇ ਵਾਸਤੇ ਤਰਤੀਬ ਦੇ ਰਹੇ ਹਾਂ। 14 ਅਗਸਤ ਦੀ ਟ੍ਰਾਂਸਮਿਸ਼ਨ ਜ਼ਬਰਦਸਤ ਜਨਾਬ ਗੁਜ਼ਰੀ, ਅਲਹਮਦੁਲਿਲਾ ਪੂਰਾ ਵੀਕ ਤੁਸੀਂ ਵੇਖਿਆ, ਇੰਜੋਏ ਕੀਤਾ, ਤੁਹਾਡਾ ਫੀਡਬੈਕ ਬਹੁਤ ਜਨਾਬ ਚੰਗਾ ਆਇਆ ਐਂਡ ਸਮਹਾਉ ਮੈਂ ਕੁਝ ਇੱਕ ਦੋ ਚੀਜ਼ਾਂ ਰਿਅਲਾਈਜ਼ ਕੀਤੀਆਂ ਇੱਥੇ ਉੱਤੇ ਜਦੋਂ ਮੈਂ ਵੇਖ ਰਿਹਾ ਸਾਂ ਕਿ ਲੋਕੀ ਅਕਸਰ ਸਾਨੂੰ ਕ੍ਰਿਟਿਸਾਈਜ਼ ਸਮਹਾਉ ਕਰ ਜਾਂਦੇ ਨੇ ਕਿ ਵੀ ਕੀ ਹਾਲੇ ਤੱਕ ਤੁਸੀਂ 14 ਅਗਸਤ ਸੇ ਬੱਚਿਆਂ ਵਾਲੇ ਤੁਸੀਂ ਜਨਾਬ ਚੀਜ਼ਾਂ ਆਪਣੀ ਲਾ ਲੈਂਦੇ ਹੋ, ਕੀ ਕਿਉਂ? ਤੇ ਉਹਦਾ ਬਹੁਤ ਜ਼ਬਰਦਸਤ ਇੱਕ ਜਵਾਬ ਮੇਰੇ ਕੋਲ ਆ ਗਿਆ ਇਸ 14 ਅਗਸਤ ਤੇ। ਕਿਹਨੇ ਕੀਤਾ? ਅਮੂਮਨ ਹੁੰਦਾ ਹੈ ਨਾ ਕਿ ਤੁਸੀਂ ਸੋਸ਼ਲ ਮੀਡੀਆ ਤੇ
ਔਨ ਸੋਸ਼ਲ ਮੀਡੀਆ ਐਂਡ ਆਲਸੋ ਜਦੋਂ ਤੁਸੀਂ ਬੰਦਾ ਕਹਿੰਦੇ ਹੋ ਯਾਰ ਮੈਂ ਚਣੀਆਂ ਲੈਣੀਆਂ ਨੇ, ਯਾਰ ਮੈਂ ਕੋਈ ਐਸੀ ਕੋਈ ਐਕਟੀਵਿਟੀ ਕਰਨੀ ਹੈ ਜਿਹੜੀ ਮੈਂ ਬਚਪਨ ਸੇ ਕਰਨਾ, ਮੈਂ ਤੇ ਹਰਾ ਸੂਟ ਪਾਇਆ ਸੀ, ਹਾਲੇ ਤੱਕ ਤੁਸੀਂ ਇਹ ਕਰਦੇ ਹੋ, ਕਿਉਂ ਕੀ ਹੋ ਗਿਆ ਹਰਾ ਸੂਟ ਕਿਉਂ ਨਹੀਂ ਭਾਈ? ਉਹਦੀ ਮੈਨੂੰ ਹੁਣ ਵਜ੍ਹਾ ਜਾਂ ਰੀਜ਼ਨ ਤੁਹਾਨੂੰ ਜਵਾਬ ਮੈਨੂੰ ਦੇਣਾ ਇੱਕ ਬੜਾ ਜ਼ਬਰਦਸਤ ਆ ਗਿਆ। ਇੱਕ ਟੈਲੀਵਿਜ਼ਨ ਪ੍ਰੋਗਰਾਮ ਮੈਂ ਵੇਖ ਰਿਹਾ ਸੀ, ਉਹਨਾਂ ਦੇ ਜਨਾਬ ਕੀ ਹੋਇਆ ਕਿ ਸਾਡੇ ਜੈਨਜ਼ੀ ਸਮ ਵੈਰੀ ਕੂਲ ਜੈਨਜ਼ੀ ਜਨਾਬ ਉਹ ਆਏ ਔਰ ਆ ਕੇ ਉਹਨਾਂ ਨੇ ਕੋਸ਼ਿਸ਼ ਕੀਤੀ, ਉਹ ਮਤਲਬ ਹੈ ਕਿ ਸਿੰਗਰ ਸਨ, ਅੱਛਾ, ਔਰ ਸਿੰਗਰ ਸਨ ਤੇ ਹੁਣ 14 ਅਗਸਤ ਦਾ ਦਿਹਾੜਾ ਹੈ, ਜ਼ਾਰੀ ਗੱਲ ਹੈ ਤੁਹਾਡਾ ਇੱਕ ਮਤਲਬ ਪੈਟਰੀਓਟਿਕ ਤੁਹਾਡੀ ਥੀਮ ਵੀ ਹੈ, ਪਲੱਸ ਇੱਕ ਵੈਸੇ ਐਕਸਾਈਟਮੈਂਟ ਹੁੰਦੀ ਸੀ, ਜਜ਼ਬਾ ਸੀ ਮੁਲਕ ਸੇ ਪਿਆਰ ਦਾ ਜਿਹੜਾ ਜਜ਼ਬਾ ਹੈ ਨਾ ਉਹਨੂੰ ਤੁਸੀਂ ਤੋਲ ਨਹੀਂ ਸਕਦੇ, ਲੇਕਿਨ ਉਹੀ ਗੱਲ ਹੈ ਕਿ ਐਕਸਪ੍ਰੈਸ ਜ਼ਰੂਰ ਕਰੋ। ਹੁਣ ਉਹ ਭਾਈਜਨ ਇੱਕ ਮਤਲਬ ਪੜੋਸੀ ਮੁਲਕ ਦਾ ਗਾਣਾ ਸ਼ੁਰੂ ਹੋ ਗਿਆ, ਸ਼ਾਬਾਸ਼। ਔਰ ਉਸ ਤੋਂ ਇਲਾਵਾ ਜਦੋਂ ਮਤਲਬ ਹੈ ਕਿ ਜਿਹੜੇ ਐਂਕਰ ਪਰਸਨ ਸਨ ਉਹਨਾਂ ਨੇ ਜਦੋਂ ਕਿਹਾ ਕਿ ਨਹੀਂ ਆਪ ਕੋਈ ਪਾਕਿਸਤਾਨੀ ਤੁਸੀਂ ਕੋਈ ਗੀਤ ਵੀ ਗਾਓ ਤੇ ਉਹ ਇਟ ਵਾਸ ਮਤਲਬ ਟੋਟਲੀ ਬਲੈਂਕ, ਤੇ ਬੜੀ ਹਿੰਮਤ ਹੈ ਉਹ ਮਤਲਬ ਹੈ ਕਿ ਨਹੀਂ ਤੇ ਮੈਂ ਉਹਨਾਂ ਤੇ ਸ਼ਾਇਦ ਮੈਂ ਟੁੱਟ ਕੇ ਚਪੇੜੀ ਮਾਰ ਦਿੰਦਾ, ਬਟ ਫਿਰ ਉਹੀ ਗੱਲ ਹੈ ਕਿ ਕਿਉਂ ਅਸੀਂ ਇਹ ਪ੍ਰੋਗਰਾਮਿੰਗ ਕਰ ਰਹੇ ਹਾਂ, ਐਸੇ ਵਜ੍ਹਾ ਤੋਂ ਕਰ ਰਹੇ ਹਾਂ ਨਾ ਕਿ ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹ ਉਸ ਕੁਰਬਾਨੀ ਦੇ ਜਜ਼ਬੇ ਨੂੰ ਨਹੀਂ ਸਮਝ ਸਕ ਰਹੇ, ਤੇ ਕਸੂਰ ਤਾਂ ਫਿਰ ਸਾਡਾ ਹੈਗਾ ਹੈ ਨਾ, ਜਿਹੜੇ ਬੜੇ ਨੇ ਉਹਨਾਂ ਦਾ ਕਸੂਰ ਹੈਗਾ ਜੀ। ਬੜੀ ਖਾਸ ਕਲਟ ਜਿਹੜਾ ਪੋਲੀਟੀਕਲ ਕਲਟ ਮੈਂ ਕਹਾਂਗੀ, ਉਹਨਾਂ ਨੇ ਪਾਕਿਸਤਾਨ ਨੂੰ ਡੀਮੀਨ ਕਰਨ ਦਾ ਕੋਈ ਜਿਹੜਾ ਨਾ ਚਾਂਸ ਜਾਣ ਨਹੀਂ ਦਿੱਤਾ, ਤੇ ਹੁਣ ਸਾਡਾ ਕੰਮ ਹੈਗਾ ਜੋ ਕੁਝ ਵੀ ਹੈ ਸਾਡੇ ਘਰ ਦੇ ਵਿੱਚ ਹਜ਼ਾਰ ਪ੍ਰੋਬਲਮ ਹੁੰਦੇ ਨੇ, ਕਦੀ ਲੀਕੇਜ ਦਾ ਮਸਲਾ, ਕਦੀ ਪੇਂਟ ਉਖੜ ਰਿਹਾ, ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਘਰ ਨੂੰ ਛੱਡ ਕੇ ਚਲੇ ਜਾਈਏ, ਉਹਨੂੰ ਰਿਪੇਅਰ ਕਰਨਾ, ਉਹਨੂੰ ਸਜਾਣਾ ਸਵਾਰਨਾ ਸਾਡਾ ਹੀ ਕੰਮ ਹੈਗਾ। ਤੇ ਇੱਕ ਵਾਰ ਤੁਸੀਂ ਵੇਖ ਲਓ ਜਿਹੜੇ ਲੋਕੀ ਆਪਣੇ ਘਰਾਂ ਦੇ ਵਿੱਚ ਨਹੀਂ ਰਹਿੰਦੇ, ਕਿਰਾਏ ਦੇ ਘਰਾਂ ਦੇ ਵਿੱਚ ਰਹਿੰਦੇ, ਉਹਨਾਂ ਦੀ ਕੀ ਹਕੀਕਤ ਹੈਗੀ, ਹਰ ਮਹੀਨੇ ਕਿਰਾਇਆ ਦੇਣਾ ਤੇ ਮਾਲਿਕ ਮਕਾਨ ਤੋਂ ਫਿਰ ਗੱਲਾਂ ਵੀ ਸੁਣਨਾ ਆਸਾਨ ਕੰਮ ਨਹੀਂ ਨਾ। ਫਿਰ ਇੰਨੀ ਤੁਸੀਂ ਬੇਸਿਕ ਦੀ ਮਿਸਾਲ ਦਿੱਤੀ ਔਰ ਇੰਨੀ ਜ਼ਬਰਦਸਤ ਤੁਸੀਂ ਮਿਸਾਲ ਦਿੱਤੀ ਹੈ ਨਾ, ਮਤਲਬ ਹੈ ਕਿ ਜਿਹੜੇ ਤੁਹਾਡੇ ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਲਓ ਆਪਣਾ ਘਰ ਜਾਂ ਕਿਰਾਏ ਦਾ ਘਰ ਡਿਫਰੈਂਸ ਹੈ ਨਾ, ਤੇ ਅੱਲਾਹ ਤਾਲਾ ਨੇ ਜੋ ਤੁਹਾਨੂੰ ਆਜ਼ਾਦੀ ਦਿੱਤੀ ਹੈ, ਪਾਕਿਸਤਾਨ ਦਿੱਤਾ ਹੈ, ਤੇ ਉਹਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਡੈਡਾ। ਬਿਲਕੁਲ ਇਹ ਜ਼ਰੂਰੀ ਹੁੰਦਾ ਹੈ। ਤੇ ਜਨਾਬ ਦੋ ਚੀਜ਼ਾਂ ਮਿਸ ਕਰ ਰਹੀਆਂ, क्या? ਇੱਕ ਤੇ ਖਾਣਾ, ਦੂਜਾ ਗਾਣਾ। एक ते खाना ते दूजा गाना ते एक मिनट में चेक कर लें जनाब। लेडीज एंड जेंटलमैन टाइम की हो गया, टाइम स्क्रीन पे चल गया, कॉल भी आ गई है जनाब। अच्छा तुसी कॉल लवो। अस्सलाम वालेकुम। वालेकुम अस्सलाम। माशाल्लाह रिश्ता जी आप माशाल्लाह बहुत और तब से आपका माशाल्लाह बहुत खूबसूरत है, सेहत में आप अच्छी। इनकी आवाज सही कर दे, मेरी तारीफ हो रही है। नहीं आवाज नहीं आ रही आपको रिदा जी? आवाज सीमा जी टूट के आ रही है बाहर। आप सुनाए ठीक है, खैरियत से हैं? हाँ मैं तो अल्लाह का शुक्र ठीक हूँ। बाहर इतनी ज्यादा बारिश हो रही है, बहुत ज्यादा। हाँ जी मौसम बड़ा रोमांटिक किस्म का है और रोमांटिक किस्म के बाहर सलाब है, उसे रोमांस की गल कर रहे हो और सेहत भी आपकी पहले से बहुत अच्छी हो चुकी है। क्या कह रही है? सेहत आपकी पहले से बहुत अच्छी हो गई है, बड़ा फ्रेश लग रहा है। सेहत अच्छी हो गई है, मोटी तो नहीं लग रही थी, तो तुसी पंजाबी च गल करो मेरे नाल। मोटी नहीं लग रही, खूबसूरत लग रही है। अब थैंक यू सो मच, बड़ी मेहरबानी, बहुत 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 शुक्रिया। ये मैं एक बात समझ रही हूँ कि आप जून में चाय पीती हैं और आज मौसम में लस्सी पी रही हैं। लस्सी का कोई इरादा तो नहीं, आज मेरा दिल कह रहा है कुछ मीठा खान का, कोई मीठा खाना। हाँ तो खाएं ना रीता जी, मीठा खाएं, हलवा खाएं, या कोई मीठी चीज बना के खाएं ना। किसने आपको मना किया? नहीं नहीं किसी ने मना नहीं किया, मैं मना होती भी नहीं हूँ। तो तुसी पंजाबी च गल करो मेरे नाल। रीता जी कसम से ऐसी चीजें खाती है, मुझे मीठे से इश्क है। क्या क्या फिर से बोलिएगा? मैं मीठी चीजें बहुत खाती हूँ। मैं भी मिठिया शामा। अमाद भाई वापस आ जाए। जी 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 अस्सलाम वालेकुम, की हाल है ਤੁਹਾਡਾ? ठीक हो तुसी? मतलब आज आप कौन सा मीठा बना रहे हैं? जी की कह रहे हो? मैंने बोला है कि आप डिश में कौन सा मीठा बना रहे हैं? मीठी डिश बना रहे हैं? क्या बना रहे हैं? मीठे। अच्छा कह रही है ना कि कुछ मिठाई आज बना रहे हैं। ਤੁਹਾਡੀ ਜਿਹੜੀ ਉਹ ਫਰਮਾਇਸ਼ ਹੈ ਨਾ ਉਹ ਪੂਰੀ ਹੋਣ ਦੇ ਬਿਲਕੁਲ ਕਰੀਬ ਆ ਗਈ ਹੈ ਤੇ ਅੱਜ ਕੁछ ਅਸੀਂ मिठाई बना रहे हैं। अच्छा बात भाई ये बताएं, जब आप स्कूटर पे आते हैं तो रनिंग ड्रेस पहन के आया करें ना। आप बोल रहे हैं कि वो पानी में घुटनों होता है तो रनिंग ड्रेस पहन के आते रहे ना। नहीं ये वही ड्रेस पहन कर आए थे, लेकिन वो पहन के यहाँ नहीं आ सकते थे क्योंकि गीला हो गया था सारा। जैसे आपको दोनों को पंजाबी च गल नहीं कर रहे हैं। आप मोर के मुंह में प्रोग्राम में पहुंचे, सड़कों का हाल बुरा है, पानी चारो चार पुल तैयार हो, आप करते हैं कि आप हमें खुश करने के लिए प्रोग्राम में आ चुके हैं। बहुत शुक्रिया सीमा जी, तुसी पसंद करते हो प्रोग्राम ਨੂੰ और बड़ा चंगा लगता तुसी कॉल करते हो, यकीन करो।
और ਜਿਹੜੀ ਤੁਹਾਡੀ ਫਰਮਾਇਸ਼ ਹੈ ਉਹ ਵੀ ਅਸੀਂ ਜਨਾਬ ਅੱਜ ਪੂਰੀ ਕਰ ਰਹੇ ਹਾਂ। और आज मतलब है कि ਮਿੱਠੇ ਦੇ ਸ਼ੌਕੀਨ ਉਹਨਾਂ ਦੀ ਫਰਮਾਇਸ਼ ਵੀ ਪੂਰੀ ਹੋ ਰਹੀ ਹੈ, ਮੇਰੀ ਵੀ। ਤੇ ਜਿਹੜੇ ਕੋਈ ਥੋੜਾ ਸਕੋਰੇ ਜਿਹੜੇ ਸਾਡੇ ਭੈਣ ਭਰਾ ਵੇਖ ਰਹੇ ਨੇ ਨਾ ਉਹਨਾਂ ਦੀ ਫਰਮਾਇਸ਼ ਵੀ ਸੀ ਕਿ 2 in 1 ਕੋਈ ਡਿਸ਼ ਬਣ ਰਹੀ ਹੈਗੀ। 2 in 1 ਨਹੀਂ, ਮਤਲਬ ਸੈਪਰੇਟ 2 ਡਿਸ਼ਸ ਬਣ ਰਹੀਆਂ ਨੇ। ਉਹਦਾ ਰੀਜ਼ਨ ਹੈ ਕਿ ਪਰੌਣੇ ਹਾਂ ਪਰੌਣੇ ਕੋਈ ਗੱਲ ਨਹੀਂ ਜੀ, ਅਸੀਂ ਦਿਲ ਦੀਆਂ ਗੱਲਾਂ ਕਰਾਂਗੇ। ਹਾਂ ਇੱਕ ਪਰੌਣਾ ਜਿਹੜੇ ਉਹ ਆ ਗਏ ਇੱਕ ਜਿਹੜੇ ਆ ਗਏ ਨੇ, ਔਰ ਬਾਕੀ ਜਿਹੜੇ ਨੇ ਵਿਚਾਰੇ ਇੱਕ one got vaccinated, ਨਹੀਂ ਕੋਈ ਉਹਨਾਂ ਨੂੰ ਬਚਪਨ ਦੇ ਟੀਕੇ ਹੋਣ ਲੱਗੇ ਨੇ, ਔਰ ਇੱਕ ਜਿਹੜੇ ਨੇ ਉਹ ਪਹੁੰਚ ਨਹੀਂ ਸਕੇ। ਕੋਈ ਗੱਲ ਨਹੀਂ, ਕਿਉਂਕਿ ਮਾਮਲਾਤ ਜਿਹੜੇ ਨੇ ਬਾਕੀ ਬੜੇ ਨਹੀਂ, ਹਾਲਾਤ ਵੈਸੇ ਕ੍ਰਿਟੀਕਲ ਨੇ, ਬਿਲਕੁਲ ਕ੍ਰਿਟੀਕਲ ਨੇ। ਤੇ ਜਨਾਬ ਸਭ ਤੋਂ ਪਹਿਲੇ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਜਨਾਬ ਬਣਾ ਕੀ ਰਿਹਾ ਮੈਂ ਤੁਹਾਨੂੰ ਦੱਸ ਦਿਆਂ। ਇੱਕ ਤੇ ਅਸੀਂ ਸੇਵੀਆਂ ਬਣਾ ਰਹੇ ਹਾਂ, ਸੇਵਣੀਆਂ। ਔਰ ਸੇਵਣੀਆਂ ਮਤਲਬ ਇਸ ਮੌਸਮ ਦੇ ਵਿੱਚ ਵੈਸੇ ਹੀ ਚੰਗੀਆਂ ਲੱਗਦੀਆਂ ਨੇ। ਮਤਲਬ ਜੇ ਤੁਸੀਂ ਮਤਲਬ ਅੱਛਾ ਦੋ ਤਰੀਕੇ ਨਾਲ ਬਣਦੀਆਂ ਨੇ, ਇੱਕ ਤੇ ਦੁੱਧ ਵਾਲੀਆਂ, ਇੱਕ ਸਲਾਈਟਲੀ ਥੋੜੀ ਜਿਹੀ ਡਰਾਈ ਜਿਹਦੇ ਵਿੱਚ ਮਤਲਬ ਆਇਲ ਜਾਂ ਘਿਓ ਤੁਹਾਡਾ ਸੈਪਰੇਟਡ ਹੁੰਦਾ ਹੈ ਨਾ। ਤੁਹਾਡੀ ਕਿਹੜੀ ਵਾਲੀ ਚੰਗੀ ਲੱਗਦੀ? ਦੁੱਧ ਵਾਲੀ ਹਾਂ ਮੈਂ ਟਰਾਈ ਕਰ ਰਿਹਾ ਸੀ, ਪਰ ਜੇ ਮੇਰੇ ਬਾਜੀ ਨੇ ਕਹਿ ਦਿੱਤਾ ਜਨਾਬ ਨਹੀਂ ਕੋਈ ਗੱਲ ਨਹੀਂ, ਖੈਰ ਹੈ ਨਹੀਂ ਅਸੀਂ ਦੁੱਧ ਵਾਲੀਆਂ ਕਿਉਂਕਿ ਸਾਡੇ ਕੋਲ ਦੁੱਧ ਹੈ। ਉਹ ਅੱਛਾ ਫਿਰ ਸਹੀ ਹੈ। ਨਹੀਂ ਦੁੱਧ ਦੋਵਾਂ ਚ ਪੈਂਦਾ, ਲੇਕਿਨ ਕਿ ਥੋੜਾ ਜਿਹਾ ਉਹਦੀ ਕੁਆਂਟੀਟੀ ਜ਼ਿਆਦਾ ਹੋ ਜਾਂਦੀ ਹੈ। ਠੀਕ ਹੋ ਗਿਆ ਤੇ ਬਿਲਕੁਲ ਬੇਸਿਕ ਇਨਗਰੀਡੀਐਂਟਸ ਨੇ, ਕੋਈ ਤੁਸੀਂ ਜਨਾਬ ਇਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਐਡ ਕਰਨੀਆਂ ਕਿ ਜਿਹੜੀਆਂ ਪਰੇਸ਼ਾਨੀ ਦਾ ਤੁਹਾਡੇ ਵਾਸਤੇ ਬਾਇਸ ਕਰਨ। ਇੱਕ ਦਾ ਫੋਨ ਹੈ ਅੱਛਾ ਔਰ ਇਹਦਾ ਕੀ ਕਹਿ ਰਹੇ ਰਹਿਮਤ ਦੱਸ ਦਿਓ ਨਾ, ਇਹਨੂੰ ਅਸਰਫ ਕਰ ਰਿਹਾ ਇਹ ਤੱਕ ਨਾ ਮੇਰੇ ਸਾਡੀ ਕੋਆਰਡੀਨੇਸ਼ਨ ਦੈਟ ਇਜ਼ ਗੁੱਡ। ਦੁੱਧ ਕਿਉਂਕਿ ਜਨਾਬ ਇਨਗਰੀਡੀਐਂਟਸ ਨਹੀਂ ਨਜ਼ਰ ਆ ਰਹੇ ਸਨ ਨਾ, ਦੁੱਧ ਸੇਵੀਆਂ ਜਨਾਬ, ਡਰਾਈ ਫਰੂਟ ਤੁਹਾਡੀ ਮਰਜ਼ੀ ਦੇ, ਇਸ ਤੋਂ ਇਲਾਵਾ ਇਲਾਇਚੀ ਪਾਊਡਰ, ਇਸ ਤੋਂ ਇਲਾਵਾ ਘਿਓ ਜਾਂ ਆਇਲ ਜੇ ਤੁਸੀਂ ਯੂਜ਼ ਕਰਦੇ ਹੋ ਤੇ ਉਹ ਜਿਹੜਾ ਤੁਸੀਂ ਯੂਜ਼ ਕਰਨਾ ਹੈ। ਔਰ ਮਿੱਠਾ ਓਬਵੀਅਸਲੀ ਚੀਨੀ ਹੋਣੀ ਚਾਹੀਦੀ ਹੈ, ਔਰ ਚੀਨੀ ਇਜ਼ ਔਨ ਦ ਵੇ, चीनी भी आ रही है माशाल्लाह थोड़ी देर से। यहाँ फिर तुसी गुड़ भी शामिल कर सकते हो। ठीक हो गया। बहुत सारे लोग जो नहीं चीनी मतलब खाना चाह रहे होंगे, और बहुत सारे लोग ने स्वीटनर शामिल कर देने जेड़ा मतलब फ्लेवर थोड़ा कड़वा जा हो जाता है, कड़वा होता है। बिल्कुल सही कह रहे हो। या फिर वो मतलब है कि हनी या शहद जेड़ा वो आखिर च ऐड कर लेंदे ने और अपना टेस्ट बड्स ਨੂੰ ਸੈਟੀਸਫਾਈ ਕਰਨ ਵਾਸਤੇ। ऑब्वियसली शुगर पेशेंट्स ਨੇ ਉਹਨਾਂ ਨੂੰ ਮਿੱਠੇ ਦੀ ਕ੍ਰੇਵਿੰਗ ਬੜਾ ਮੁਸ਼ਕਿਲ ਹੈਗਾ शुगर ਜਿਹੜੇ। ਹਾਂ ਕਾਲਰ ਜੀ अस्सलाम वालेकुम। हेलो टेस्टिंग 1 2 3 अस्सलाम वालेकुम जी। जी वालेकुम सलाम। हाँ जी कौन गल कर रहे हो ते किथों? जी सादिया अहमद बोल रही हूँ मैम, बक्कर से। कहाँ से? बक्कर से मैम। अच्छा जी जी आया नू सादिया जी वेलकम। तुसी पंजाब दे रंग वेख रहे हो ते की हाल हैगा बक्कर दा? जी माशाल्लाह बिल्कुल बक्कर ठीक है, बस बारिश इधर भेज दो। हाय थोड़ी सी भिजवा देते हैं आपको बारिश। जी जी बस इधर बारिश का मौसम ठीक नहीं है ना, जरा गर्मी है ज्यादा। चलो जी हो जाएगी, ਅਸੀਂ ਦੁਆ ਕਰ ਰਹੇ ਹਾਂ ਕਿ ਥੋੜਾ ਜਿਹਾ ਬਲਕਿ ਅੱਲਾਹ ਤਾਲਾ ਤੋਂ ਥੋੜਾ ਜਿਹਾ ਬਦਲ ਤੁਹਾਡੇ ਜਨਾਬ ਪਕੜ ਦੇ ਵਿੱਚ ਵੀ ਲੈ ਜਾਏ। ਤੇ ਤੁਸੀਂ ਕਰਦੇ ਕੀ ਹੋ ਮੇਰੀ ਭੈਣ? जी सर ਕੀ ਕਰਦੇ ਹੋ ਤੁਸੀਂ? सर मैं घर में रहती हूँ, बस कुकिंग करती हूँ, सिलाई करती हूँ, माशाअल्लाह काम करती हूँ, बस जी घर में भाई रहती हूँ। ਤੁਸੀਂ ਅੰਗਰੇਜ਼ੀ ਚ ਕਹਿੰਦੇ ਨੇ ਐਂਟਰਪ੍ਰੈਨਿਓਰ ਹੋ। ਤੁਸੀਂ ਕਾਰ ਬਣਾ ਰਹੇ ਹੋ, ਤੁਸੀਂ ਮਾਸ਼ਾਅੱਲਾ ਆਪਣਾ ਸਿਲਾਈ ਕਢਾਈ ਵੀ ਕਰ ਰਹੇ ਹੋ। ਹਾਂ ਜੀ ਹਾਂ, so many things। ਤੇ ਸਿਲਾਈ ਕਢਾਈ ਤੇ ਇੰਨੀ ਕੋ ਮਹਿੰਗੀ ਹੈਗੀ ਹੈ ਇਸਲਾਮਾਬਾਦ ਪਿੰਡੀ ਦੇ ਵਿੱਚ ਨਾ, ਇਵਨ ਜਿਹੜਾ ਸਾਦਾ ਸੂਟ ਹੈਗਾ ਉਹ 2500 ਦਾ ਬੰਦਾ ਇੱਥੇ सिलाई होती है। जी मैम इधर भी ऐसे ही है, 2000 2500 1500 ऐसे ही है इधर भी। अच्छा आराम से जी जी आराम से, बस पार्क बैठने से तो यही है मतलब बिजी रहे ना। बिल्कुल तो माशाल्लाह बहुत अच्छा है। बहुत शुक्रिया सादिया। तो माशाल्लाह आप बहुत अच्छी लग रही हैं और सर भी माशाल्लाह बहुत प्यारे लग रहे हैं दोनों। थैंक यू सो मच। ते तुसी की चंगा बना लेंदे हो खाणियां दे विच ते सिलाई दे विच आल्सो? की तुसी चंगी सिलाई कर लेंदे हो? सिलाई मेरी बहुत अच्छी है, वे सब तारीफ करते हैं। और कुकिंग में पालक और गोश्त मेरे भाई बहुत तारीफ करते हैं। ओए पालक गोश्त माय फेवरेट। हां मेरा बड़ा बेटा उस्मान है ना, है छोटा सा, वो कहते मम्मा पालक बनाओ, मम्मा पालक बनाओ। तो मैच करते हैं ना मेरे दोनों बेटे उस्मान खान और हमाद खान, दोनों बहुत ज्यादा। अच्छा चले जी जी अब तो ट्यूशन पे गए हुए हैं ना। अच्छा और माशाल्लाह बहुत प्यारे हैं। वो कहते हैं मम्मा मिशी खान के शो में हमें लेके जाओ। मैंने कहा बेटा वो बहुत दूर है, हम कहाँ जा सकते हैं? आप जब भी इस्लामाबाद आए तो आप मिशी के प्रोग्राम में आ सकते हैं, वहाँ पर आए। आपका अपना शो है। मेरे बच्चों को ना जब मिशी खान बहुत पसंद है, वे तरीके से हट के ना, तो जब आप कमर्शियल वगैरह आ जाए ना कुछ आ जाए, कहते मम्मा मिशी खान आ गए, मिशी खान ऐसे लगता है जैसे वो हमारे घर में आ गई हो। चले आपके बच्चों का प्यार हम इसी तक पहुंचा देंगे, आपकी मोहब्बत है। मेरे बच्चे माशाल्लाह बहुत खुश होते हैं उसे देख के ना, और ऐसे हैप्पी हो जाती हैं। मेरी छोटी बहन है ना शान, बस हमारी बहन शान को देख लो, मिशी खान को देख लो,
बस चांद का फोन है, जो ऐसे बच्चे खुश हो जाते हैं, मुस्कान को टीवी पे देख ले तो ऐसे खुश हो जाती हैं। बस आपका पूरा पूरा ये लव पैकेज जो है ना हम इसी तक पहुंचा देंगे। और आपने जब भी इस्लामाबाद आना है मेरे बच्चे उनके दीवान है सच्ची से, मैं झूठ नहीं बोल रही हूँ। सही है। नहीं मेरा मैं बच्चा थोड़ी इतना माशाल्लाह प्यारा है, क्यूट है, बहुत क्यूट है, और माशाल्लाह हमारा उससे भी ज्यादा है। अल्लाह, ये खुश हो जाते हैं जब मैं उनको देखती हूँ, मैं इतनी खुश हो जाती हूँ कि हद से ज्यादा। बहुत शुक्रिया ਤੁਹਾਡੀ अच्छा ये ਮੁਹੱਬਤ मां मामा ਦੀ ਜਿਹੜੀ ਮੁਹੱਬਤ ਬੱਚਿਆਂ ਲਈ ਹੈ ਨਾ, ਉਹ ਅਸੀਂ ਜਿਹੜੇ ਕਹਿੰਦੇ ਉਹ ਅਨਕੰਟਰੋਲੇਬਲ ਹੁੰਦੀ ਹੈ, ਤੁਸੀਂ ਕੰਟਰੋਲ ਨਹੀਂ ਕਰ ਸਕਦੇ। हाँ, नहीं मैं कंट्रोल नहीं कर सकती, जब मेरे बच्चों का नाम आ जाए तो बस मैं बहुत ज्यादा खुश हो जाती हूँ। मैं ਫਿਰ बस ਲਾਡਲਾ ਕਿਹੜਾ ਬੱਚਾ ਹੈਗਾ, ਵੱਡਾ ਵਾਲਾ ਕਿ ਛੋਟਾ ਵਾਲਾ? जी मैम, मैं कहा लाडला कौन सा है? मैम दोनों बराबर हैं। अच्छा, दोनों बराबर, मैं शॉपिंग करवाती हूँ दोनों को बराबर, माशाल्लाह दोनों प्यारे हैं, दोनों में मेरी जान है, बस ये समझ ले। अच्छा सही है, चले सही जी। जी माशाल्लाह हमार खान बहुत प्यारा है, उस्मान खान उससे भी ज्यादा प्यारा है, पर जो फरमाइश करे ना मैं कहती हूँ पूरा दिन मैं किचन में रुकी रहूँ, चाहे गर्मी हो सर्दी हो ना, मैं कहती बस बच्चों की ख्वाहिश पूरी करूँ। बहुत शुक्रिया जी। और बच्चे तो अल्लाह सलामत रखे, बहुत ज्यादा खुश हो जाते हैं। हम तीन है ना घर में ना, हाँ अल्लाह ताला उस्मान खान हमारा खान है, अकेले रहते हैं। जी जी ਅੱਲਾਹ ਤਾਲਾ ਤੁਹਾਡੇ ਬੱਚਿਆਂ ਨੂੰ ਜਨਾਬ ਸਲਾਮਤੀ ਦੇਵੇ, ਉਹਨਾਂ ਨੂੰ ਕਾਇਮ ਰੱਖੇ। ਬਹੁਤ ਖੁਸ਼ੀ ਹੋਈ ਸੁਣ ਕੇ ਤੁਸੀਂ ਕਾਲ ਕੀਤੀ ਹੈ, ਔਰ ਤੁਹਾਡੀ ਜਿਹੜੀ ਵਿਸ਼ੇਸ ਨੇ ਜਾਂ ਤੁਹਾਡਾ ਜਿਹੜੇ ਜਨਾਬ ਉਹ ਪੈਗਾਮਾਤ ਨੇ ਪਹੁੰਚ ਗਏ ਹੋਣਗੇ। ਐਵੇਂ ਕਦੀ ਕਦੀ ਕਿਸੇ ਨੇ ਵੀ ਟੀਵੀ ਲਾਇਆ ਹੁੰਦਾ ਤਾਂ ਉਹ ਵੇਖ ਲੈਂਦਾ। ਤੇ ਜਨਾਬ ਬਹੁਤ ਸ਼ੁਕਰੀਆ ਤੁਹਾਡੀ ਸੋਹਣੀ ਜੀ ਕਾਲ ਦਾ, ਔਰ ਜਨਾਬ ਇਸੇ ਤਰ੍ਹਾਂ ਕਾਲ ਕਰਦੇ ਰਹੋ। ਤੇ ਜਨਾਬ ਫਿਰ ਅਗਲੇ ਦਿਹਾੜਿਆਂ 'ਚ ਵੀ ਤੁਸੀਂ ਜ਼ਰੂਰ ਕਾਲ ਕਰਨੀ ਹੈ, ਠੀਕ ਹੋ ਗਿਆ? ਤੇ ਜਨਾਬ ਇਸ ਤੋਂ ਇਲਾਵਾ ਮਤਲਬ ਹੈ ਕਿ ਅੱਛਾ ਮੈਂ ਚਾਹ ਰਹੀ ਸੀ ਕਿ ਮੈਂ ਕੁਝ ਗੱਲ ਕਰਾਂ ਪੰਜਾਬੀ 뮤직 ਦੇ ਹਵਾਲੇ ਨਾਲ। ਤੇ ਜੇ ਨਹੀਂ ਪਾਈ ਨੇ ਉਹਨਾਂ ਨੇ ਬਹੁਤ ਹੀ ਕੋਈ ਜ਼ਬਰਦਸਤ 뮤직 ਜਿਹੜਾ ਸਿਲੈਕਟ ਕੀਤਾ ਹੈ। ਤੇ ਮੈਨੂੰ ਲੱਗਦਾ ਕਿ ਪੰਜਾਬੀ 뮤직 ਜਿਹੜਾ ਨਾ ਇਹ ਫੁੱਲ ਆਫ ਲਾਈਫ ਤੇ ਕਲਰਸ ਤੇ ਜਜ਼ਬਾਤ ਦਾ ਜਿਹੜਾ ਖੁੱਲ ਕੇ ਇਜ਼ਹਾਰ ਜਿਹੜਾ ਪੰਜਾਬੀ ਕਰਦੇ ਨੇ। ਤੇ 뮤직 ਨਾਲ ਸ਼ਾਮਿਲ ਹੋ ਜਾਵੇ ਤੇ ਫਿਰ ਸੋਹਣੇ ਤੇ ਸੁਹਾਗਾ, ਚਾਹੇ ਉਹ ਲੋਕ ਫਨਕਾਰ ਆਰਿਫ ਲੋਹਾਰ ਸਾਹਿਬ ਹੋਣ, ਜਿਹੜੇ ਮਾਡਰਨ ਸਿੰਗਰਸ ਨੇ ਸਬਾਤ ਬਾਤਿਨ ਹੋਣ, ਪੰਜਾਬੀ 뮤직 ਤੇ ਨਾਲ ਫਿਊਜ਼ਨ ਕਰਕੇ ਨਾ ਉਹ ਰੰਗ ਲਾ ਲੈਂਦੇ ਨੇ ਜੀ। ਇੱਕ ਹੋਰ ਕਾਲਰ ਨੇ ਸਾਡੇ ਨਾਲ। अस्सलाम वालेकुम। वालेकुम सलाम, सुनाओ ठीक हो? हाँ जी बिल्कुल, तुसी सुनाओ? ठीक हाँ सी, शुक्र है अल्लाह दा। ना ते दस दिओ सोहणिओ। हाँ जी सियालकोट तो बोल रहे जी। अफशा जी कित्थों कॉल कर रहे हो तुसी? आपके प्रोग्राम ने नहीं कॉल तुसी कित्थों कीती है? सियालकोट। हाँ जी सियालकोट तो कॉल कीती ते फिर ते मेरे रिश्तेदार निकल आए। हाँ जी लग रहा है मैंने, है ना? हाँ की हाल है मेरी भैन, ठीक हो तुसी? शुक्र है अल्लाह दा भाई, आप सुनाए ठीक है? अल्हम्दुलिल्लाह ठीक ठाक। यकीन करो ਤੁਹਾਡੀ आवाज सुन के ना ਮੈਨੂੰ एकदम ਲੱਗਿਆ नारोवाल डस्का सियालकोट इधरों किधरों कॉल आई है। अल्हम्दुलिल्लाह ठीक ठाक। तुसी सुनाओ? आपका प्रोग्राम देखती हूँ, बड़ा मजा आता है। ਤੁਸੀਂ ਪੰਜਾਬੀ ਚ ਗੱਲ ਕਰਦੇ ਹੋ, ਸੋਹਣੀ ਪੰਜਾਬੀ ਬੋਲ ਰਹੇ ਹੋ ਮਾਸ਼ਾਅੱਲਾ, ਹਲਕੇ ਹਲਕੇ ਚਟਕਿਆਂ ਨਾਲ, ਬੜੇ ਮਜ਼ਾ ਆ ਰਿਹਾ ਮੈਨੂੰ। हाँ जी और सुनाओ, आप ही ठीक हो? ਤੁਸੀਂ ਯਕੀਨ ਕਰ ਲਵੋ ਅੱਲਾਹ ਦੀ ਕਸਮ ਮੈਂ ਬਿਲਕੁਲ ਠੀਕ ਹਾਂ। अल्लाह पाक ਤੁਹਾਨੂੰ ਮਜ਼ੀਦ ਬਰਕਤਾਂ ਪਾਏ। ਆਮੀਨ। ਤੇ ਤੁਸੀਂ ਕੀ ਕਰਨ ਲੱਗੇ ਹੋ? ਕੋਈ ਨਾਸ਼ਤੇ ਦੀ ਤਿਆਰੀ ਹੋ ਰਹੀ ਹੈ, ਕੋਈ ਖਾਣੇ ਦੀ ਤਿਆਰੀ ਹੋ ਰਹੀ ਹੈ, ਕੋਈ ਕੀ ਪਲਾਨ ਹੈਗਾ ਅੱਜ ਦਾ? ਖਾਣਾ ਤੇ ਪਾ ਲਿਆ ਜੇ, ਤੇ ਹੁਣ ਫਰਕ ਬੈਠੀ ਆ ਤੇ ਆਹ ਪ੍ਰੋਗਰਾਮ ਦੇਖਣ ਲਈ। ਜ਼ਿੰਦਾਬਾਦ ਜੀ, ਹੋਰ ਕੀ ਚਾਹੀਦਾ ਸਾਨੂੰ? ਮਾਸ਼ਾਅੱਲਾ ਤੁਸੀਂ ਬਹੁਤ ਪਿਆਰੇ ਲੱਗਦੇ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ, ਤੁਹਾਡੀਆਂ ਮੁਹੱਬਤਾਂ ਨੇ। ਤੇ ਸਿਆਲਕੋਟ ਚ ਹੋ ਰਹੀਆਂ ਨੇ ਬਾਰਿਸ਼ਾਂ, ਮਤਲਬ ਹੈ ਸਿਆਲਕੋਟ ਚ ਹੋ ਰਹੀ ਹੈ ਬਾਰਿਸ਼? बड़ी बारिश हो रही है, रोजाना होती। अल्हम्दुलिल्लाह जी, शुक्र है मतलब अल्लाह ताला रहमत दी बारिश इनू रखे। और हाँ जी बिल्कुल। और ਤੁਹਾਡੇ ਘਰ ਚ ਮਾਸ਼ਾਅੱਲਾ ਸਭ ਠੀਕ ਹੈ? ਤੁਸੀਂ ਕੀ ਕਰਦੇ ਹੋ? ਕੋਈ ਤੁਹਾਨੂੰ ਤੁਸੀਂ ਕੋਈ ਪੈਗਾਮ ਕਿਸ ਨੂੰ ਦੇਣਾ ਚਾਹੋ? ਜੀ ਠੀਕ ਆ, ਸ਼ੁਕਰ ਹੈ ਅੱਲਾਹ ਦਾ। ਤੁਸੀਂ ਆਪਣਾ ਸੁਣਾਓ? ਅਸੀਂ ਤਾਂ ਤੁਹਾਡੇ ਸਾਹਮਣੇ ਖਲੋਤੇ ਹਾਂ। ਤੁਸੀਂ ਹੁਣ ਗਾਣਾ ਸੁਣ ਲਵੋ। ਹਾਂ ਤੁਸੀਂ ਦੱਸੋ। ਅੱਲਾਹ ਪਾਕ ਤੇ ਨੂੰ ਸਦਾ ਹੀ ਖੁਸ਼ ਰੱਖੇ। ਆਮੀਨ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਯਕੀਨ ਕਰੋ ਤੁਸੀਂ ਕਾਲ ਕੀਤੀ ਹੈ। अल्लाह हाफिज़ जी, अल्लाह हाफिज़। नहीं इन्होंने दी मोहब्बत हैगी जी। कॉल मतलब मैं लिटरली ਤੁਹਾਨੂੰ ਦੱਸ ਰਿਹਾ, ਜਦੋਂ ਮੈਂ ਆਵਾਜ਼ ਸੁਣੀ ਹੈ ਨਾ ਲੱਗ ਰਿਹਾ ਸੀ ਪਤਾ ਨਹੀਂ ਕਿਸ ਤਰ੍ਹਾਂ, ਮਤਲਬ ਇੱਕਦਮ ਜਿਹੜੀ ਉਹ ਅਪਨਾਈਅਤ ਦਾ, ਮਿਠਾਸ ਦਾ ਇੱਕ ਅਹਿਸਾਸ ਮੈਨੂੰ ਇੱਕਦਮ ਹੋਇਆ। ਅੱਛਾ ਇਹਨਾਂ ਦਾ ਜਿਹੜਾ ਲਹਿਜਾ ਸੀ ਨਾ, ਜਿਸ ਤਰ੍ਹਾਂ ਇਹ ਗੱਲ ਕਰ ਰਹੇ ਸਨ, ਉਹ ਮੈਨੂੰ ਬੜਾ ਪਿਆਰਾ ਲੱਗਾ, ਬੜਾ ਕਿਊਟ ਲੱਗਾ ਮੈਨੂੰ, ਹੈ ਨਾ? ਬਿਲਕੁਲ ਪ੍ਰੋਪਰ। ਮੈਨੂੰ ਮੇਰੇ ਜਿੰਨੇ ਸਿਆਲਕੋਟ ਦੇ ਜਿੰਨੇ ਰਿਲੇਟਿਵਸ ਸਨ ਸਾਰੇ ਮੈਨੂੰ ਯਾਦ ਆ ਗਏ ਨੇ, ਔਰ ਇੱਕ ਇੱਕ ਕਰਕੇ ਯਾਦ ਆ ਗਏ ਨੇ। ਔਰ ਅੱਲਾਹ ਤਾਲਾ ਮਤਲਬ ਸਾਰਿਆਂ ਨੂੰ ਸਲਾਮਤ ਰੱਖੇ, ਕਿਉਂਕਿ ਉਹੀ ਗੱਲ ਹੈ ਕਿ ਬਚਪਨ 'ਚ ਜਿਹੜੇ ਵਿਜ਼ਿਟਸ ਹੁੰਦੇ ਨੇ ਨਾ ਬੜੇ ਮੈਮੋਰੇਬਲ ਹੁੰਦੇ ਨੇ। ਹਾਂ ਬਿਲਕੁਲ। ਐਂਡ ਸਮ ਆਫ ਦ ਮਤਲਬ ਨਹੀਂ ਉਹ ਵਿਚਾਰੇ ਹੁਣ ਮਤਲਬ ਇਸ ਦੁਨੀਆ ਦੇ ਵਿੱਚ, ਤੇ ਉਹੀ ਗੱਲ ਹੈ ਕਿ ਉਹ ਲੱਗਦਾ ਇੰਝ ਹੀ ਹੈ, ਕਿਉਂਕਿ ਤੁਸੀਂ ਵਿਜ਼ਿਟ
ਜਿੰਨੇ ਵੀ ਤੁਹਾਡੇ ਇਸ ਤਰ੍ਹਾਂ ਦੇ ਮਤਲਬ ਏਰੀਆਜ਼ ਇਲਾਕੇ ਜਿਹੜੇ ਹੁੰਦੇ ਨੇ ਨਾ ਮਤਲਬ ਥੋੜਾ ਅਰਸੇ ਤੋਂ ਬਾਅਦ ਜਾਂਦੇ ਹੋ ਹਾਂ ਐਂਡ ਜਦੋਂ ਤੁਸੀਂ ਅਰਸੇ ਤੋਂ ਬਾਅਦ ਜਾਂਦੇ ਹੋ ਤਾਂ ਤੁਸੀਂ ਮਤਲਬ ਇਹ ਸੋਚ ਕੇ ਜਾਂਦੇ ਹੋ ਕਿ ਅਸੀਂ ਸਾਰਿਆਂ ਨੂੰ ਮਿਲਣ ਜਾ ਰਹੇ ਹਾਂ। ਅਚਾਨਕ ਤੋਂ ਇੱਕ ਅਵੇਕਨਿੰਗ ਹੁੰਦੀ ਹੈ ਕਿ ਯਾਰ ਉਹਨਾਂ ਦੇ ਘਰ ਗਏ ਸਨ ਲੇਕਿਨ ਅਨਫੋਰਚੂਨੇਟਲੀ ਨਾਓ ਉਹ ਨਹੀਂ ਨੇ ਔਰ ਇਹ ਬੜਾ ਮਤਲਬ ਇੱਕ ਸਦਮੇ ਵਾਲੀ ਵੀ ਗੱਲ ਹੈ। ਲੇਕਿਨ ਫਿਰ ਉਹੀ ਗੱਲ ਕਿ ਸਮਹਾਓ ਮੈਂ ਹਮੇਸ਼ਾ ਇੱਕ ਗੱਲ ਕਰਨਾ ਰਹਿੰਦਾ ਕਿ ਅਲਹਮਦੁਲਿਲਾ ਜੀ ਅਸੀਂ ਮੁਸਲਮਾਨ ਹਾਂ ਤੇ ਸਾਡਾ ਇੱਕ ਅਕੀਦਾ ਹੈ ਕਿ ਜਿਹੜੀ ਆਫਟਰ ਲਾਈਫ ਹੈ ਜਾਂ ਜਿਹੜੀ ਬਾਅਦ ਵਾਲੀ ਜ਼ਿੰਦਗੀ ਹੈ ਉਹਦੇ 'ਚ ਅੱਲਾਹ ਤਾਲਾ ਜਿਹਨਾਂ ਲੋਕਾਂ ਨਾਲ ਅਸੀਂ ਇਸ ਦੁਨੀਆ ਦੇ ਵਿੱਚ ਟਾਈਮ ਗੁਜ਼ਾਰ ਰਹੇ ਹਾਂ ਨਾ ਉਸ ਮਤਲਬ ਹੈ ਕਿ ਟਾਈਮ ਦੇ ਵਿੱਚ ਅਸੀਂ ਨਾਲ ਰਵਾਂਗੇ ਤੇ ਕੋਸ਼ਿਸ਼ ਕਰੋ ਕਿ ਇਸ ਦੁਨੀਆ ਦੇ ਵਿੱਚ ਚੰਗੇ ਲੋਕਾਂ ਨਾਲ ਚੰਗੇ ਦੋਸਤਾਂ ਨਾਲ ਤਾਲੁਕ ਰੱਖੋ ਉਹ ਬਹੁਤ ਜ਼ਰੂਰੀ ਹੈ ਬਿਲਕੁਲ। ਔਰ ਮਤਲਬ ਹੈ ਕਿ ਇਸ ਦੁਨੀਆ ਦੇ ਵਿੱਚ ਅਸੀਂ ਜਦੋਂ ਆਏ ਹਾਂ ਤਾਂ ਪ੍ਰੋਸੈਸ ਬੇਸਿਕਲੀ ਇਹੀ ਹੈ ਕਿ ਵੀ ਹੈਵ ਬੋਥ ਦੀ ਆਪਸ਼ਨ। ਸਾਡੇ ਕੋਲ ਨੇਕੀ ਦਾ ਵੀ ਆਪਸ਼ਨ ਹੈ ਬੁਰਾਈ ਦਾ ਵੀ ਆਪਸ਼ਨ ਹੈ ਔਰ ਸਾਡੇ ਕੋਲ ਕੈਪੇਬਿਲਿਟੀ ਵੀ ਹੈ ਕਿ ਅਸੀਂ ਚੂਜ਼ ਵੀ ਕਰ ਸਕਦੇ ਹਾਂ ਤੇ ਥੋੜਾ ਜਿਹਾ ਚੂਜ਼ ਵਾਈਜ਼ਲੀ। ਇਸੇ ਲਈ ਤਾਂ ਸਾਨੂੰ ਅਸ਼ਰਫੁਲ ਮਖਲੂਕਾਤ ਅੱਲਾਹ ਤਾਲਾ ਨੇ ਬਣਾ ਕੇ ਕਲਿਆ ਇੱਥੇ ਦੁਨੀਆ ਦੇ ਵਿੱਚ। ਬਟ ਜੀ ਹੁਣ ਇਸ ਤਰ੍ਹਾਂ ਹੈਗਾ ਕਿ ਤੁਸੀਂ ਕਾਲ ਕਰਨੀ 051809 ਤੁਸੀਂ ਬੈਠੀ ਚੰਗੀ ਨਹੀਂ ਲੱਗਦੀ। ਨਹੀਂ ਮੇਰਾ ਦਿਲ ਨਹੀਂ ਕਰ ਰਿਹਾ ਕੰਮ ਕਰਨ ਦਾ। ਮੈਨੂੰ ਤੁਹਾਡੇ ਲੱਸੀ ਤੁਹਾਨੂੰ ਲੱਗਦਾ ਗੋਡਿਆਂ 'ਚ ਇਫੈਕਟ ਕਰ ਗਈ ਹੈ ਮੈਨੂੰ ਲੱਗ ਰਿਹਾ ਹੈ। ਮੇਰੇ ਢਿੱਡ 'ਚ ਗੁੜੁਲ ਹੋ ਰਿਹਾ ਹੈਗਾ ਸੱਚੀ ਮੈਂ ਦੱਸਾਂ। ਲੱਸੀ ਨਹੀਂ ਪੀਣੀ ਚਾਹੀਦੀ ਸੀ ਹੈ ਨਾ। ਲੱਸੀ ਬਿਲਕੁਲ ਇਹ ਬੇਮੌਸਮੀ ਫਲ ਤੇ ਬੇਮੌਸਮੀ ਜਿਹੜੇ ਨਾ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਸੇਵਣੀਆਂ ਦੀ ਖੁਸ਼ਬੂ ਆ ਰਹੀ ਹੈ ਭੁੰਨਣ ਦੀ ਹੈ ਨਾ which is ਮਤਲਬ ਕਿ ਇੱਕਦਮ ਹੈ ਨਾ ਇਹਦਾ ਮਤਲਬ ਹੈ ਕਿ ਜਿਹੜੀਆਂ ਸਾਡੀਆਂ ਕਿੱਥੇ ਭਾਈ ਤੁਸੀਂ ਕਿੱਥੇ ਆ ਰਹੇ ਹੋ ਡਰਾਈ ਫਰੂਟ ਅਸੀਂ ਲੈ ਕੇ ਆਏ ਹਾਂ तो किससे बात कर रहे थे? मक्खी से होता है ऐसे ही होता है कुछ देर के बाद किचन में। अच्छा मुझे गल समझ नहीं आ रही है नान भी है ने ਤੇ ਧਨੀਆ ਵੀ ਹੈਗਾ ਤੇ ਨਾਲ ਸੇਵੀਆਂ। ਰੈਸਿਪੀ ਮਾਈ ਸਿਸਟਰ ਮੇਰੀ ਭੈਣ ਇਹ ਦੂਜੀ ਰੈਸਿਪੀ ਜਿਹੜੀ ਅਸੀਂ ਬਣਾਵਾਂਗੇ। ਅੱਛਾ ਸੇਵੀਆਂ ਅਸੀਂ ਭੁੰਨ ਲਈਆਂ ਨੇ ਤੇ ਚੀਨੀ ਹੁਣ ਅਸੀਂ ਇਸ ਸਟੇਜ ਦੇ ਉੱਤੇ ਸ਼ਾਮਿਲ ਕਰ ਲਈਏ। ਉਹਦੀ ਰੀਜ਼ਨ ਬਿਕਾਜ਼ ਜਿਹੜਾ ਇੱਕ ਕ੍ਰਿਸਪ ਆਫ ਸੇਵੀਆਂ ਹੈ ਨਾ ਮਤਲਬ ਹੈ ਕਿ ਉਹ ਮਨਚਾਨਾ ਥੋੜਾ ਸਾ ਮਜ਼ੀਦ ਉਹ ਜਿਹੜਾ ਰਿਚ ਹੋ ਜਾਏ ਠੀਕ ਹੈ। ਔਰ ਡਰਾਈ ਫਰੂਟ ਅਸੀਂ ਸ਼ਾਮਿਲ ਕੀਤੇ ਸਨ ਇਲਾਇਚੀ ਪਾਊਡਰ ਅਸੀਂ ਸ਼ਾਮਿਲ ਕੀਤਾ ਸੀ ਕਿਹੜਾ ਐਸੈਂਸ ਆਪਣੀ ਮਰਜ਼ੀ ਦਾ। ਮੇਰੇ ਕੋਲ ਜਿਹੜਾ ਕਿਹੜਾ ਐਸੈਂਸ ਪਿਆ ਹੋਇਆ ਨਾ ਜ਼ਾਫਰਾਨ ਉਹ ਬੜਾ ਜ਼ਬਰਦਸਤ ਹੈ ਜਨਾਬ। ਔਰ ਉਹ ਤੁਸੀਂ ਮਤਲਬ ਨਾਟ ਕਿਹੜਾ ਐਸੈਂਸ ਸੌਰੀ ਐਸੈਂਸ ਆਫ ਜ਼ਾਫਰਾਨ ਉਹ ਮੇਰੇ ਕੋਲ ਪਿਆ ਹੋਇਆ ਉਹ ਅਸੀਂ ਸ਼ਾਮਿਲ ਕਰਾਂਗੇ ਠੀਕ ਹੈ। ਤੇ ਜਨਾਬ ਜਿਹੜੀ ਦੂਸਰੀ ਰੈਸਿਪੀ ਹੈ ਗਾਣੇ ਤੋਂ ਜਾਣ ਤੋਂ ਪਹਿਲੇ ਮੈਂ ਕਹਿਣਾ ਕਿ ਉਹ ਮੈਂ ਦੱਸ ਦਿਆਂ ਜੀ ਪਲੀਜ਼ ਹੈ ਨਾ। ਮਾਸ਼ਾਅੱਲਾ ਜਨਾਬ ਸਵੇਰੇ ਸਵੇਰੇ ਤੁਸੀਂ ਵੇਖੋ ਕਿ ਤੁਹਾਨੂੰ ਇਹੋ ਜਿਹੇ ਨਾਨ ਮਿਲਦੇ ਨੇ ਠੀਕ ਹੈ ਕੁਲਚੇ ਵੀ ਮਿਲਦੇ ਨੇ ਨਾਨ ਵੀ ਮਿਲਦੇ ਨੇ। ਗੁਲਦਾਦ ਭਾਈ ਦਾ ਸ਼ੁਕਰੀਆ ਜੀ ਨਾਮ ਉਹ ਸਾਡੇ ਵਾਸਤੇ ਸਪੈਸ਼ਲ ਲੈ ਕੇ ਆਏ ਨੇ। ਔਰ ਪੇਸਨੀ ਨਾਨ ਤੁਸੀਂ ਖਾਏ ਨੇ ਖਾਦੇ ਨੇ ਨਹੀਂ ਖਾਦੇ ਨੇ ਮਤਲਬ ਬ੍ਰੈਡ ਪਕੌੜਾ ਤੇ ਖਾਦਾ ਹੋਏਗਾ ਤੇ ਬ੍ਰੈਡ ਪਕੌੜਾ ਨੂੰ ਜਦੋਂ ਤੁਸੀਂ ਨਾਨ ਦੇ ਉੱਤੇ ਬੇਸਨ ਨੂੰ ਲੇਪ ਕਰਕੇ ਇਹਦੇ ਉੱਤੇ ਮਾਸ਼ਾਅੱਲਾ ਜਦੋਂ ਤੁਸੀਂ ਉਹਨੂੰ ਕਰੋਗੇ ਫਰਾਈ ਇਸ ਮੌਸਮ ਦੇ ਵਿੱਚ ਤੁਹਾਨੂੰ ਪਕੌੜੇ ਵਾਲੇ ਨਾਨ ਜਾਂ ਨਾਨ ਪਕੌੜੇ ਜਿਹੜਾ ਤੁਹਾਨੂੰ ਲੁਤਫ ਹੈ ਘਰ ਦੇ ਵਿੱਚ ਤੁਸੀਂ ਫਰੈਸ਼ ਉਹਨੂੰ ਲੈ ਸਕਦੇ ਹੋ। ਤੇ ਉਹ ਰੈਸਪੀ ਜਨਾਬ ਮੈਂ ਸ਼ੇਅਰ ਕਰਾਂਗਾ ਥੋੜੀ ਦੇਰ 'ਚ ਹੈ ਨਾ। ਬੇਸਨੀ ਨਾਨ ਤੇ ਨਾਲੇ ਸੇਵੀਆਂ ਮਿੱਠਾ ਵੀ ਹੋ ਗਿਆ ਤੇ ਜਨਾਬ ਕੀ ਹੋ ਗਿਆ ਤੇ ਨਾਲ ਚਾਹ ਤੇ ਨਾਲ ਗਰਮ ਗਰਮ ਚਾਹ ਜਨਾਬ। ਤੇ ਇਸ ਵੇਲੇ ਇਸ ਮਿਊਜ਼ੀਕਲ ਬ੍ਰੇਕ ਲੈ ਲਈ ਜਾਏ ਮੇਰਾ ਖਿਆਲ ਹੈ ਕੀ ਖਿਆਲ ਹੈ ਨਾ। ਅੱਛਾ ਕਾਲ अस्सलाम वालेकुम। ਹਾਇਲਾ ਮਿਊਜ਼ੀਕਲ ਬ੍ਰੇਕ ਰੋਕੀ ਗਏ। ਵਾਲੇਕੁਮ ਸਲਾਮ ਜੀ ਜਨਾਬ ਕੌਣ ਤੁਹਾਡੇ ਨਾਲ ਤੇ ਕਿੱਥੋਂ? चौधरी निसार साहब गल कर रहे हो सर कितों कॉल कर रहे हो? बैरिया टाउन रावलपिंडी से। क्या बात है सर क्या बात है जनाब। सर जी की हाल है ਤੁਹਾਡਾ ठीक हो चंगे हो राजी हो वाल हो? अल्हम्दुलिल्लाह जी। ਤੇ ਸਰ ਜੀ ਕੀ ਕਰਦੇ ਹੋ ਜੀ? ਤੁਸੀਂ ਕੀ ਕਰਦੇ ਹੋ ਸਰ? ਮੇਰਾ ਕੰਮ ਪ੍ਰਾਪਰਟੀ ਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ ਅੱਲਾਹ ਤਾਲਾ ਤੁਹਾਨੂੰ ਬਰਕਤ ਦੇਵੇ ਤੁਹਾਡੇ ਕੰਮ ਦੇ ਵਿੱਚ। ਔਰ ਸਰ ਜੀ ਕੀ ਕਹਿਣਾ ਚਾਹੋਗੇ? ਕੀ ਰੇਟ ਚੱਲ ਰਿਹਾ ਜੀ ਬੈਰੀਆ ਦਾ? माशाल्लाह बहुत अच्छा प्रोग्राम है जी। बहुत शुक्रिया जी और बहुत कुछ सीखने वास्ते मिलता है। बहुत शुक्रिया सर जी। सर जी ਤੁਹਾਡਾ ਤਾਲੁਕ ਕਿੱਥੋਂ ਹੈ? मेरा बावल नगर ਨਾਲ ਜੀ ਬਾਵਲ ਨਗਰ ਤੋਂ। ਬਾਵਲ ਨਗਰ ਤੋਂ ਮਾਸ਼ਾਅੱਲਾ ਮਾਸ਼ਾਅੱਲਾ। ਤੇ ਤੁਸੀਂ ਮਤਲਬ ਮਾਸ਼ਾਅੱਲਾ ਫੈਮਿਲੀ ਦੇ ਨਾਲ ਹੀ ਇੱਥੇ ਸੈਟਲਡ ਹੋ? ਜੀ ਮਾਸ਼ਾਅੱਲਾ ਜੀ ਅੱਲਾਹ ਤਾਲਾ ਸਲਾਮਤ ਰੱਖੇ ਤੁਹਾਡੇ ਘਰ 'ਚ ਵੀ ਸਾਰਿਆਂ ਨੂੰ। ਕੀ ਕਹਿਣਾ ਚਾਹੋਗੇ ਪ੍ਰੋਗਰਾਮ ਦੇ ਵਿੱਚ ਕੀ ਸ਼ੈ ਤੁਹਾਨੂੰ ਚੰਗੀ ਲੱਗ ਰਹੀ ਹੈ? माशाल्लाह बहुत जबरदस्त प्रोग्राम है जी। इस प्रोग्राम च बहुत कुछ सीखने वास्ते मिलता ते अच्छी गल है जी जबरदस्त। बहुत शुक्रिया सर बहुत शुक्रिया कि ਤੁਹਾਡੇ ਕੁਝ ਸੁਜੈਸ਼ਨ ਤੁਸੀਂ ਦੇਣਾ ਚਾਹੋ? बस ठीक अच्छा जी जा रहा प्रोग्राम। अल्लाह ताला ਸਾਡੇ ਸਾਰਿਆਂ ਵਾਸਤੇ ਆਸਾਨੀ ਪੈਦਾ ਫਰਮਾਏ। ਆਮੀਨ ਆਮੀਨ ਆਮੀਨ। ਬਹੁਤ ਸ਼ੁਕਰੀਆ ਸਰ ਜੀ ਤੁਸੀਂ ਕਾਲ ਕੀਤੀ। ਪਹਿਲੀ ਵਾਰੀ ਸਰ ਕਾਲ ਕਰ ਰਹੇ ਹੋ?
जी पहली दफा कॉल की। सर जी चलिए बस जी, welcome, है ना welcome। आखिरी वाली नहीं होनी हालांकि मैं चाहिए। हालांकि मैं खुद रेडियो के प्रोग्राम भी होस्ट करना, अच्छा लेकिन ਇਹ ਪ੍ਰੋਗਰਾਮ ਤੁਹਾਡਾ ਮੈਨੂੰ ਬਹੁਤ ਅੱਛਾ ਲੱਗਿਆ। ਸਰ ਜੀ ਤੁਸੀਂ ਜ਼ਰੂਰ ਤਸ਼ਰੀਫ ਲੈ ਕੇ ਆਓ, ਤੁਸੀਂ ਤੇ ਬੈਠੇ ਹੀ ਹੋ ਨੇੜੇ ਹਾਂਜੀ, ਹੀ ਸਾਡੇ, ਤੇ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਤੁਸੀਂ ਆ ਕੇ ਆਪਣੇ ਪ੍ਰੋਗਰਾਮ ਦੇ ਹਵਾਲੇ ਨਾਲ ਗੱਲ ਕਰੋ, ਪੰਜਾਬੀ ਜ਼ਬਾਨ ਦੇ ਹਵਾਲੇ ਨਾਲ ਗੱਲ ਕਰੋ। ਤੇ ਜਿਹੜੀ ਸਾਡੀ ਟੀਮ ਹੈ MCR ਦੇ ਵਿੱਚ ਮੈਂ ਉਹਨਾਂ ਕੋਲ ਰਿਕੁਐਸਟ ਕਰਾਂਗਾ ਤੁਹਾਡਾ ਨੰਬਰ ਉਹ ਲੈ ਲੈਣ ਤੇ ਅਸੀਂ ਤੁਹਾਡੇ ਨਾਲ ਰਾਬਤਾ ਕਰਾਂਗੇ। ਫਾਰਮਲੀ ਇਨਵਾਈਟ ਕਰਾਂਗੇ ਜੀ ਤੁਹਾਨੂੰ। ਠੀਕ ਹੈ ਜੀ ਜ਼ਰੂਰ। ਬਹੁਤ ਸ਼ੁਕਰੀਆ ਸਰ ਜੀ, ਖੁਸ਼ ਰਹੋ, ਜੀਂਦੇ ਰਹੋ ਤੇ ਹੱਸਦੇ ਰਹੋ ਤੇ ਵਸਦੇ ਰਹੋ। ਅੱਛਾ ਇੱਕ ਵਕਤ ਆਇਆ ਸੀ ਤੇ ਜਿਹੜੇ ਪ੍ਰਾਪਰਟੀ ਦੇ ਬੂਮ ਆਏ ਸੀ ਜਿਹੜਾ ਸਹੀ ਪੀਕ ਦਾ ਟਾਈਮ ਸੀ, ਹਾਂ ਤੇ ਉਸ ਵੇਲੇ ਤੇ ਕਾਲ ਵੀ ਨਹੀਂ ਕਰਦੇ ਸਨ, ਮਤਲਬ ਕਿ ਇੰਨੇ ਬਿਜ਼ੀ ਹੁੰਦੇ ਸਨ। ਹਾਂ ਤੇ ਹੁਣ ਜਿਹੜਾ ਥੋੜਾ ਜਿਹਾ ਡੇਮ ਚੱਲ ਰਿਹਾ ਕੰਮ, ਬਟ ਇਹ ਕਿ ਜੀ ਅੱਲਾ ਸਭ ਦੇ ਕਾਰੋਬਾਰ ਨੂੰ ਬਰਕਤ ਦੇ ਨਾਲ ਚੱਲਦਾ ਫਿਰਦਾ ਰੱਖੇ ਤੇ ਬਰਕਤ ਰਵੇ ਤੇ ਸੌਈਆਂ ਪੱਕਦੀ ਰਹਿਣ ਤੇ ਚਾਹ ਬੰਦੀ ਰਵੇ ਤੇ ਬਾਗ ਲੱਗੇ music ਰਹਿਣ। ਤੇ ਬਾਗ ਲੱਗੇ ਰਹਿਣ। ठीक है फड़क करके आते हैं हम माशाल्लाह। और जनाब जिंदड़ी सारी सारी तेरे तो वारी वारी। अच्छा बहुत ही खूबसूरत मतलब है कि कुछ ਇਹੋ ਜਿਹੇ ਗੀਤ ਹੁੰਦੇ ਨੇ, ਮਤਲਬ ਅਸੀਂ ਕਹਿੰਦੇ ਹਾਂ ਕਿ ਜਨਾਬ ਬੈਸਟ ਨੇ ਜਿਹੜੇ ਕਿ ਮਤਲਬ ਪੁਰਾਣੇ ਬਹੁਤ ਪੁਰਾਣੇ ਜਿਹੜੇ ਗਾਣੇ ਨੇ ਉਹ ਤੇ ਹੈ ਹੀ ਨਹੀਂ, ਕਿਉਂਕਿ ਬਿਕਾਜ਼ ਦੇ ਆਰ ਵੈਰੀ ਓਰੀਜਨਲ ਸੌਂਗਸ। ਯਾ ਲਾਈਕ ਕਿ ਥਿੰਟਰੀ ਨਾ ਹੋ ਜਾਏ ਧਮਾਕੇਦਾਰ ਕਿਸਮ ਦੀ ਤੇ ਹੈ ਨਾ। ਤੁਸੀਂ ਦਰਵਾਜ਼ੇ ਤੇ ਚਲੇ ਜਾਓ। ਅੱਛਾ ਹੈ ਨਾ, ਮੈਂ ਕਿਹਾ ਸੀ ਨਾ ਤੁਹਾਨੂੰ। ਤੇ ਲੇਕਿਨ ਇਹ ਵਾਲਾ ਜਿਹੜਾ 뮤직 ਹੁਣ ਜਿਹੜਾ ਬਣ ਰਿਹਾ, ਮਤਲਬ ਕਿ ਮੈਂ अर्ਲੀ 2000s ਦੀ ਗੱਲ ਕਰ ਰਿਹਾ, ਉਸ ਤੋਂ ਬਾਅਦ ਜਿਹੜਾ ਮਤਲਬ ਕਿ अर्ਲੀ 2010s ਜਿਹੜੇ ਸਨ ਉਹਦੇ ਵਿੱਚ ਵੀ ਮਤਲਬ ਜ਼ਬਰਦਸਤ ਕਿਸਮ ਦਾ 뮤직 ਬਣ ਰਿਹਾ। ਤੇ ਹੁਣ ਤਾਂ ਜਿਹੜਾ ਬਣ ਰਿਹਾ ਜਿਹੜਾ ਜੈਨਜ਼ੀਸ ਕਰ ਰਹੇ ਨੇ, ਬਿਲਕੁਲ ਕੁਝ ਜੈਨਜ਼ੀਸ ਤਾਂ ਮੇਰੇ ਫੇਵਰਿਟ ਸਬਾਤ ਬਾਤਨ ਨੇ। ਯੈਸ ਹੀ ਇਜ਼ ਸਬਾਤ ਇਜ਼ ਮੈਨੂੰ ਲੱਗ ਰਿਹਾ ਉਹ ਕਿਉਂਕਿ 90s ਤੇ 2000 ਦਾ 뮤직 ਨੂੰ ਰਿਵਾਈਵ ਕਰ ਰਿਹਾ ਨਾ, ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਦੈਟਸ ਵਾਈ ਮੈਨੂੰ ਉਹਨਾਂ ਦਾ 뮤직 ਚੰਗਾ ਲੱਗਦਾ। ਰੀਸੈਂਟਲੀ ਹੀ ਗਾਟ ਮੈਰਿਡ ਆਲਸੋ, ਮਾਸ਼ਾਅੱਲਾ ਉਹਦੀ ਸ਼ਾਦੀ ਹੋ ਗਈ ਜੀ। ਪਾਗ ਲਗੇ ਰਹਿਣ, ਹਾਂਜੀ ਜ਼ਬਰਦਸਤ ਹੋ ਗਿਆ। ਤੇ ਜਨਾਬ ਸਵਈਆਂ ਪੱਕਦੀਆਂ ਰਹਿਣ ਤੇ ਜਨਾਬ ਸਵਈਆਂ ਸਾਡੀਆਂ ਪੱਕ ਰਹੀਆਂ ਨੇ ਔਰ ਅਸੀਂ ਬਿਲਕੁਲ ਹਲਕੀ ਆਂਚ ਕੀਤੀ ਹੋਈ ਹੈ, ਠੀਕ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਮਤਲਬ ਹੈ ਕਿ ਤੁਹਾਡੀਆਂ ਈਦ ਦਾ ਫੀਲ ਆ ਰਹੀ ਹੈ। ਫੀਲ ਆ ਰਹੀ ਹੈ ਨਾ। ਅੱਛਾ ਈਦ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਸੀ ਜਿਹਦਾ ਕਿ ਬਾਜ਼ੂ ਕੋ ਜਦੋਂ ਬਾਰਿਸ਼ ਲੱਗੀ ਹੁੰਦੀ ਸੀ ਰਾਤ ਨੂੰ, ਮਤਲਬ ਸੱਚੀ ਚਾਂਦ ਰਾਤ ਨੂੰ, ਔਰ ਕਿੰਨਾ ਮਤਲਬ ਕਿ ਅਸੀਂ ਕਹਿੰਦੇ ਸੀ ਯਾਰ ਚੰਦ ਨਹੀਂ ਨਜ਼ਰ ਆ ਰਿਹਾ, ਬੱਦਲ ਆਇਆ ਹੋਇਆ ਕੀ ਹੋਏਗਾ। ਰਾਤੀ 11 ਵਜੇ ਤੱਕ ਟੀਵੀ ਦੇਖ ਕੇ ਅਸੀਂ ਬੈਠੇ ਹਾਂ ਕਿ ਜਨਾਬ ਕਦੋਂ ਕੋਈ ਕਨਫਰਮੇਸ਼ਨ ਆਏਗੀ। ਫਿਰ ਜਦੋਂ ਅਚਾਨਕ ਤੋਂ ਇੱਕ ਚੀਜ਼ ਖਾਂਦੀ ਸੀ, ਚਾਂਦ ਨਿਕਲਿਆ। ਔਰ ਉਸ ਵੇਲੇ ਜਦੋਂ ਸਾਨੂੰ ਜਨਾਬ ਇੱਕਦਮ ਜਿਹੜੀ ਸਾਨੂੰ ਕਾਲ ਪੈਂਦੀ ਸੀ, ਅਸੀਂ ਕਹਿੰਦੇ ਸਾਂ ਫਟਾਫਟ ਹੁਣ ਸਫਾਈਆਂ ਵੀ ਹੋ ਜਾਣ, ਚੀਜ਼ਾਂ ਵੀ ਬਣ ਜਾਣ, ਸਭ ਕੁਝ ਹੋ ਜਾਏ, ਹੈ ਨਾ। ਕਾਲਰ ਹੈਲੋ अस्सलाम वालेकुम। वालेकुम अस्सलाम अमजद भाई, अमजद खान शिनवारी बहुत। क्या बात है सर। सोने हो तुसी ठीक हो, चंगे हो? वाह ਅਸੀਂ ਚੰਗੇ ਹਾਂ ਵਾਲਾ, ਤੁਸੀਂ ਸੁਣਾਓ, ਤੁਸੀਂ ਕਿਸ ਤਰ੍ਹਾਂ ਹੋ, ਠੀਕ ਹੋ? मैं बिल्कुल फिट फाट। अभी आप लोगों ने जो खूबसूरत सा ट्रैक सुनाया है ना, यकीन जाने दिल गार्डन गार्डन पी गया कसम। क्या बात है। और लेकिन मैं आप लोगों को एक समझो के इम्तिहान में डाल रहा हूँ। जी जी। गाने के अंदर मैंने रबाब देख लिया जो पश्तो कल्चर का है, और ये पगड़ देखा है, तो और ये लिबास मैं जरा कंफ्यूज हूँ कि ये पंजाब के किस इलाके का कल्चर है। तो मुझे तो कोई डीजी खान साइड लग रहा है। ਐਕਚੁਅਲੀ ਜਿਹੜੀ ਕੁੜੀ ਹੈਗੀ ਨਾ ਉਹ ਪੰਜਾਬ ਦੀ ਹੈ, ਤੇ ਜਿਹੜਾ ਮੁੰਡਾ ਉਹ ਪਸੰਦ ਕੀਤਾ ਉਹ KPK ਦਾ ਹੈਗਾ, ਤੇ ਅਸੀਂ ਦੋਨੋਂ ਕਲਚਰ ਰਲ ਕੇ ਫਿਰ 뮤직 ਬਣਿਆ। ਕਹਾਣੀ ਤਾਂ ਬਣਾਣੀ ਕੋਈ। अच्छा वो मुंडा की था। ਇਹ ਤੁਹਾਨੂੰ ਅਸਲ 'ਚ ਆਪਣੀ ਸਟੋਰੀ ਦੱਸ ਰਹੇ ਨੇ, ਇਹੋ ਜੀ ਕੋਈ ਗੱਲ ਨਹੀਂ, ਠੀਕ ਹੈ। एक्चुअली मुझे ना ये बहुत ज्यादा अच्छा लगा है उसका लिबास, गेटअप, और वो गाना तो वाकई कमाल का, तो शायरी तो इसलिए मैंने क्वेश्चन किया है पाकिस्तान के कल्चर को, उस एक ही लड़के में जो है ना वो एम्बॉस किया है कल्चर को सारे सूबे का, तो मुझे इसलिए अच्छा लगा है। ਤੁਸੀਂ ਬਿਲਕੁਲ ਤੁਹਾਡੀ ਜਿਹੜੀ ਆਬਜ਼ਰਵੇਸ਼ਨ ਬੜੀ ਜ਼ਬਰਦਸਤ ਹੈ ਅਮਜਦ ਭਾਈ। ਹਾਂ ਔਰ ਉਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੀ ਸਾਡੀ ਸਰਾਇਕੀ ਬੈਲਟ ਹੈ ਉਹਦੇ ਵਿੱਚ ਮਤਲਬ ਫਿਊਜ਼ਨ 뮤직 ਮਤਲਬ ਜ਼ਬਰਦਸਤ ਉਹ ਕਰਦੇ ਨੇ, ਔਰ ਮਤਲਬ ਹੈ ਕਿ ਉਹ ਮਤਲਬ ਬਹੁਤ ਸਾਰੇ ਐਕਸਪੈਰੀਮੈਂਟੇਸ਼ਨਸ ਕਰਦੇ ਨੇ। ਤੁਸੀਂ ਅਤਾਉਲਾ ਸਾਹਿਬ ਦੇ ਗੀਤ ਬਿਲਕੁਲ ਬਿਲਕੁਲ, ਤੁਸੀਂ ਮਤਲਬ ਐਸੇ ਸ਼ਿਫਾਉਲਾ ਰੋਕੜੀ ਸਾਹਿਬ ਦਾ 뮤직 ਸੁਣੋ, ਹੁਣ ਮਤਲਬ ਜ਼ਿਸ਼ਾਨ ਰੋਕੜੀ ਜਿਹੜਾ ਫਿਊਜ਼ਨ ਕਰ ਰਹੇ ਨੇ। ਹੁਣ ਤੇ ਅਗਲੀ ਨਸਲ ਜਿਹੜੀ ਉਹ 뮤직 ਲੈ ਕੇ ਚੱਲ ਰਹੀ ਹੈ ਨਾ, ਤੇ ਉਹ ਆਪਣਾ ਕਲਚਰ ਤੇ ਲੈ ਕੇ ਆ ਹੀ ਰਹੇ ਨੇ। ਬਟ ਉਹੀ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਸੀ ਇਸ 14 ਅਗਸਤ ਦੇ ਉੱਤੇ ਵੀ ਕਿ ਪਾਕਿਸਤਾਨ ਗੁਲਦਸਤਾ ਜਨਾਬ ਬਹੁਤ ਸਾਰੇ ਕਲਚਰਸ ਦਾ, ਜ਼ੁਬਾਨਾਂ ਦਾ, ਔਰ ਫਿਰ ਉਹੀ ਗੱਲ ਹੈ ਕਿ ਜਦੋਂ ਅਸੀਂ ਪੰਜਾਬ 'ਚ ਸ਼ੋਅ ਕਰਨੇ ਆ ਤੇ ਤੁਸੀਂ ਮਤਲਬ ਹੈ ਕਿ ਪਸ਼ਤੋ ਸਪੀਕਰ ਸਾਡੇ ਭਰਾ ਜਦੋਂ ਕਾਲ ਕਰਦੇ ਹੋ, ਇਹੀ ਸਾਡੀ ਮੈਨੂੰ ਚੰਗਾ ਲੱਗਦਾ ਹੈ ਨਾ, ਤੇ ਖੁਸ਼ੀ ਹੈ। ਹਾਲਾਂਕਿ ਅਮਜਦ ਭਾਈ ਐਬਸੈਂਟ ਰਹੇ ਨੇ ਪੂਰਾ ਇੱਕ ਹਫਤਾ ਮੈਨੂੰ ਲੱਗ ਰਿਹਾ।
अच्छा हमाद भाई, एक और बात बता दूं, ये इंजीनियरिंग डिपार्टमेंट से रिक्वेस्ट है, जब मैं कॉल करता हूँ या कोई भी कॉल करता है तो आप लोगों की आवाज जो है ना उनको बहुत मध्यम सुनाई देती है, इसलिए अच्छा। कॉलर बाज दफा आप लोगों को रिस्पॉन्स नहीं दे पाता। अच्छा ओके, तो ठीक अभी हो भी गया। आप लोगों की जो डिस्कशन हुई है वो मैंने बहुत कम मतलब सुनी है, मुझे सही तरह से समझ भी नहीं आई। बाज दफा इसलिए आप लोग क्वेश्चन करते हैं और हम जवाब नहीं दे पाते। सही हो गया, तो ठीक है। इंजीनियरिंग डिपार्टमेंट से दरखास्त है कि प्लीज इस पे जरा करें, ठीक है। मैं खुरम साहब को बाकी स्पेशल पूरी टीम को दिल से दुआएं और पाकिस्तान हमेशा जिंदाबाद। बहुत शुक्रिया बहुत जी। शुक्रिया अमजद भाई खुरम साढ़े बड़े चंगे भरा ने। अच्छा मैं तुहानू मतलब एक्सप्लेन कर दियां, इस मसले ਦਾ ਇੰਜੀਨੀਅਰਿੰਗ ਡਿਪਾਰਟਮੈਂਟ ਨਾਲ ਕੋਈ ਤਾਲੁਕ ਹੈ ਹੀ ਨਹੀਂ ਡਾਇਰੈਕਟਲੀ। ਉਹਦੀ ਰੀਜ਼ਨ ਐਵੇਂ ਕਿ ਜਦੋਂ ਮਕਸਦ ਹੈ ਕਿ ਉਹਨਾਂ ਤੁਹਾਡੀ ਜਿਹੜੀ ਆਵਾਜ਼ ਸਾਨੂੰ ਆਉਂਦੀ ਹੈ ਨਾ ਉਹ ਨੀਵੀਂ ਹੋਵੇ ਤੇ ਫਿਰ ਤੇ ਮਤਲਬ ਸਾਡੇ ਵੱਲੋਂ ਮਸਲਾ ਹੈ। ਲੇਕਿਨ ਜਿਸ ਤਰ੍ਹਾਂ ਮਤਲਬ ਹੈ ਕਿ ਸਾਡੀ ਆਵਾਜ਼ ਜਿਹੜੀ ਉਹ ਜਾਂਦੀ ਉਹ ਡਾਇਰੈਕਟ ਐਜ਼ ਇਟ ਇਜ਼ ਹੀ ਜਾਂਦੀ ਹੈ, ਮਤਲਬ ਹੈ ਕਿ ਜਿੰਨੀ ਟੈਲੀਫੋਨ ਲਾਈਨ ਦੇ ਵਿੱਚ ਜਾਂਦੀ ਹੁੰਦੀ ਹੈ, ਠੀਕ ਹੈ। ਤੇ ਉਹ ਗੱਲ ਹੈ ਕਿ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕੋਈ ਇਸ ਮਸਲੇ ਨੂੰ ਅਸੀਂ ਸੌਰਟ ਆਊਟ ਕਰ ਸਕੀਏ ਤੇ ਜ਼ਰੂਰ ਅਸੀਂ ਕਰਾਂਗੇ, ਠੀਕ ਹੋ ਗਿਆ। अच्छा वो आ कह रहे ने बारिश की वजह से भी ऐसा होता है। बारिश की हाँ सॉरी नहीं वाकई सही कह रहे हैं, लैंडलाइंस ने माय डिस्टर्ब हो कैमरा गए हैं। पर्सन इज सो हैप्पी एंड शाय राइट नाउ। एक इकट्ठा ही इमोशन आया ਉਹਨਾਂ ਇੱਕ ਨੂੰ। ਗੱਲ ਹੋਰ ਮੈਂ ਕਲੀਅਰ ਕਰ ਦਵਾਂ ਜੀ, ਜੀ ਜੀ, ਕਿ ਜੀ। ਜਿਹੜੀ ਬਾਰਿਸ਼ ਹੋ ਰਹੀ ਹੈ ਤੇ ਉਹਦੇ ਨਾਲ ਵੀ ਉਹ ਵਨ ਆਫ ਦ ਰੀਜ਼ਨ ਕਿ ਲਾਈਨ ਜਿਹੜੇ ਨੇ ਉਹ ਡਿਸਟਰਬ ਨੇ। ਬਿਲਕੁਲ ਸਹੀ। ਉਹ ਅਮਜਦ ਭਾਈ ਦੀ ਜਿਹੜੀ ਕੰਪਲੇਨ ਹੈਗੀ ਹੈ ਬਿਲਕੁਲ ਦੁਰਸਤ ਹੈਗੀ ਹੈ। ਅੱਛਾ ਜੀ बना अच्छा भी जी, लो फोन अमाद, चेक करो कि जनाब जल्दी जल्दी बनाया, मुझे भूख लगी है। लेडीज एंड जेंटलमैन रेडी हो गई ने और सिर्फ ऐसी वेट करें कि हल्का जा जरा घ्यो है ऑयल है वो सैपरेट हो जाए, ठीक है। रहमत भाई जो तुहानू सहमत ना होवे ते ए चेक करो माशाल्लाह जनाब इस वेले बिल्कुल रेडी हो गई ने। अच्छा ते इस तरह दोबारा ये रेडी हो गई हैं और ऐसी जनाब थोड़ी देर से इनू एक बारी फिर अच्छा ना ज्यादा कोई बहुत पतली भी नहीं है ना? ਤੇ ਬਹੁਤ ਜ਼ਿਆਦਾ ਗਾੜੀ ਵੀ ਨਹੀਂ। और सिर्फ ਅਸੀਂ Consistency ਆਇਲ ਜਿਹੜੀ ਜਾਂ ਨਾ, ਘਿਓ ਹਾਂ। ਸੈਪਰੇਟ ਹੋਣ ਦਾ ਵੇਟ ਕਰ ਰਹੇ ਹਾਂ ਤੇ ਇਹਨੂੰ ਜਨਾਬ ਅਸੀਂ ਹੁਣ ਬਿਲਕੁਲ ਹਲਕੀ ਆਂਚ ਤੇ ਸਟੀਮ ਤੇ ਰੱਖ ਦਿਆਂਗੇ। ਬਹੁਤ ਜ਼ਿਆਦਾ ਹੁਣ ਤੁਸੀਂ ਚੂਲਾ ਤੇਜ਼ ਨਹੀਂ ਕਰਨਾ। ਅੱਛਾ ਜੀ ਜਲਦੀ ਨਾਲ ਇਸ ਪਾਸੇ ਆਉਂਦੇ ਹਾਂ, ਜਿਹੜੇ ਅਸੀਂ ਜਨਾਬ ਬੇਸਨੀ ਨਾਨ ਬਣਾਉਣ ਲੱਗੇ ਹਾਂ ਉਹਦੀ ਰੈਸਪੀ ਤੁਹਾਨੂੰ ਦੱਸ ਦਿਆਂ ਕਿਉਂਕਿ ਸਾਡੇ ਜਿਹੜੇ ਪਰੋਣੇ ਨੇ ਉਹ ਪਹੁੰਚ ਗਏ ਨੇ, ਉਹਨਾਂ ਨੇ ਠੀਕ ਹੋ ਗਿਆ, ਬਣਾਉਣਾ ਹੈ। ਠੀਕ ਹੋ ਗਿਆ। ਉਹਦੇ ਵਾਸਤੇ ਜਨਾਬ ਅਸੀਂ ਕੀ ਕੀਤਾ, ਇਹ ਚੈੱਕ ਕਰੋ ਬੇਸਨ ਦੇ ਉੱਤੇ ਅਸੀਂ ਕੀ ਪਾਇਆ, ਛੋਟਾ ਜਿਹਾ ਪਿਆਰਾ ਜਿਹਾ ਇਹ ਮਿੱਠਾ ਸੋਡਾ। ਠੀਕ ਹੈ। ਔਰ ਮਿੱਠਾ ਸੋਡਾ Not baking soda? ਨਾਟ ਬੇਕਿੰਗ ਸੋਡਾ, ਮਿੱਠਾ ਸੋਡਾ। ਬੇਕਿੰਗ ਸੋਡਾ ਥੋੜਾ ਜਿਹਾ ਬੇਕਿੰਗ ਪਾਊਡਰ ਸੋਡਾ ਤੇ ਮਿੱਠਾ ਸੋਡਾ ਇੱਕ ਹੀ ਚੀਜ਼ ਹੁੰਦੀ ਹੈ ਬਾਜੀ। ਤੇ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਦਿਸ ਇਜ਼ ਅ ਡਿਫਰੈਂਟ ਥਿੰਗ। ਤੇ ਬੇਕਿੰਗ ਪਾਊਡਰ ਯੈਸ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਦੋ ਸੈਪਰੇਟ ਚੀਜ਼ਾਂ ਨੇ। ਮੈਂ ਇੱਕ ਵਾਰੀ ਤੁਹਾਨੂੰ ਪਹਿਲੇ ਦੱਸਿਆ ਸੀ ਨਾ ਹਾਂ, ਮੈਂ ਭੁੱਲ ਕਿ ਗਈ ਅਸੀਂ ਸਾਂ। ਬੇਕਿੰਗ ਪਾਊਡਰ ਪਾਣਾ ਸੀ ਤੇ ਅਸੀਂ ਕੇਕ ਦੇ ਵਿੱਚ ਅਸੀਂ ਬੇਕਿੰਗ ਸੋਡਾ ਪਾ ਛੜਿਆ ਤੇ ਫਿਰ ਅਸੀਂ ਕੇਕ ਚਖਿਆ, ਫਿਰ ਅਸੀਂ ਉਹਨੂੰ ਸੁੱਟ ਦਿੱਤਾ, ਫਿਰ ਕਾਵਾਂ ਨੇ ਆ ਕੇ ਚਖਿਆ, ਫਿਰ ਉਹਨਾਂ ਨੇ ਵੀ ਨਹੀਂ ਖਾਇਆ, ਉਹਨੇ ਰੀਲੋਕੇਟ ਕਰਤਾ। ਰੀਲੋਕੇਟ ਕਰ ਗਏ ਮਾਸ਼ਾਅੱਲਾ। ਹਾਲਾਂਕਿ 80 ਸਾਲ ਤੱਕ ਜਿਹੜਾ ਕਾਂ ਹੈ ਨਾ ਉਹ ਰਹਿੰਦਾ ਹੈ, ਲੇਕਿਨ ਉਹ ਮਤਲਬ ਕਿ 8 ਮਿੰਟ ਦੇ ਵਿੱਚ ਗਾਇਬ ਹੋਏ ਨੇ, ਨਜ਼ਰ ਨਹੀਂ ਆਏ। ਔਰ ਬੇਕਿੰਗ ਜਿਹੜਾ ਪਾਊਡਰ ਜਾਂ ਸੋਡਾ ਜੋ ਵੀ ਤੁਸੀਂ ਸ਼ਾਮਿਲ ਕਰ ਰਹੇ ਹੋ, ਇਹ ਜਿਹੜਾ ਮੈਂ ਸ਼ਾਮਿਲ ਕੀਤਾ ਹੈ ਇਹ ਬੇਕਿੰਗ ਸੋਡਾ ਹੈ। ਇਹਦੀ ਕੁਆਂਟੀਟੀ ਬਿਲਕੁਲ ਇੱਕ ਚੁਟਕੀ, ਜ਼ਿਆਦਾ ਨਹੀਂ, ਤਾਂ ਕਿ ਜਿਹੜਾ ਤੁਹਾਡਾ ਬੇਸਨ ਹੈ ਉਹ ਜਿਹੜਾ ਫੁੱਲ ਜਾਏ, ਫਲਫੀ ਜਿਹਾ ਤੁਹਾਡਾ ਨਾਨ ਹੈ ਉਹ ਬਣੇ। ਤੇ ਬੇਕਿੰਗ ਜਿਹੜਾ ਪਾਊਡਰ ਹੈ वो तुसी थोड़ा ज़्यादा शामिल कर सकते हैं। ठीक हो गया जी। अस्सलाम वालेकुम जी वालेकुम अस्सलाम जी। कौन बात कर रही है, कहाँ से थे, ना भी दस दो। मिसेस परवेज कराची से, पहले भी एक दफा आपसे बात की थी मिसेस परवेज डे केयर के सिलसिले में भी ना, याद होगा आपको। मैं अक्सर करती हूँ और आपके चैनल को भी फॉलो करती हूँ। बहुत शुक्रिया मिसेस परवेज, कैसी हैं आप? ठीक है, आपसे हम उर्दू में बात करें तो 14 अगस्त पे तो कमाल ही कर दिया। तीनों दिन आप लोगों ने इतने कौमी नगमे और इतने अच्छे प्रोग्राम, इतने पुराने गाने। जी बहुत शुक्रिया जी। कोशिश हमारी है कि हम ये जज्बा जो है वो कायम रखें। बिल्कुल जी, आप यकीन करें कि मेरी छोटी पोती है 2 साल की, वो तो झंडे को इतना प्यार करती है, सो स्वीट, कि अभी से उसके ज़हन में हमने डाल दिया कि ये पाकिस्तान का फ्लैग करती जी। क्रेडिट गोस टू यू। तो ਤੁਸੀਂ ਜਿਹੜੇ ਕੰਮ ਕਰ ਰਹੇ ਹੋ ਨਾ ਐਜ਼ ਅ ਦਾਦੀ ਤੇ ਐਜ਼ ਅ ਪੇਰੈਂਟ ਜਿਹੜੇ ਕੰਮ ਤੁਸੀਂ ਕਰ ਰਹੇ ਹੋ ਉਹ ਬੱਚਿਆਂ ਦੇ ਵਿੱਚ ਨਜ਼ਰ ਆਉਂਦਾ ਹੈ। हाँ जी, क्योंकि हम लोगों में है, अब तो ओल्ड एज है, लेकिन हमने अपने बड़ों से सीखा, अब हम आगे कन्वे कर रहे हैं। ਜ਼ਬਰਦਸਤ ਜ਼ਬਰਦਸਤ ਜੀ। ਲੱਗ ਤਾਂ ਨਹੀਂ ਰਿਹਾ ਕਿ ਮੈਨੂੰ 올ਡ ਏਜ ਹੈਗੀ ਹੈ, ਇੰਨੀ ਤੁਹਾਡੀ ਖੂਬਸੂਰਤ ਆਵਾਜ਼ ਹੈਗੀ। नहीं जी, बस जब 60 क्रॉस कर ले इंसान तो बड़ा हो जाता है ना। नहीं हाँ नहीं होता। अच्छा अल्लाह आपको ऐसा ही रखे। अच्छा, बस आपकी दुआएं चाहिए। आप भी इतना अच्छा कर रही हैं प्रोग्राम, लेकिन मैं चाह रही थी कि आपके जो सीनियर्स हैं, जो आपके सारे हैं, उनको भी मेरा ये पैगाम जरूर जाहिर है। जी जी। उनकी गाइडेंस होगी तो आप लोगों ने इस तरह के प्रोग्राम किए हैं ना, जैसे मिस्टर कहवान हैं या
हत्ता के दुबई से इतने अच्छे प्रोग्राम किए हैं, उनके नाम मुझे इतने नहीं आते, लेकिन शायद मिस्टर जाकिर हैं। जी जी जी। क्या है, मैं शायद पूरा नाम उनको नहीं पता। अच्छा, क्या नाम है उनका, पेशावर से जो कर रहे हैं आजकल, जकी कर रहे हैं, हाँ, और दुबई से अलग हुए हैं प्रोग्राम्स। मैंने तो सारे आपके ही देखे हैं प्रोग्राम, और किसी चैनल पे मुझे कहीं कुछ नजर आया नहीं। अच्छा, तो मैं तो हमेशा से देखती हूँ, लेकिन कुछ स्टाफ मुझे आपका थोड़ा कम लग रहा था, जैसे पहले होते थे ना। माजबीन मुझे कहीं नजर नहीं आई है। अच्छा, और एक दो लोग और नहीं, शायद वो कोई कुछ और उन्होंने ज्वाइन कर लिया, मुझे अंदाजा भाई देखो ना, मतलब माशाल्लाह गल है ना कि बहुत सारे लोग ने जेड़ा वो मतलब अपना लाइफ या अपना इवेंट एक्टिविटी भी एंजॉय करना चाह रहे हैं। जो सीनियर, उनको भी मेरा पैगाम ये जरूर पहुंचाइएगा, एनकरेजमेंट। बहुत शुक्रिया, थोड़ा जेड़ा सलाम है वो पहुंच चुके हैं। और अगर आपके नंबर तो उठा ही नहीं रहा था, क्योंकि वही गल है, सच लाइन एक ही है ना, तो बहुत सारे माशाल्लाह जेड़े साडे भैन भ्रा ट्राई कर रहे होंगे। मैंने कहा नहीं, अब तो मैं कर दूं, इससे पहले की बात पुरानी हो, तो रहिएगा इंशाल्लाह ताला। फिर मैं रिपीट में सुनूंगी, अभी तो मुझे समझ नहीं आ रही इतनी आवाज, आप लोगों का जवाब नहीं समझ। कोई गल नहीं, क्योंकि जेड़े लाइन है ना, बारिश की वजह से थोड़ा जिहा इशू आ रहे हैं। रिपीट से तुसी जरूर देखना है प्रोग्राम, ठीक है? 4 बजे ते राती 10:30 बजे ते फॉर द ओवरसीज पाकिस्तानी जनाब दस दियां कल सवेरे 5 बजे भी ਤੁਸੀਂ K2 ਸੈਰ ਪੰਜਾਬ ਦੇ ਰੰਗ ਵੇਖ ਸਕਦੇ ਹੋ। ਜਿਹੜੇ ਸੱਜਣੇ ਵੀ ਸਾਡੇ ਮਾਰਨਿੰਗ ਸ਼ੋ ਨੇ ਉਹਦਾ ਇੱਕ ਰਿਪੀਟ ਹੁੰਦਾ ਹੈ, ਉਹ ਬਿਲਕੁਲ अर्ਲੀ ਮਾਰਨਿੰਗ ਵੀ ਹੁੰਦਾ ਹੈ। ਅੱਛਾ ਜੀ, ਜਿਹੜੀ ਸਾਡੀ ਸੇਵੀਆਂ ਨੇ ਉਹ ਮਾਸ਼ਾਅੱਲਾ ਬਿਲਕੁਲ ਇਸ ਵੇਲੇ ਹਲਕੀ ਆਂਚ ਤੇ ਅਸੀਂ ਰੱਖੀਆਂ ਨੇ, ਤੇ ਸਾਈਡ ਤੋਂ ਜਿਹੜਾ ਉਹਨਾਂ ਦਾ ਕਰੰਚ ਹੈ ਨਾ, ਜਿਹੜਾ ਆਇਲ ਦੀ ਵਜ੍ਹਾ ਤੋਂ ਉਹ ਆਣਾ ਸ਼ੁਰੂ ਹੋ ਗਿਆ ਐਂਡ ਸਮਹਾਉ ਜਨਾਬ ਇਹਨਾਂ ਨੇ ਆਇਲ ਸੈਪਰੇਟ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਠੀਕ ਹੈ, 2 ਤੋਂ 3 ਮਿੰਟ ਮੈਂ ਇਹਨਾਂ ਨੂੰ ਮਜ਼ੀਦ ਰੱਖਾਂਗਾ ਤਾਂ ਕਿ ਜਿਹੜੀ ਇਹਦੀ ਕਸਰ ਹੈ ਉਹ ਪੂਰੀ ਹੋ ਜਾਏ। ਅੱਛਾ ਜੀ, ਇਸ ਸਟੇਜ ਦੇ ਉੱਤੇ ਅਸੀਂ ਕੀ ਕੀਤਾ, ਅਸੀਂ ਸ਼ਾਮਿਲ ਕੀਤਾ ਜਨਾਬ ਇਹਦੇ ਵਿੱਚ ਹਰੀ ਮਿਰਚ ਤੇ ਹਰਾ ਧਨੀਆ, ਜਿਹੜਾ ਕਿ ਮੈਨੂੰ ਬੜਾ ਚੰਗਾ ਲੱਗਦਾ ਔਰ ਉਹ ਬੜਾ ਮਤਲਬ ਹੈ ਕਿ ਤੁਹਾਨੂੰ ਇੱਕ ਜ਼ਬਰਦਸਤ ਜੋਇਫੁਲ ਜਿਹਾ ਜਨਾਬ ਇੱਕ ਫਲੇਵਰ ਦੇਗਾ। ਲਾਲ ਮਿਰਚ ਪਾਊਡਰ ਅਸੀਂ ਸ਼ਾਮਿਲ ਕਰ ਰਹੇ ਹਾਂ। ਠੀਕ ਹੈ, जो तुहाडे घर दे विच लाल मिर्च पाउडर जरा मतलब सॉरी मिर्चां लोग शौक नाल खांदे ने, किधर अच्छे तरीके से शामिल कीजिए आप। नमक असी शामिल कर रहे हैं। अच्छा, मीठा सोडा मैं पहले उन्होंने विस्कर की मदद नाल जिहड़ा साडा जिहड़ा मिक्सचर है उहदे मदद नाल मैं उन्होंने बिल्कुल मिक्स कर लिया जनाब। दड़ा मिर्च बड़ी ज़रूरी है। और जीरा जो तुहाडे कोल माशाअल्लाह जीरा पाउडर है तो वह भी बड़ा एसेंशियल है। मैं सॉरी मिस कर गया इंग्रीडियंट्स कुछ, तो वो तुसीं ज़रूर शामिल करना है। ठीक है, और बिल्कुल सिंपल जी रेसिपी है। हुण असीं जनाब पानी पा के इहनूं मतलब इन्ना मतलब इहदी कंसिस्टेंसी इन्नी रखनी है कि जिहड़ा साडा नान है उहदे उत्ते एक जबरदस्त पेस्ट लग जाए। ठीक है, और थोड़ा जिहा उहनूं पतला ही रखो। उहदी रीज़न है कि पतला रहेगा तो फिर वो इक्वली जनाब पक भी जाएगा, इक्वली जनाब किधरों को कच्चा भी नहीं रहेगा, और मतलब इन्ना पतला भी नहीं रखना, मतलब थोड़ी सी फनकारी जी वो रिक्वायर्ड है। अस्सलाम वालेकुम। अस्सलाम वालेकुम मेरे प्यारे प्यारे भराओ। वालेकुम अस्सलाम, की हाल है मेरी भैन, ठीक हो तुसी? अल्लाह का शुक्र है मेरे भाई, आपको देख के तो बहुत ही खुशी होती है ना। बहुत शुक्रिया, बहुत शुक्रिया, हो जाता है। बहुत शुक्रिया जनाब, तुहाड़ियां दुआवां ने। दुआ जी ठीक हो तुसी? बिल्कुल ठीक साहब, फर्स्ट क्लास। ते की कर रहे हो जनाब? ते मौसम दी दसो ते जनाब की हो रहा है घर दे विच, की पका रहे हो इस वेले? आज से कोई बारिश का मौसम अच्छे नहीं हो रहा। वाले है पकोड़े वाले पराठे, आलू वाले नान किसी बना रहे हो, बेसन वाले बेसनी नान। हाँ जी, बेसनी नान असी बना रहे हैं। ते चेक करो इस वेले बना रहे हो, दाल सेवियां बना रहे हो। वाह जी वाह, है ना? बारिश का सारा सामान हो रहा है। बारिश का जनाब मौसम में असी बड़ी ट्राई की थी कि किसी तरीके तुहानू बारिश विखा सकीए, बट अनफॉर्चुनेटली जरा हो नहीं पा रहा हो। लेकिन जनाब ए जरा तुसी चेक करो, इतना ज्यादा मुंह च मेरे पानी आ रहा है, तो की करां है ना? तुसी जरूर ट्राई करना है, तो तुसी जरूर जनाब फीडबैक सानू देना है। ठीक है, और फीडबैक देने का तरीका सोशल मीडिया भी, ते कॉल तो फिर तुसी कर ही लैंदे हो। ते आज तुहाडी की मतलब है कि मेन्यू की है? तुहानू पता है मेरा बैलेंस खत्म हो गया, तो फटाफट बैलेंस मंगवाया किसी को। मैं तो मान भाई का शो आ रहा है, फटाफट मैंने बैलेंस दे दो तो मैं कॉल कर। अल्लाह की कसम है। बहुत शुक्रिया दुआ जी। तुहाडा की अज दा मेन्यू है, की तुसी बना रहे हो? ਅਸੀਂ ਅੱਜ ਬਣਾਵਾਂਗੇ, अभी तो मैंने कोई आइडिया नहीं आ रहा, लेकिन कल ਅਸੀਂ बनाया ਸੀ आलू वाले पराठे, भिंडी बहुत आलू के पराठे, परांठे। रीता जी ਤੁਸੀਂ ਤਾਂ ਬੜੀ ਸੋਹਣੀ ਪੰਜਾਬੀ ਬੋਲਣ ਲੱਗ ਗਏ ਹੋ, ਕੀ ਗੱਲ ਹੈ? ਬੜੇ ਸੋਹਣੇ ਪੰਜਾਬੀ ਹੋ ਗਏ, ਕੀ ਗੱਲ ਹੈ? सोहनी पंजाबी हो गई मेरी, बड़ी सोहनी पंजाबी तरक्की कर रहे हो, तरक्की। बस जी कदी कदी मोजे हो जाते हैं। नहीं नहीं, बड़ी सोहनी तरक्की कर रहे हो, सही गल है। थैंक यू सो मच, बहुत शुक्रिया दुआ जी। ते तुसी कह रहे हो कि मुंह च पानी आ गया है?
ਬੜਾ ਪਾਣੀ ਆ ਰਿਹਾ ਕਸਮੇ ਮੈਂ ਤੁਹਾਡੇ ਪਿੰਡ ਤੂੰ ਦਵਾਣੇ ਦੀ ਨਾ ਨਹੀਂ ਤੁਹਾਡੇ ਤੇ ਮੂੰਹ ਤੇ ਪਾਣੀ ਆ ਗਏ, ਇੱਥੇ ਤੇ ਗਲੀਆਂ 'ਚ ਪਾਣੀ, ਸੜਕਾਂ ਤੇ ਪਾਣੀ 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 ਹੋ ਗਿਆ ਇੱਥੇ। ਪਾਣੀ ਹੋ ਗਿਆ ਮਾਰ ਭਾਈ ਇਹਦੇ ਵਿੱਚ ਪੁਦੀਨਾ ਵੀ ਕੱਟ ਕੇ ਪਾ ਲਾ, ਪੁਦੀਨਾ ਪੁਦੀਨਾ ਇਹਦੇ ਚ ਪੁਦੀਨਾ ਵੀ ਤੁਸੀਂ ਕਹਿ ਰਹੇ ਹੋ ਸ਼ਾਮਿਲ ਕਰਾਂ, ਮਤਲਬ ਦੈਟਸ ਅ ਗੁੱਡ ਹਾਂ ਜੀ ਸੁਜੈਸ਼ਨ। ਪੁਦੀਨਾ ਪਾ ਕੇ ਬਹੁਤ ਸੋਹਣਾ ਸਵਾਦ ਹੋ ਜਾਂਦਾ, ਬਹੁਤ ਸਵਾਦ ਹੋ ਜਾਂਦਾ। ਮੈਂ ਹਾਲੇ ਤੇ ਨਹੀਂ ਮੇਰੇ ਕੋਲ, ਲੇਕਿਨ ਨੈਕਸਟ ਜਦੋਂ ਮੈਂ ਇਨਸ਼ਾਅੱਲਾ ਬਣਾਵਾਂਗਾ ਤੇ ਜ਼ਰੂਰ ਸ਼ਾਮਿਲ ਕਰਾਂਗਾ। ਤੁਹਾਡੀ ਜਿਹੜੀ ਸੁਜੈਸ਼ਨ ਹੈ ਉਹ ਮੈਂ ਜ਼ਰੂਰ ਇਨਸ਼ਾਅੱਲਾ ਉਹਨੂੰ ਫੋਲੋ ਕਰਾਂਗਾ। ਹੋ ਗਈ ਸਹੀ ਤਿਆਰ, ਜ਼ਬਰਦਸਤ। ਯੈਸ ਹੁਣ ਤੁਸੀਂ ਚੈੱਕ ਕਰੋ, ਮੈਨੂੰ ਜ਼ਰੂਰਤ ਨਹੀਂ ਪਈ। ਬਹੁਤ ਸ਼ੁਕਰੀਆ ਦੁਆ ਜੀ ਤੁਹਾਡੀ ਸੋਹਣੀ ਜੀ ਕਾਲ ਦਾ, ਔਰ ਇਸੇ ਤਰ੍ਹਾਂ ਜਨਾਬ ਸ਼ਾਮਿਲ ਰਿਹਾ ਕਰੋ ਪ੍ਰੋਗਰਾਮ ਦੇ ਵਿੱਚ। ਔਰ ਇਹਨੂੰ ਅਸੀਂ ਆਏ ਗਰਮ ਖਵਾਤੀਨੋ ਜ਼ਰਾ ਧਿਆਨ ਕਰਨਾ ਤੁਸੀਂ, ਅਸੀਂ ਇਹਨੂੰ ਇੱਥੇ ਰੱਖ ਦਿੰਦੇ ਹਾਂ, ਠੀਕ ਹੈ, ਕਿਉਂਕਿ ਅਸੀਂ ਬਿਲਕੁਲ ਉਹਨੂੰ ਖਾਲੀ ਕਰ ਲਿਆ, ਠੀਕ ਹੈ। ਔਰ ਹੁਣ ਅਸੀਂ ਆਪਣੀ ਮਰਜ਼ੀ ਦੇ ਡਰਾਈ ਫਰੂਟਸ ਨਾਲ ਇਹਨੂੰ ਕਰ ਲੈਣਾ ਹੈ ਗਾਰਨਿਸ਼, ਠੀਕ ਹੈ ਜਨਾਬ। ਸਾਡੇ ਕੋਲ ਜਿਹੜਾ ਹੈ ਉਹ ਇਸ ਵੇਲੇ ਮਾਸ਼ਾਅੱਲਾ ਪਿਸਤਾ ਹੈ, ਕਿਸ਼ਮਿਸ਼ ਹੈ, ਠੀਕ ਹੈ, ਉਹਦੀ ਜਨਾਬ ਬਦਲਣ ਅਸੀਂ ਕਰਨਾ ਹੈ ਗਾਰਨਿਸ਼। ਤੇ ਜਨਾਬ ਜਿਹੜੀ ਤੁਹਾਡੀ ਰੈਸਪੀ ਹੈ ਸੇਵੀਆਂ, ਅੱਛਾ ਚੈੱਕ ਕਰੋ ਕਿ ਤੁਹਾਨੂੰ ਬਿਲਕੁਲ ਤਰੱਦੁਦ ਨਹੀਂ ਕਰਨਾ ਪਿਆ ਨਾ। ਅੱਛਾ ਹੁਣ ਦੁੱਧ ਵਾਲੀਆਂ ਨੇ ਵੀ ਨੇ ਤੇ ਡਰਾਈ ਵੀ ਨੇ। ਤੇ ਹੁਣ ਜਦੋਂ ਮੇਰੇ ਭੈਣ ਜੀ ਜਦੋਂ ਜਨਾਬ ਟਰਾਈ ਕਰਨਗੇ ਇਹਨੂੰ ਚੱਕ ਕੇ, ਤੇ ਜੈਨੂਇਨਲੀ ਉਹਨਾਂ ਦੇ ਚਿਹਰੇ ਤੇ ਆ ਜਾਂਦਾ ਤਾਸੁਰ। ਨਹੀਂ ਕੋਈ ਚੀਜ਼ ਚੰਗੀ ਲੱਗਦੀ ਨਾ ਤੇ ਫਿਰ ਉਹਦੀ ਤਾਰੀਫ ਉਹ ਇੰਜ ਕਰ ਦੇਣਗੇ, ਬਹੁਤ ਅੱਛੀ ਹੈ, ਲੇਕਿਨ ਜਦੋਂ ਵਾਕਈ ਚੰਗੀ लगती है फिर मैं फाड़ लेना, फिर मैं बोलती नहीं है ना, फिर मैं खाती रहनी है। हाँ तो जनाब हम ट्राई कराते हैं हम जनाब। अच्छा एक बड़ी ज़रूरी गल जी मैं हमेशा करना, हाँ ਜਿਹੜੀਆਂ ਤੁਹਾਡੀਆਂ ਭੈਣਾਂ ਹੁੰਦੀਆਂ ਨੇ ਨਾ, ਸਕੀਆਂ ਭੈਣਾਂ ਨੇ ਜਾਂ ਮਾਸ਼ਾਅੱਲਾ ਸਕੀਆਂ ਤੋਂ ਵੱਧ ਕੇ ਵੀ ਮਾਸ਼ਾਅੱਲਾ ਕੁਝ ਭੈਣਾਂ ਹੁੰਦੀਆਂ ਨੇ, ਉਹਨਾਂ ਦਾ ਜਿਹੜਾ ਮਤਲਬ ਹੈ ਕਿ ਇੱਕ ਹੱਕ ਹੈ ਜਾਂ ਜਿਹਨੂੰ ਹੱਕ ਇਹਨੂੰ ਕਹੋਗੇ ਜਾਂ ਜੋ ਵੀ ਕਹੋਗੇ ਕਿ ਮਤਲਬ ਹੈ ਕਿ ਜੇ ਅਸੀਂ ਆਪਣੀ ਰਿਲੀਜੀਅਸ ਤਾਲੀਮਾਤ ਨੂੰ ਵੀ ਫੋਲੋ ਕਰੀਏ ਤੇ ਭੈਣ ਦੇ ਘਰ ਜਦੋਂ ਜਾਓ ਜਾਂ ਭੈਣ ਵਾਸਤੇ ਜਦੋਂ ਕੁਝ ਵੀ ਜਾਓ ਮਿਲਣ ਜਾਓ ਤੇ ਕੁਛ ਨਾ ਕੁਛ ਲੈ ਕੇ ਜਾਓ ਆਪਣੀ ਇਸਤਾਦ ਆਪਣੀ ਹਸੀਅਤ ਦੇ ਮੁਤਾਬਿਕ, ਵਿਚ ਇਜ਼ ਵੈਰੀ ਇੰਪੋਰਟੈਂਟ। ਔਰ ਉਹਦੀ ਬਰਕਤ ਤੁਹਾਨੂੰ ਬੜੀ ਪੈਂਦੀ ਹੈ, ਉਹਦਾ ਬਰਕਤ ਦਾ ਇਫੈਕਟ ਤੁਹਾਨੂੰ ਬਿਲਕੁਲ ਫੀਲ ਹੁੰਦਾ ਹੈ। खामोशी हुए या अल्लाह खैर, मैं नहीं बोलती मेरे चे सेवियां बोल दी नहीं, बाकी बड़े मजे के, सीरियसली मजे के, या अल्लाह खैर, अल्लाह दी कसम मजेदार। ब्रेक च पता चलेगा। अच्छा नहीं मजेदार बिल्कुल जनाब, साडा बैटर हो गया रेडी और बिस्मिल्लाहिर्रहमानिर्रहीम जनाब हम नसी जा रहे हैं एक और म्यूजिकल ब्रेक की जाने। उससे पहले मैं हकूना मटाटला करके जनाब अपना चूल्हा बालना है और मैं हूं तुहानू तरीका दस दियां कि जनाब सब तो पहले तुसी ओनू मतलब ऑयल ला लेना थोड़ा जा, ये मतलब अच्छा घ्यो दे विच बनांदे हो ते फिर भी ठीक है, लेकिन मतलब देसी घ्यो होवे ते फिर ठीक है, लेकिन जे देसी घ्यो नहीं है तो फिर कोशिश करो जो दूसरा घ्यो है इहनूं अवॉइड करो ते ऑयल यूज़ करो। मैनूं लगदा है कि ठीक है ना। ये मार वाकई बहुत मजे के बने है ना, मिठा बहुत ही कंट्रोल मिठा माशाल्लाह। हालांकि मैं देखो अनकंट्रोल्ड किस्म के आदमी ने कंट्रोल्ड मिठा पा के जनाब एक चीज़ से जनाब फिर वही गल है कि जनाब एक साड़ी की कहना चाहिए एक कलैक्टिव एफर्ट होती है हर चीज़ के विच, क्योंकि माशाल्लाह मैं चीनी भुल गया सा एंड गुलदाद भाई समहाउ मैनेज्ड, उन्होंने जनाब इंग्रेडिएंट्स पैदा किए और मैं क्रेडिट देना चाहवागा गुलदाद भाई नूं कि इट्स बीन लाइक माशाल्लाह 14 ईयर्स K2 पे मॉर्निंग शोज़ का सिलसिला हम कर रहे हैं। 14 साल तो माशाल्लाह मॉर्निंग शो हो रहा है K2 सैर विद मिशी खान, दैन उसके अलावा बहुत सारे ऐसे माशाल्लाह प्रोग्राम किए। फिर माशाल्लाह तकरीबन 4 साल 5 साल तो K2 सैर विद रिदा इमरान, फिर असी पंजाब दे रंग स्टार्ट किया, बहुत कुछ असी एक्सपेरीमेंटेशन की है। ਤੁਹਾਨੂੰ ਨਵੇਂ ਚਿਹਰੇ ਨਜ਼ਰ ਆਏ ਨੇ, ਤੁਹਾਨੂੰ ਨਵੇਂ ਪ੍ਰੋਡਿਊਸਰਸ ਦਾ ਨਾਮ ਸੁਣਨ ਨੂੰ ਮਿਲਿਆ, ਕੈਮਰਾਮੈਨ ਸਾਡੇ ਮਾਸ਼ਾਅੱਲਾ ਚੇਂਜ ਹੋਏ, ਬਟ ਇੱਕ ਜਿਹੜੀ ਹਸਤੀ ਹੈ ਨਾ ਉਹਨਾਂ ਦਾ ਜਿਨ੍ਹਾਂ ਦਾ ਨਾਮ ਜਨਾਬ ਗੁਲਦਾਦ ਭਾਈ, ਹਾਂ ਉਹ ਇੱਥੇ ਹੀ ਨੇ ਤੇ ਇੱਥੇ ਹੀ ਜਨਾਬ ਉਹ ਆਪਣੀ ਜਿਹੜੀ ਉਹਨਾਂ ਦੀ ਇੱਕ ਪ੍ਰੈਜ਼ੈਂਸ ਹੈ ਉਹਨੂੰ ਉਹ ਖੂਬਸੂਰਤੀ ਦੇ ਨਾਲ ਆਉਂਦੇ ਨਾ ਜਾਂ ਲੇਟ ਹੋ ਜਾਵਾਂ ਤੇ ਇਹਨੂੰ ਇੰਨੀ ਕੋਈ ਖਾਮੋਸ਼ੀ ਲੱਗ ਰਹੀ ਹੁੰਦੀ ਹੈ। ਬਿਲਕੁਲ ਇੱਕ ਸਪੋਰਟ ਜਿਹੜੀ ਹੈ ਨਾ ਉਹਨਾਂ ਨੂੰ ਵੇਖਣਾ ਵੀ ਲੱਗਦਾ ਸਪੋਰਟ ਹੈਗੀ, ਟਰੂ ਨਜ਼ਰ ਆ ਗਏ ਨੇ ਬਸ ਠੀਕ ਹੈ। ਐਂਡ ਸਮਹਾਉ ਹੀ ਮੈਨੇਜਡ ਥਿੰਗਸ, ਕੋਈ ਇਹ ਨਹੀਂ ਕਿ क्योंकि बहुत सारिया चीज़ां लाइव शोज़ दे विच हो जांदियां ने और कोई जान बुझ के कोई भी शरारतन है जी हरकत नहीं करना चाहता। कौन अपना कोई काम खराब करेगा? बिल्कुल बिल्कुल जिहड़ा उहदा जॉब है क्यों खराब करेगा, लेकिन फिर वही गल है कि जो कोई मसला मसाइल हो जिस तरह आज होया तो किने मैनेज किया, उन्होंने मैनेज किया एंड माशाल्लाह साडे जिहड़े मॉर्निंग शोज़ ने उन्हां दी ओह बैकबोन ने एंड वी आर ब्लेस्ड कि हमारे ਜਿਹੜੇ ਸਾਡੇ ਜਿਹੜੇ ਮੈਂਬਰ ਨੇ ਉਹ ਸਾਡੇ ਨਾਲ ਨੇ ਤੇ ਅੱਲਾਹ ਤਾਲਾ ਗੁਲਦਾਦ ਭਾਈ ਤੁਹਾਨੂੰ ਬਹੁਤ ਤਰੱਕੀ ਦੇਵੇ, ਇੱਜ਼ਤ ਦੇਵੇ ਤੇ ਜਨਾਬ ਸਾਡੀ ਟੀਮ ਦਾ ਤੁਸੀਂ ਹਿੱਸਾ ਰਹੋ। ਬਹੁਤ ਸ਼ੁਕਰੀਆ ਤੁਹਾਡਾ। ਮਿਊਜ਼ਿਕਲ ਬ੍ਰੇਕ ਹੋ ਜਾਵੇ ਹੁਣ ਜਨਾਬ। ਅੱਛਾ ਮੈਂ ਸਿਰਫ ਦੱਸ ਦਿਆਂ ਕਿ ਇਹ ਚੈੱਕ ਕਰੋ ਉਹਨਾਂ ਨੇ ਪੁੱਠਾ ਪਾ ਦਿੱਤਾ ਹੈ, ਠੀਕ ਹੈ। ਬੇਸਨ ਦਾ ਜਿਹੜਾ ਮਸਾਲਾ ਸੀ ਉਹ ਅਸੀਂ ਲੇਪ ਕੀਤਾ ਨਾਨ ਦੇ ਉੱਤੇ ਔਰ ਹਲਕੀ ਆਂਚ ਦੇ ਉੱਤੇ, ਦਰਮਿਆਨੀ ਆਂਚ ਦੇ ਉੱਤੇ, ਕਿਉਂ
ਬਿਕਾਜ਼ ਅਸੀਂ ਰੋਟੀ ਸਾੜਨੀ ਨਹੀਂ ਹੈ, ਤੁਸੀਂ ਬੇਸਨ ਨੂੰ ਚੰਗੇ ਤਰੀਕੇ ਨਾਲ ਪਕਾਉਣਾ ਹੈ ਔਰ ਇਸ ਸਟੇਜ ਦੇ ਉੱਤੇ ਬੇਸਨ ਮਤਲਬ ਬਿਲਕੁਲ ਪਕੌੜੇ ਦੀ ਸ਼ਕਲ ਦੇ ਵਿੱਚ ਜ਼ਬਰਦਸਤ ਬਣ ਜਾਏਗਾ। ਮਤਲਬ ਹੈ ਕਿ ਉਹ ਕਿਉਂਕਿ ਅਸੀਂ ਮਿੱਠਾ ਸੋਡਾ ਵੀ ਸ਼ਾਮਿਲ ਕੀਤਾ ਹੈ। ਫਿਰ ਅਸੀਂ ਇਹਨੂੰ ਪਲਟਾਣਾ ਹੈ, 1-2 ਮਿੰਟ ਐਸੀ ਸਾਈਡ ਤੋਂ ਵੀ ਫਰਾਈ ਕਰਨਾ ਹੈ ਤੇ ਜਨਾਬ ਇੱਥੇ ਬੇਸਨ ਨਹੀਂ ਆਣਾ ਨਹੀਂ ਅੱਛਾ ਇੱਕ ਸਾਈਡ ਤੇ ਇੱਕ ਸਾਈਡ ਜਿਹੜੀ ਤੁਹਾਡੀ ਮਤਲਬ ਹੈ ਕਿ ਰੋਟੀ ਮਤਲਬ ਕੀ ਕਹਿਣਾ ਚਾਹੀਦਾ ਕਿ ਤੁਹਾਨੂੰ ਪਰਾਠੇ ਦਾ ਵੀ ਫਲੇਵਰ ਆ ਰਿਹਾ ਹੈ ਜਾਂ ਰੋਟੀ ਦਾ ਵੀ ਫਲੇਵਰ ਆ ਰਿਹਾ ਹੈ ਤੇ ਬੇਸਨ ਦੇ ਪਕੌੜਿਆਂ ਦਾ ਵੀ ਫਲੇਵਰ ਆ ਰਿਹਾ ਹੈ ਨਾ ਇਨ ਵਨ ਡਿਸ਼। ਜਨਾਬ ਚੱਲ ਕੇ ਦੇਖੋ ਜ਼ਬਰਦਸਤ ਟਰੈਕ ਹਦੀਕਾ ਕਿਆਨੀ ਦਾ ਟਰੈਕ ਹੈ ਪੰਜਾਬੀ ਦੇ ਵਿੱਚ ਹੈ ਨਾ ਜੋਗੀ ਤੁਸੀਂ ਹੋਵੋ ਤੇ ਹਦੀਕਾ ਨਾ ਹੋਵੇ ਹੋ ਨਹੀਂ ਸਕਦਾ। ਇਟਸ ਅ ਵੈਰੀ ਉਹ ਮਤਲਬ ਹੈ ਕਿ अर्ਲੀ 2000s ਦਾ ਟਰੈਕ ਹੈ ਜੋਗੀ ਬਣ ਕੇ ਆ ਔਰ ਉਸ ਵੇਲੇ ਬੜਾ ਯੂਨੀਕ ਦਾ ਕਨਸੈਪਟ ਸੀ। ਕਨਸੈਪਟ ਐਸੀ ਕਿ ਉਹਨਾਂ ਨੇ ਮਤਲਬ ਹੈ ਕਿ ਉਹ ਵੈਸੇ ਵੀ ਗੈਟਅਪਸ ਬਹੁਤ ਕਰਦੇ ਨੇ ਬਟ ਇਸ ਵੀਡੀਓ ਦੇ ਵਿੱਚ ਵੀ ਉਹ ਜੋਗੀ ਬਣ ਕੇ ਆ ਉਹਨਾਂ ਨੇ ਅਪਲਾਈ ਕੀਤਾ ਕਿ ਉਹ ਜੇ ਅੰਗਰੇਜ਼ਣੀ ਹੋਏਗੀ ਤੇ ਉਹ ਕਿਸ ਤਰ੍ਹਾਂ ਆਪਣੇ ਲਵਰ ਨੂੰ ਬੁਲਾਏਗੀ, ਜੇ ਉਹ ਕੋਈ ਚਾਈਨੀਜ਼ ਹੈ ਤੇ ਉਹ ਕਿਸ ਤਰ੍ਹਾਂ ਬੁਲਾਏਗੀ, ਜੇ ਉਹ ਕੋਈ ਮਤਲਬ ਹੈ ਕਿ ਸਮੁੰਦਰੀ ਪਾਇਰੇਟਸ ਨੇ ਤੇ ਉਹ ਕਿਸ ਤਰ੍ਹਾਂ ਬੁਲਾਣਗੇ। ਜੀ ਆਇਆਂ ਨੂੰ ਵੈਲਕਮ ਬੈਕ। ਤੁਸੀਂ ਵੇਖ ਰਹੇ ਹੋ ਪੰਜਾਬ ਦੇ ਰੰਗ ਜੀ ਤੇ ਇਸ ਤਰ੍ਹਾਂ ਦੇ ਰੰਗ ਜਿਹੜੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ ਬਟ ਹੁਣ ਜਿਹੜਾ ਰੰਗ ਮੈਂ ਸ਼ੇਅਰ ਕਰਨ ਲੱਗੀ ਹਾਂ ਜੀ ਉਹ ਪੁਰਾਣਿਆਂ ਦਾ ਰੰਗ ਹੈਗਾ ਜੀ। ਚੌਧਰੀ ਮੁਸ਼ਤਾਕ ਸਾਹਿਬ ਜਿਹੜੇ ਨੇ ਉਹ ਟੈਲੀਵਿਜ਼ਨ ਹੋਸਟ ਵੀ ਨੇ ਤੇ ਐਂਕਰ ਰੇਡੀਓ ਐਂਕਰ ਵੀ ਨੇ ਤੇ ਪ੍ਰਾਪਰਟੀ ਦੇ ਨਾਲ ਉਹਨਾਂ ਦਾ ਤਾਲੁਕ ਹੈ। ਕੁਝ ਜਾਣਾ ਪਛਾਣਾ ਜਿਹਾ ਤਾਰਫ ਮੈਨੂੰ ਲੱਗ ਰਿਹਾ ਲੇਕਿਨ ਜੀ ਵੈਲਕਮ ਕਰਾਂਗੇ ਜੀ। अस्सलाम वालेकुम सर। वालेकुम सलाम। ਕੀ ਹਾਲ ਚਾਲ ਹੈਗਾ? ਅਲਹਮਦੁਲਿਲਾ। ਤੁਸੀਂ ਚੇਅਰਮੈਨ ਹੋ ਪ੍ਰਾਪਰਟੀ ਐਸੋਸੀਏਸ਼ਨ ਬੈਰੀਆ ਟਾਊਨ ਦੇ? ਜੀ ਅਲਹਮਦੁਲਿਲਾ ਮੈਂ ਮਾਰਕੀਟ 'ਚ ਬੈਰੀਆ ਟਾਊਨ ਰਾਵਲਪਿੰਡੀ ਤੋਂ ਪਿਛਲੇ 7-8 ਸਾਲ ਤੋਂ ਚੇਅਰਮੈਨ ਹਾਂ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਠੀਕ ਹੋ ਗਿਆ ਜੀ। ਤੇ ਪ੍ਰਾਪਰਟੀ ਤੇ ਕੰਮ ਤੇ ਨਾਲੇ ਰੇਡੀਓ ਜੌਕੀ ਤੇ ਹੋਸਟਿੰਗ ਵੀ ਇਹ ਮੇਰਾ ਸ਼ੌਕ ਹੈ ਜੀ। ਟੀਵੀ ਤੇ ਵੀ ਮੈਂ ਅਲਹਮਦੁਲਿਲਾ ਪਿਛਲੇ ਕੋਈ 5-6 ਸਾਲ ਤੋਂ ਸਹਿਰੀ ਟ੍ਰਾਂਸਮਿਸ਼ਨ ਵੀ ਕਰਨਾ ਟੀਵੀ ਤੇ। ਸਹਿਰੀ ਹੁੰਦੀ ਜਾਂ ਅਫਤਾਰੀ ਦਾ ਪ੍ਰੋਗਰਾਮ ਹੁੰਦਾ ਮੇਰੇ ਕੋਲ ਅੱਛਾ ਔਰ FM 99.40 ਤੇ ਮੈਂ ਪੰਜਾਬ ਰੰਗ ਅੱਛਾ ਪੰਜਾਬੀ ਦਾ ਚੈਨਲ ਹੈ ਅੱਛਾ ਤੇ ਉਸ ਤੇ ਵੀ ਹੋਸਟ ਕਰਨਾ ਪ੍ਰੋਗਰਾਮ ਹਰ ਜਮਰਾਤ ਸ਼ਾਮ ਨੂੰ 4 ਤੋਂ 6 ਵਜੇ ਤੱਕ ਮੇਰਾ ਚੱਲਦਾ। ਤੇ ਪੰਜਾਬੀ ਜ਼ੁਬਾਨ ਜਿਹੜੀ ਹੈਗੀ ਹੈ ਤੁਸੀਂ ਤੇ ਅਸੀਂ ਵੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਸਿਕਿਉਰ ਕਰਨ ਦੀ ਉਹਨੂੰ ਪ੍ਰੀਜ਼ਰਵ ਕਰਨ ਦੀ ਤੇ ਕਿਸ ਹੱਦ ਤੱਕ ਅਸੀਂ ਕਾਮਯਾਬ ਹੋ ਗਏ ਨੇ? ਅਸੀਂ ਕਾਮਯਾਬ ਤਾਂ ਹੋਵਾਂਗੇ ਅਗਰ ਅਸੀਂ ਆਪਣੇ ਘਰ 'ਚ ਵੀ ਪੰਜਾਬੀ ਬੋਲਾਂਗੇ, ਆਪਣੇ ਬੱਚਿਆਂ ਨਾਲ ਵੀ ਪੰਜਾਬੀ ਬੋਲਾਂਗੇ। ਅਗਰ ਅਸੀਂ ਆਪਣੇ ਬੱਚਿਆਂ ਦੇ ਨਾਲ ਇੰਗਲਿਸ਼ 'ਚ ਗੱਲ ਕਰਾਂਗੇ ਜਾਂ ਉਰਦੂ 'ਚ ਗੱਲ ਕਰਾਂਗੇ ਤੇ ਫਿਰ ਅਸੀਂ ਕਾਮਯਾਬ ਨਹੀਂ ਹੋਵਾਂਗੇ। ਤੇ ਬਲਕਿ ਅਕਸਰ ਤੁਸੀਂ ਦੇਖਿਆ ਹੋਣਾ ਕਿ ਜਿਸ ਟਾਈਮ ਅਸੀਂ ਆਪਣੇ ਬਜ਼ੁਰਗਾਂ ਦੇ ਕੋਲ ਬੈਠੇ ਹੁੰਦੇ ਆ ਤੇ ਸਾਨੂੰ ਬੜਾ ਹੀ ਚੰਗਾ ਲੱਗਦਾ ਜਿਸ ਟਾਈਮ ਸਾਡੇ ਬਜ਼ੁਰਗ ਪੰਜਾਬੀ 'ਚ ਗੱਲ ਕਰਦੇ ਨੇ ਤੇ ਜਾਂ ਬਜ਼ੁਰਗਾਂ ਦੇ ਨਾਲ ਫਿਰ ਸਾਡੇ ਬੱਚੇ ਬੋਲਦੇ ਨੇ ਪੰਜਾਬੀ ਦੇ ਵਿੱਚ ਜਾਂ ਬਜ਼ੁਰਗ ਬੱਚਿਆਂ ਦੇ ਨਾਲ ਪੰਜਾਬੀ 'ਚ ਗੱਲ ਕਰਦੇ ਤੇ ਬੜਾ ਚੰਗਾ ਲੱਗਦਾ। ਤੇ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਥੋੜਾ ਜਿਹਾ ਬੱਚਿਆਂ ਦੇ ਨਾਲ ਟਾਈਮ ਗੁਜ਼ਾਰਨਾ ਚਾਹੀਦਾ ਪੰਜਾਬੀ ਦੇ ਵਿੱਚ ਹੀ, ਆਪਣੀ ਜ਼ੁਬਾਨ ਦੇ ਵਿੱਚ। ਪੰਜਾਬੀ ਤੋਂ ਮੁਰਾਦ ਜਿਹੜੀ ਜ਼ੁਬਾਨ ਨਾਲ ਵੀ ਅਸੀਂ ਤਾਲੁਕ ਰੱਖਦੇ ਆ ਸਾਨੂੰ ਉਸ ਜ਼ੁਬਾਨ 'ਚ ਆਪਣੇ ਬੱਚਿਆਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਤੇ ਜਿਹੜੀ ਸਾਡੀ ਨਸਲ ਹੈਗੀ ਹੈ ਖੁਦਾ ਨਾ ਖਾਸਤਾ ਆਖਰੀ ਨਸਲ ਤੇ ਨਹੀਂ ਪੰਜਾਬੀ ਜ਼ੁਬਾਨ ਬੋਲਣ ਦੇ ਹਵਾਲੇ ਨਾਲ? ਨਹੀਂ, ਮੇਰਾ ਖਿਆਲ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਮੈਂ ਪੰਜਾਬ ਦੇ ਬਾਰੇ 'ਚ ਕਹਾਂਗਾ ਕਿ ਪੰਜਾਬ 'ਚ ਪੰਜਾਬੀ ਚੈਨਲ ਚੱਲ ਰਿਹਾ, ਇਸੇ ਤਰ੍ਹਾਂ ਖੈਬਰ ਪਖਤੂਨਖਵਾ ਦੇ ਵਿੱਚ ਪਸ਼ਤੋ ਚੈਨਲ ਚੱਲ ਰਹੇ, ਸਿੰਧੀ ਚੱਲ ਰਹੇ ਨੇ, ਬਲੋਚਿਸਤਾਨ 'ਚ ਬਲੋਚੀ ਚੱਲ ਰਹੇ ਨੇ। ਤੇ ਮੇਰਾ ਨਹੀਂ ਖਿਆਲ ਕਿ ਆਖਰੀ ਨਸਲ ਹੋਏਗੀ ਬਲਕਿ ਇਸ ਵਿੱਚ ਮਜ਼ੀਦ ਤਰੱਕੀ ਹੋਏਗੀ ਕਿ ਮਜ਼ੀਦ ਲੋਕ ਦਿਲਚਸਪੀ ਰੱਖ ਰਹੇ ਨੇ ਔਰ ਆਪਣੀ ਜ਼ੁਬਾਨ ਨੂੰ ਪਸੰਦ ਕਰਦੇ ਨੇ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਅੱਛਾ ਤੁਸੀਂ ਟੈਲੀਵਿਜ਼ਨ ਸ਼ੋਅ ਵੀ ਹੋਸਟ ਕਰਦੇ ਹੋ ਤੇ ਰੇਡੀਓ ਸ਼ੋਅ ਵੀ ਕਰਦੇ ਹੋ ਜਿਹੜੇ ਪੰਜਾਬ ਰੰਗ ਤੁਸੀਂ ਕਰਦੇ ਹੋ ਨਾ? ਜੀ ਜੀ, ਪੰਜਾਬ ਤੁਸੀਂ ਕੀ ਪ੍ਰੈਜ਼ੈਂਟ ਕਰਦੇ ਹੋ ਉਸ ਸ਼ੋਅ ਦੇ ਵਿੱਚ? ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਤਰਬੀਅਤੀ ਪ੍ਰੋਗਰਾਮ ਹੋਵੇ ਤਾਂ ਕਿ ਅਸੀਂ ਆਉਣ ਵਾਲੀ ਨਸਲ ਨੂੰ ਦੱਸੀਏ ਕਿ ਵੀ ਕਿਸ ਤਰ੍ਹਾਂ ਤੁਸੀਂ ਤਰੱਕੀ ਕਰ ਸਕਦੇ ਹੋ ਤੇ ਉਹ ਜੋ ਟਾਪਿਕ ਚੱਲ ਰਿਹਾ ਹੋਵੇ, ਜੋ ਮਕਸਦ ਹੋਵੇ, ਜਿਸ ਤਰ੍ਹਾਂ 14 ਅਗਸਤ ਦਾ ਹੋਵੇ ਤੇ 14 ਅਗਸਤ ਦੇ ਬਾਰੇ ਦੀ ਗੱਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਈਦ ਮਿਲਾਦੁਨ ਨਬੀ ਆਉਂਦੀ ਤੇ ਈਦ ਮਿਲਾਦੁਨ ਨਬੀ ਦੇ ਬਾਰੇ 'ਚ ਦੱਸਿਆ ਜਾਂਦਾ ਤਾਂ ਕਿ ਬੱਚਿਆਂ ਦੇ ਵਿੱਚ ਸ਼ਊਰ ਪੈਦਾ ਹੋਵੇ। ਬਿਲਕੁਲ ਇਸ ਤਰ੍ਹਾਂ ਹੀ ਹੈ। ਤਰਬੀਅਤ ਦਾ ਇੱਕ ਬਹੁਤ ਇੰਪੋਰਟੈਂਟ ਮੈਨੂੰ ਲੱਗਦਾ ਹੈ ਐਲੀਮੈਂਟ ਹੈਗਾ ਜੀ ਰੇਡੀਓ ਤੇ ਟੈਲੀਵਿਜ਼ਨ ਬੋਥ ਜਿਹੜੇ ਬਹੁਤ ਜ਼ਰੂਰੀ ਹੈ। ਲੇਕਿਨ ਟੀਵੀ ਤੇ ਜਿਹੜਾ ਪੰਜਾਬੀ ਕਲਚਰ ਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈਗਾ ਉਹ ਥੋੜਾ ਜਿਹਾ ਮੈਂ ਉਸ ਦੇ ਨਾਲ ਇਖਤਲਾਫ ਕਰਨੀ ਆ। ਤੁਸੀਂ ਐਗਰੀ ਕਰਦੇ ਹੋ ਕਿ ਜਿਹੜਾ ਪੰਜਾਬੀ ਮਤਲਬ ਕਾਮੇਡੀ ਵਿਖਾਉਂਦੇ ਨੇ, ਜਿਹੜਾ ਭਾਂਡਪਨ ਵਿਖਾਉਂਦੇ ਨੇ ਉਹ ਪੰਜਾਬੀ ਕਲਚਰ ਦਾ ਹਿੱਸਾ ਦੇ ਨਹੀਂ? ਨਹੀਂ, ਮੇਰਾ ਖਿਆਲ ਸੀਰੀਅਸ ਪ੍ਰੋਗਰਾਮ ਹੋਣੇ ਚਾਹੀਦੇ ਹੈ। ਜਿਸ ਤਰ੍ਹਾਂ ਸੀਰੀਅਸ ਜੋ ਗੁਫ਼ਤਗੂ ਘਰਾਂ 'ਚ ਹੁੰਦੀ ਆ, ਜੋ ਸਾਡਾ ਮਾਹੌਲ ਆ ਪਿੰਡਾਂ ਦਾ, ਉਸ ਟੌਪਿਕ ਤੇ ਗੱਲ ਹੋਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਵੀ ਪਤਾ ਚੱਲੇ। ਫਜ਼ੂਲ ਗੁਫ਼ਤਗੂ ਨਹੀਂ ਹੋਣੀ ਚਾਹੀਦੀ ਤਾਂ ਕਿ ਸਾਡਾ ਮਕਸਦ ਨਾ ਜਿਸ ਟਾਈਮ ਅਸੀਂ ਟੀਵੀ ਤੇ ਆਉਂਦੇ ਹਾਂ ਜਾਂ ਰੇਡੀਓ ਤੇ ਆਉਂਦੇ ਹਾਂ ਜਾਂ ਕਿਸੇ ਮਹਿਫਲ 'ਚ ਵੀ ਜਾਂਦੇ ਹਾਂ, ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਐਸੇ ਮੌਜੂ ਤੇ ਗੱਲ ਕਰੀਏ, ਇਸ ਤਰੀਕੇ ਨਾਲ ਗੱਲ ਕਰੀਏ ਕਿ ਆਉਣ ਵਾਲੀ ਨਸਲ ਕੁਝ ਸਿੱਖੇ, ਬਜਾਏ ਕਿ ਕਹੇ ਕਿ ਯਾਰ ਫਲਾਣਾ ਬੰਦਾ ਆਇਆ ਸੀ ਫਜ਼ੂਲ ਗੱਲ ਕਰਕੇ ਚਲਾ ਗਿਆ। ਤੇ ਜਾਂ ਅਸੀਂ ਕਿਸੇ ਜਗ੍ਹਾ ਤੇ ਜਾਈਏ ਤੇ ਸਾਨੂੰ ਸਿੱਖ ਕੇ ਉੱਥੋਂ ਆਉਣਾ ਚਾਹੀਦਾ। ਉਸ ਦੀ ਅੱਛੀ ਗੱਲ ਵੀ ਸਿੱਖਣੀ ਚਾਹੀਦੀ, ਬੁਰੀ ਨੂੰ ਵੀ
ਬੁਰਾ ਕਹਿਣਾ ਚਾਹੀਦਾ ਕਿ ਯਾਰ ਇਸ ਦੀ ਇਹ ਗੱਲ ਅੱਛੀ ਸੀ, ਇਸ ਬੰਦਾ ਬੜੇ ਤਮੀਜ਼ ਦੇ ਨਾਲ ਪੇਸ਼ ਆਇਆ, ਸਾਡੇ ਨਾਲ ਅੱਛੇ ਅਖਲਾਕ ਦੇ ਨਾਲ ਪੇਸ਼ ਆਇਆ, ਤੇ ਜਾਂ ਇਸ ਬੰਦੇ ਨੇ ਇਗਨੋਰ ਕੀਤਾ, ਤੇ ਉਹਨਾਂ ਚੀਜ਼ਾਂ ਨੂੰ ਵੀ ਨੋਟ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਆਉਣ ਵਾਲੀ ਨਸਲ ਨੂੰ ਦੱਸੀਏ ਕਿ ਅੱਛਾ ਕੀ ਹੈ ਬੁਰਾ ਕੀ ਹੈ। ਬਟ ਟੈਲੀਵਿਜ਼ਨ ਨੇ ਪੰਜਾਬੀਆਂ ਦਾ ਜਿਹੜਾ ਇਮੇਜ ਬਣਾਇਆ ਨਾ ਉਹ ਬੜਾ ਪੇਂਡੂ ਜਿਹਾ ਇਮੇਜ ਬਣਾਇਆ ਹੈਗਾ, ਮਤਲਬ ਇਹਨੂੰ ਕੰਮ ਨਹੀਂ ਕਰਨਾ, ਗੱਲ ਨਹੀਂ ਕਰਨੀ ਆਉਂਦੀ ਹੈ, ਪੜਾ ਲਿਖਾ ਨਹੀਂ ਹੈਗਾ, ਜਾਹਿਲ ਜਿਹਾ ਜਿਹੜਾ ਬੰਦਾ ਬੈਠਾ ਨਾ, ਸੌਰੀ ਟੂ ਸੇ ਬਟ ਇਸ ਤਰ੍ਹਾਂ ਨਹੀਂ ਹੈਗਾ, ਉਹਨੂੰ ਪੰਜਾਬੀ ਬਣਾ ਕੇ ਇਹ ਤੁਹਾਡੀ ਗੱਲ ਨਾਲ ਮੈਂ ਇਤਫਾਕ ਕਰਾਂਗਾ, ਪਹਿਲੇ ਹੈ ਸੀ ਲੇਕਿਨ ਅੱਜ ਕੱਲ੍ਹ ਜਿਹੜਾ ਚੇਂਜ ਹੋਣਾ ਸ਼ੁਰੂ ਹੋ ਗਿਆ, ਅੱਜ ਕੱਲ੍ਹ ਲੋਕ ਵਾਪਸ ਪਿੰਡਾਂ ਦੀ ਤਰਫ ਜਾ ਰਹੇ ਨੇ। ਬਲਕਿ ਤੁਸੀਂ ਦੇਖਿਆ ਹੋਵੇਗਾ ਕਿ ਪਹਿਲੇ ਬੜੇ ਲੋਕ ਘਰ ਨੂੰ ਦੀਵਾਰਾਂ ਨੂੰ ਪਲਸਤਰ ਕਰਾਉਂਦੇ ਸੀ, ਟੈਲਾਂ ਲਗਾਉਂਦੇ ਸੀ, ਤੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿਸੇ ਵਕਤ ਵੀ ਸ਼ਹਿਰ ਦੇ ਵਿੱਚ ਗੁਜ਼ਰੋ ਤੇ ਮੁਖਤਲਿਫ ਜਗ੍ਹਾ ਤੇ ਲੋਕਾਂ ਨੇ ਪਿੰਡਾਂ ਵਾਲਾ ਉਹ ਰੂਪ ਲੈ ਆਂਦਾ, ਦੀਵਾਰ ਨੂੰ ਮਿੱਟੀ ਲਗਾਤੀ ਆ ਕਿ ਪਤਾ ਚੱਲਦਾ ਕਿ ਜਿਸ ਤਰ੍ਹਾਂ ਮਿੱਟੀ ਲੱਗੀ ਆ। ਰੈਸਟੋਰੈਂਟ ਇਸ ਤਰ੍ਹਾਂ ਦੇ ਬਣ ਗਏ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕੋਈ ਹੋਟਲ ਬਣਿਆ ਵਾ, ਤੇ ਤਬਦੀਲੀ ਆਣੀ ਸ਼ੁਰੂ ਹੋ ਗਈ ਹੈ, ਲੋਕ ਪਸੰਦ ਕਰ ਰਹੇ ਨੇ ਹੁਣ। ਹਾਂਜੀ ਬਾਤ बड़ा मतलब ज़बरदस्त एक इतफाक करांगा कि बहुत सारे रेस्टोरेंट्स ने ना जिन्हें कि मतलब है कि इस किस्म की वाइब क्रिएट करने की कोशिश की थी। क्यों? बिकॉज वही गल है कि जिहड़ा एक जनरेशन सी जिहड़ा ਉਹਦੇ ਨਾਲ ਬਾਕੀ ਜੈਨੂਇਨਲੀ ਮੁਹੱਬਤ ਕਰਦੀ ਸੀ, ਉਹ ਵੀ ਆਣ ਤੇ ਫਿਰ ਜਿਹੜੇ ਯੰਗਸਟਰਸ ਨੇ ਜਾਂ ਯੂਥ ਨੇ, ਅਸੀਂ ਸ਼ੁਰੂ 'ਚ ਸਾਰੇ ਗੱਲ ਕਰ ਰਹੇ ਸਾਂ ਕਿ ਜਿਹੜੀ ਹੁਣ ਦੀ ਜਨਰੇਸ਼ਨ ਹੈ ਸਮਹਾਓ ਮਤਲਬ ਵਤਨ ਨਾਲ ਮੁਹੱਬਤ ਦੀ ਗੱਲ ਹੋਵੇ ਜਾਂ ਜ਼ਬਾਨ ਨਾਲ ਮੁਹੱਬਤ ਦੀ ਗੱਲ ਹੋਵੇ, ਕੁਛ ਤੇ ਬਹੁਤ ਮਤਲਬ ਹੈ ਕਿ ਉਹਨੂੰ ਪ੍ਰੋਟੈਕਟ ਕਰ ਰਹੇ ਨੇ, ਬਟ ਕੁਛ ਨੂੰ ਬਿਲਕੁਲ ਹੀ ਨਹੀਂ ਪਤਾ ਤੇ ਉਹਨੂੰ ਕਿਸ ਤਰ੍ਹਾਂ ਇਕੁਅਲੀ ਸਭ ਨੂੰ ਦੱਸਣਾ ਹੈ। ਉਹ ਯਕੀਨ ਕਰੋ ਕਿ ਇੱਕ ਬੜੀ ਰਿਸਪੌਂਸਿਬਿਲਿਟੀ ਹੁਣ ਸਾਰਿਆਂ ਤੇ ਵੇ। ਜਨਾਬ ਚੌਧਰੀ ਮੁਸ਼ਤਾਕ ਸਾਹਿਬ ਦੇ ਹਵਾਲੇ ਨਾਲ ਮੈਂ ਇੱਕ ਹੋਰ ਮਜ਼ੀਦ ਗੱਲ ਦੱਸਾਂ ਤੁਹਾਨੂੰ ਕਿ ਬੜੇ ਘੱਟ ਲੋਕ ਹੁੰਦੇ ਨੇ ਕਿ ਜਿਹੜੇ ਇਨੀਸ਼ੀਅਲੀ ਜ਼ੀਰੋ ਤੋਂ ਸਟਾਰਟ ਕਰਨ ਵਾਲੇ ਲੋਕ ਹੁੰਦੇ ਨੇ, ਔਰ ਮਤਲਬ ਕਿ ਫਿਰ ਭਾਵੇਂ ਰੀਅਲ ਸਟੇਟ ਦੇ ਇਹਨਾਂ ਦੇ ਕੰਮ ਹੋਵੇ ਜਾਂ ਭਾਵੇਂ ਉਹ ਆਪਣੇ ਸ਼ੌਕ ਦੇ ਮਤਲਬ ਇੱਕ ਤਸਕੀਨ ਦੀ ਖਾਤਰ ਰੇਡੀਓ 'ਤੇ ਕੰਮ ਕਰ ਰਹੇ ਨੇ ਜਾਂ ਟੈਲੀਵਿਜ਼ਨ 'ਤੇ ਕੰਮ ਕਰ ਰਹੇ ਨੇ। बैलेंस तो तुसी माशाअल्लाह कर रहे हो, माशाअल्लाह तुसी उन्होंने साड़ी गुफ्तगू नाल सानू अंदाज़ा हो गया, बट रियल स्टेट के चैलेंजेस के हवाले नाल भी मैं छोटा जा असी गल करांगा क्योंकि जनाब बहुत जल्दी असी भी एक जबरदस्त प्रोग्राम स्टार्ट कर रहे हैं K2 के उत्ते, जिहड़ा कि तुसी वेखोगे बहुत जल्द। तो हुण जिहड़े अजकल के हालात ने, अनप्रडिक्टेबिलिटी हुई है ਤੁਹਾਡਾ ਜਿਹੜਾ ਜਿਸ ਮਤਲਬ ਹੈ ਕਿ ਸੋਸਾਇਟੀ ਦੇ ਜਿਸ ਡੀਲ ਕਰ ਰਹੇ ਹੋ ਉਹਦੇ ਹਵਾਲੇ ਨਾਲ ਤਾਂ ਬਹੁਤ ਹੀ ਅਨਪ੍ਰੈਡਿਕਟੇਬਿਲਿਟੀ ਹੈ ਕਿ ਕੋਈ ਕਹਿੰਦਾ ਹੈ ਕਿ ਜਨਾਬ ਨਹੀਂ ਇਹ ਤੇ ਮਤਲਬ ਹੈ ਕਿ ਹਕੂਮਤ ਪਾਕਿਸਤਾਨ ਸੀਡੀਏ ਦਾ ਮਾਮਲਾ ਸੀ। ਕੀ ਸਿਚੁਏਸ਼ਨ ਹੈ, ਥੋੜੀ ਜੀ ਰੋਸ਼ਨੀ ਪਾਓ। ਬਹੁਤ ਸ਼ੁਕਰੀਆ ਜੀ, ਬੜਾ ਅੱਛਾ ਲੱਗਿਆ ਜੀ ਹਮਾਦ ਸਾਹਿਬ ਤੁਸੀਂ ਰੀਅਲ ਸਟੇਟ ਦੇ ਬਾਰੇ 'ਚ ਗੱਲ ਕੀਤੀ ਆ, ਔਰ ਮੈਨੂੰ ਬੜਾ ਚੰਗਾ ਲੱਗਿਆ ਇਹ। ਰੀਅਲ ਸਟੇਟ ਦਾ ਇੱਕ ਐਸਾ ਸ਼ੁਬਾ ਕਿ ਜਿਹੜੇ ਪ੍ਰਾਪਰਟੀ ਡੀਲਰ ਨੇ ਸਾਡੇ ਪੂਰੇ ਪਾਕਿਸਤਾਨ 'ਚ ਕਿਸੇ ਜਗ੍ਹਾ ਤੇ ਵੀ ਕੰਮ ਕਰਦੇ ਨੇ, ਚਾਹੇ ਉਹ ਬਹਿਰੀਆ ਟਾਊਨ 'ਚ ਨੇ ਜਾਂ DH 'ਚ ਨੇ ਜਾਂ ਸੀਡੀਏ ਦਾ ਕੰਮ ਕਰ ਰਹੇ ਨੇ ਜਾਂ ਲਾਹੌਰ 'ਚ ਕੰਮ ਕਰ ਰਹੇ ਨੇ, ਪੂਰੇ ਪਾਕਿਸਤਾਨ 'ਚ ਇੱਕ ਐਸਾ ਕਿਰਦਾਰ ਕਰਦੇ ਨੇ ਕਿ ਇਸ ਮੁਲਕ ਦੀ ਤਰੱਕੀ ਵਾਸਤੇ ਜਿਸ ਦੀ ਬਹੁਤ ਅਹਿਮ ਜ਼ਰੂਰਤ ਹੈ। ਉਹ ਜ਼ਰੂਰਤ ਇਹ ਹੈ ਕਿ ਜਿਸ ਤਰ੍ਹਾਂ ਕਿ ਤੁਸੀਂ ਅਕਸਰ ਨੋਟ ਕੀਤਾ ਹੋਣਾ ਕਿ ਰੀਅਲ ਸਟੇਟ ਵਾਲੇ ਜਿਹੜੇ ਪ੍ਰਾਪਰਟੀ ਡੀਲਰ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬਾਹਰ ਪਾਕਿਸਤਾਨ ਤੋਂ ਜਿਹੜੇ ਬਾਹਰ ਲੋਕ ਰਹਿ ਰਹੇ ਨੇ, ਓਵਰਸੀਜ਼ ਪਾਕਿਸਤਾਨੀ ਹੈ, ਉਹਨਾਂ ਦੀ ਇਨਵੈਸਟਮੈਂਟ ਪਾਕਿਸਤਾਨ 'ਚ ਕਰਾਉਣ। ਔਰ ਪਾਕਿਸਤਾਨ 'ਚ ਇਨਵੈਸਟਮੈਂਟ ਕਰਾਉਣ ਦਾ ਫਾਇਦਾ ਕਿਸ ਨੂੰ? ਗੌਰਮੈਂਟ ਨੂੰ। ਜਿਸ ਟਾਈਮ ਇੱਥੇ ਇਨਵੈਸਟਮੈਂਟ ਕਰਦੇ ਨੇ, ਪਲਾਟ ਖਰੀਦਦੇ ਨੇ, ਕਾਰ ਖਰੀਦਦੇ ਨੇ, ਤੇ ਗੌਰਮੈਂਟ ਨੂੰ ਟੈਕਸ ਦਿੰਦੇ ਨੇ ਤੇ ਗੌਰਮੈਂਟ ਨੂੰ ਪੈਸਾ ਫਾਇਦਾ ਹੁੰਦਾ ਤੇ ਬਾਹਰੋਂ ਪੈਸਾ ਆਉਂਦਾ। ਤੇ ਇਸ ਕਰਕੇ ਮੇਰੀ ਤੇ ਰਿਕੁਐਸਟ ਹੈ ਗੌਰਮੈਂਟ ਨੂੰ ਕਿ ਇਹ ਪ੍ਰਾਪਰਟੀ ਦਾ ਜਿਹੜਾ ਇੱਕ ਸ਼ੋਭਾ ਵਾ ਇਸ ਤੇ ਮਜ਼ੀਦ ਇਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਇਸ ਲਈ ਆਸਾਨੀ ਪੈਦਾ ਕੀਤੀ ਜਾਵੇ ਤਾਂ ਕਿ ਬਾਹਰੋਂ ਪੈਸਾ ਪਾਕਿਸਤਾਨ 'ਚ ਆਵੇ। ਔਰ ਇੱਕ ਵਾਹਿਦ ਸ਼ੋਭਾ ਐਸਾ ਹੈ ਕਿ ਜਿਸ ਦੇ ਵਿੱਚ ਜਿਹੜੇ ਓਵਰਸੀਜ਼ ਪਾਕਿਸਤਾਨੀ ਹੈ, ਕਿਉਂਕਿ ਪਾਕਿਸਤਾਨ 'ਚ ਇਨਵੈਸਟਮੈਂਟ ਤਾਂ ਕਰ ਸਕਦੇ ਨੇ, ਪਲਾਟ ਖਰੀਦ ਸਕਦੇ ਨੇ, ਘਰ ਖਰੀਦ ਸਕਦੇ ਨੇ, ਲੇਕਿਨ ਇੱਥੇ ਪਾਕਿਸਤਾਨ ਦੇ ਵਿੱਚ ਕੋਈ ਜਨਰਲ ਸਟੋਰ ਨਹੀਂ ਖੋਲ ਸਕਦੇ, ਪੈਟਰੋਲ ਪੰਪ ਨਹੀਂ ਲਗਾ ਸਕਦੇ, ਕਿਉਂਕਿ ਉਸ ਦੀ ਦੇਖਭਾਲ ਕਰਨੀ ਮੁਸ਼ਕਿਲ ਹੈ, ਨਿਗਰਾਨੀ ਕਰਨੀ ਮੁਸ਼ਕਿਲ ਆ। ਤੇ ਪ੍ਰਾਪਰਟੀ ਦਾ ਇੱਕ ਐਸਾ ਸ਼ੋਭਾ ਕਿ ਉੱਥੋਂ 2 ਕਰੋੜ 4 ਕਰੋੜ 5 ਕਰੋੜ ਭੇਜਦੇ ਨੇ ਤੇ ਪਲਾਟ ਖਰੀਦ ਲੈਂਦੇ ਨੇ, ਤੇ ਇਸ ਵਿੱਚ ਪਾਕਿਸਤਾਨ ਦੀ ਗਵਰਨਮੈਂਟ ਨੂੰ ਜ਼ਿਆਦਾ ਫਾਇਦਾ ਹੁੰਦਾ ਕਿ ਟੈਕਸ ਦਿੱਤੇ ਜਾਂਦੇ ਨੇ। ਤੇ ਉਹ ਪਰ ਇੱਕ ਇਲਜ਼ਾਮ ਪ੍ਰਾਪਰਟੀ ਡੀਲਰਾਂ ਤੇ ਇੱਕ ਹੋਰ ਵੀ ਹੈਗਾ, ਹੋਰ ਤੇ ਨਹੀਂ, ਪਹਿਲਾ ਇਲਜ਼ਾਮ ਹੀ ਦੱਸ ਰਹੀ ਹਾਂ ਮੈਂ ਕਿ ਜਿਹੜੀ ਪ੍ਰਾਪਰਟੀ ਨੂੰ ਕੀਮਤਾਂ ਜਿਹੜੀ ਨਾ ਵਧਾਉਣ ਲਈ ਵੀ ਉਹ ਥੋੜੇ ਜਿਹਾ ਪ੍ਰੋਪੇਗੈਂਡਾ ਕਰਦੇ ਨੇ, ਡਰਾਮੇ ਕਰਦੇ ਨੇ, ਤੇ ਪ੍ਰਾਪਰਟੀ ਦੀ ਕੀਮਤ ਨੂੰ ਘਟਾਉਣ ਲਈ ਵੀ ਕੰਟਰੋਲ ਪਰ ਤੁਸੀਂ ਕਰਦੇ ਹੋ। ਨਹੀਂ ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਬਿਲਕੁਲ ਨਹੀਂ। ਜਿਸ ਟਾਈਮ ਇੱਕ ਚੀਜ਼ ਦੀ ਮਾਰਕੀਟ 'ਚ ਡਿਮਾਂਡ ਪੈਦਾ ਹੁੰਦੀ ਹੈ, ਗਲਾਸ ਹੀ ਪਏ ਨੇ, ਤੇ ਜਿਸ ਟਾਈਮ ਤੁਸੀਂ ਵੀ ਗਲਾਸ ਖਰੀਦੋਗੇ, ਮੈਂ ਵੀ ਗਲਾਸ ਖਰੀਦਾਂਗਾ, ਗਲਾਸ ਦੀ ਡਿਮਾਂਡ ਜ਼ਿਆਦਾ ਵੱਧ ਜਾਏਗੀ। ਇਸੇ ਤਰ੍ਹਾਂ ਜਿਸ ਟਾਈਮ ਪ੍ਰਾਪਰਟੀ ਦੇ ਵਿੱਚ ਇੱਕ ਆਸਾਨੀ ਪੈਦਾ ਹੁੰਦੀ, ਗਵਰਨਮੈਂਟ ਟੈਕਸ ਕਮ ਕਰਦੀ ਹੈ, ਤੇ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪਾਕਿਸਤਾਨ ਦੇ ਵਿੱਚ ਪ੍ਰਾਪਰਟੀ ਖਰੀਦ ਲਵਾਂ। ਤੇ ਜਿਉਂ ਹੀ ਜਿਸ ਟਾਈਮ ਪ੍ਰਾਪਰਟੀ ਖਰੀਦਣਾ ਸ਼ੁਰੂ ਕਰਦੇ ਨੇ ਤੇ ਪ੍ਰਾਪਰਟੀ ਦੀ ਡਿਮਾਂਡ ਵੱਧ ਜਾਂਦੀ ਹੈ, ਪਲਾਟ ਕਮ ਹੋ ਜਾਂਦੇ ਨੇ, ਘਟ ਜਾਂਦੇ ਨੇ, ਤੇ ਇਸ ਕਰਕੇ ਕੀਮਤ ਵੱਧ ਜਾਂਦੀ ਹੈ। ਔਰ ਮੈਂ ਪਿਛਲੇ ਕੁਝ 23 ਸਾਲ ਤੋਂ ਕੰਮ ਕਰ ਰਿਹਾ ਪ੍ਰਾਪਰਟੀ ਦਾ ਪਾਕਿਸਤਾਨ ਦੇ ਵਿੱਚ, ਤੇ ਲੇਕਿਨ ਇੱਕ ਚੀਜ਼ ਮੈਂ ਨੋਟ ਕੀਤੀ ਹੈ ਕਿ ਜੋ ਹੀ ਜਿਸ ਟਾਈਮ ਮਾਰਕੀਟ ਤੇਜ਼ ਹੋ ਰਹੀ ਹੁੰਦੀ ਉਸ ਟਾਈਮ ਕੰਮ ਜ਼ਿਆਦਾ ਹੁੰਦਾ,
ਉਸ ਟਾਈਮ ਨਾ ਸਿਰਫ ਪ੍ਰਾਪਰਟੀ ਡੀਲਰ ਨੂੰ ਬਲਕਿ ਇਨਵੈਸਟਰ ਨੂੰ ਔਰ ਕਲਾਇੰਟ ਨੂੰ ਜ਼ਿਆਦਾ ਫਾਇਦਾ ਹੁੰਦਾ। ਜੋ ਹੀ ਪਤਾ ਚੱਲਦਾ ਕਿ ਜੀ ਅੱਜ ਟੈਕਸ ਵੱਧ ਗਿਆ, ਗਵਰਨਮੈਂਟ ਨੇ ਰੇਟ ਵਧਾਤੇ ਨੇ ਟੈਕਸ ਜਾਂ ਸੁਸਾਇਟੀ ਨੇ ਟ੍ਰਾਂਸਫਰ ਫੀਸ ਵਧਾ ਦਿੱਤੀ ਤੇ ਪ੍ਰਾਪਰਟੀ ਦਾ ਕੰਮ ਠੱਪ ਹੋ ਜਾਂਦਾ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਹੈ। ਤੇ ਕਮ ਸੇ ਕਮ ਮੇਰਾ ਖਿਆਲ ਹੈ ਕਿ ਗਵਰਨਮੈਂਟ ਨੂੰ ਇਸ ਤਰਫ ਦਿਲਚਸਪੀ ਲੈਣੀ ਚਾਹੀਦੀ ਹੈ, ਇਸ ਤਰਫ ਤਵੱਜੋ ਕਰਨੀ ਚਾਹੀਦੀ ਹੈ ਤਾਂ ਕਿ ਬਾਹਰੋਂ ਲੋਕ ਪਾਕਿਸਤਾਨ 'ਚ ਪ੍ਰਾਪਰਟੀ ਖਰੀਦਣ। ਇਨਵੈਸਟਮੈਂਟ ਲਈ ਇਹ ਸਾਜ਼ਗਾਰ ਜਿਹੜਾ ਟਾਈਮ ਨਹੀਂ ਹੈਗਾ। ਨਹੀਂ, ਅਸਲ 'ਚ ਕਿਉਂਕਿ ਮੈਂ ਅਰਸਾ 23 ਸਾਲ ਤੋਂ ਪ੍ਰਾਪਰਟੀ ਦਾ ਕੰਮ ਕਰ ਰਿਹਾ ਤੇ ਮੈਂ ਨੋਟ ਕੀਤਾ ਕਿ ਇਸ ਦੌਰਾਨ ਕਾਫੀ ਦਫਾ ਉਤਰਾਓ ਚੜਾਓ ਆਇਆ ਪ੍ਰਾਪਰਟੀ ਦੇ ਵਿੱਚ। ਮੈਂ ਨੋਟ ਕੀਤਾ ਕਿ ਜਿਸ ਟਾਈਮ ਕੋਈ ਪ੍ਰਾਪਰਟੀ ਨਾ ਖਰੀਦ ਰਿਹਾ ਹੋਵੇ ਤੁਸੀਂ ਉਸ ਟਾਈਮ ਖਰੀਦ ਲਓ। ਅੱਛਾ। ਤੇ ਕਿਉਂਕਿ ਜਿਸ ਟਾਈਮ ਪ੍ਰਾਪਰਟੀ ਦੀ ਕੀਮਤ ਵੱਧ ਰਹੀ ਹੁੰਦੀ ਹੈ ਨਾ, ਉਸ ਟਾਈਮ ਮੌਕਾ ਹੀ ਨਹੀਂ ਮਿਲਦਾ ਤੁਹਾਨੂੰ ਖਰੀਦਣ ਦਾ। ਫਿਰ ਤੁਸੀਂ ਕਹਿੰਦੇ ਉਹ ਇਹ ਤੇ ਪਹਿਲੇ 50 ਲੱਖ ਦਾ ਪਲਾਟ ਸੀ, ਅੱਜ 60 ਲੱਖ ਦਾ ਹੋ ਗਿਆ, ਮੈਂ ਨਹੀਂ ਖਰੀਦਣਾ, ਮੈਂ ਇੰਤਜ਼ਾਰ ਕਰਨਾ। ਉਹ 60 ਦੀ ਬਜਾਏ ਪਤਾ ਚੱਲਦਾ 75 ਦਾ ਹੋ ਗਿਆ, ਤਾਂ ਤੁਸੀਂ ਖਰੀਦਣ ਤੋਂ ਮਹਿਰੂਮ ਹੋ ਜਾਂਦੇ ਆ, ਨਹੀਂ ਖਰੀਦ ਸਕਦੇ। ਇਸ ਕਰਕੇ ਕਾਮਯਾਬ ਉਹ ਬੰਦਾ ਕਿ ਜਿਸ ਨੇ ਪ੍ਰਾਪਰਟੀ ਮੁਸ਼ਕਲ ਵਕਤ 'ਚ ਸੇਲ ਨਹੀਂ ਕੀਤੀ, ਸਹੀ, ਔਰ ਜਿਸ ਟਾਈਮ ਪ੍ਰਾਪਰਟੀ ਦੀ ਕੀਮਤ ਸਲੋ ਆ, ਲੋਕ ਨਹੀਂ ਖਰੀਦ ਰਹੇ, ਉਸ ਟਾਈਮ ਖਰੀਦ ਲਈ ਤੇ ਉਹ ਫਾਇਦਾ ਉਠਾਉਂਦਾ। ਤੇ ਜਿਹੜੇ ਲੋਕੀ ਵੇਖ ਰਹੇ ਨੇ ਉਹ ਕਿਸ ਤਰ੍ਹਾਂ ਸਕੈਮਰਸ ਤੋਂ ਬਚੇ, ਜਿਹੜੇ ਹਾਊਸਿੰਗ ਸੁਸਾਇਟੀਜ਼ ਨੇ ਜਿਹੜੇ ਸਕੈਮ ਕਰਦੇ ਨੇ, ਜਾਲੀ ਕੰਮ ਕਰਦੇ ਨੇ, मैडम ये जो सवाल ये वाला जो सवाल है ना थोड़ा, ये मेरे दिल में लग्या क्योंकि मैं पिछले 7-8 साल तो ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦਾ ਚੇਅਰਮੈਨ ਆ। ਮੇਰੇ ਕੋਲ ਮੁxtਲਫ ਲੋਕਾਂ ਦੇ ਮਸਲੇ ਮਸਾਇਲ ਆਉਂਦੇ ਨੇ ਤੇ ਮੈਂ ਅਕਸਰ ਦੇਖਿਆ ਕਿ ਖਾਸ ਤੌਰ ਤੇ ਜਿਹੜੇ ਓਵਰਸੀਜ਼ ਪਾਕਿਸਤਾਨੀ ਆ ਉਹ ਆਪਣੇ ਕਿਸੇ ਇੱਕ ਬੰਦੇ ਤੇ ਇਤਮਾਦ ਕਰ ਲੈਂਦੇ ਨੇ, ਆਪਣੇ ਰਿਸ਼ਤੇਦਾਰ ਤੇ ਇਤਮਾਦ ਕਰਦੇ। ਉਹ ਰਿਸ਼ਤੇਦਾਰ ਉਹਨਾਂ ਨੂੰ ਟੀਕਾ ਲਾਉਂਦਾ, ਜਿਹੜੀ ਚੀਜ਼ 50 ਲੱਖ ਦੀ ਹੁੰਦੀ ਹੈ ਪਤਾ ਚੱਲਦਾ 75 ਲੱਖ ਦੀ ਵੇਚ ਦਿੱਤੀ ਆ। ਤੇ ਲਾਜ਼ਾ ਮੇਰੀ ਰਿਕੁਐਸਟ ਹੈ ਕਿ ਜਿਹੜੇ ਖਾਸ ਤੌਰ ਤੇ ਓਵਰਸੀਜ਼ ਪਾਕਿਸਤਾਨੀ ਆ ਉਹ ਕਿਸੇ ਇੱਕ ਬੰਦੇ ਤੇ ਨਾ ਰਹਿਣ, ਕਮ ਸੇ ਕਮ 2 ਤੋਂ 3 ਬੰਦਿਆਂ ਕੋਲੋਂ ਰੇਟ ਜ਼ਰੂਰ ਚੈੱਕ ਕਰਨਾ। ਔਰ ਦੂਸਰਾ ਕਿ ਕੋਈ ਵੀ ਚੀਜ਼ ਅਗਰ ਖਰੀਦੇ ਤੇ ਆਪਣੇ ਨਾਮ ट्रांसफर करान। अच्छा, सही है। दूसरे ते भरोसा ना करन कि जी तू अपने नाम करा लै या इसनूं ओपन रख, जो मैनूं जरूरत होएगी मैं बेच लांगा। नहीं, प्रापर्टी जिस टाइम भी तुसीं खरीदनी अपने नाम ट्रांसफर करानी है। सही सही। उसका तुहानूं भी फायदा कि तुहाडे एक नाम अपनी चीज़ हो जाती है, दूसरा गवर्नमेंट नूं फायदा कि गवर्नमेंट दे नाम टैक्स जमा होंदे ने। अच्छा, ਜਿਹੜੇ ਮਾਲਿਕ ਮਕਾਨ ਨੇ ਉਹ ਹਰ ਸਾਲ 10% 12% ਵਧਾ ਦਿੰਦੇ ਨੇ ਕਿਰਾਇਆ, ਇਹ ਕੋਈ ਜ਼ੁਲਮ ਨਹੀਂ ਹੈ ਕਿਰਾਏਦਾਰਾਂ ਤੇ? ਬਲਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆਪਣੇ ਤਜਰਬੇ ਤੋਂ, ਜਿਸ ਟਾਈਮ ਕਿਰਾਏ ਵੈਲਿਊ ਵੱਧ ਰਹੀ ਹੁੰਦੀ ਨਾ ਤੇ ਕਿਰਾਏ ਵੱਧ ਰਹੇ ਹੁੰਦੇ ਨੇ। ਜਿਸ ਟਾਈਮ ਮਾਰਕੀਟ ਦੀ ਕੀਮਤ ਸਲੋ ਹੋ ਜਾਵੇ ਤੇ ਬਹੁਤ ਅੱਛੇ ਮਾਲਕ ਨੇ ਜਿਹੜੇ ਕਿਰਾਏ ਘਟਾ ਦਿੰਦੇ ਨੇ, 10% ਵਧਾਉਣ ਦੀ ਬਜਾਏ ਉਲਟਾ 20% ਘਟਾ ਵੀ ਦਿੰਦੇ ਨੇ। ਇਤਨੇ ਅੱਛੇ ਲੋਕ ਵੀ ਆਏ ਨੇ ਮਾਰਕੀਟ ਦੇ ਵਿੱਚ। ਲੇਕਿਨ ਸਿਰਫ ਇਹ ਕਿ ਮਾਲਕ ਤੱਕ ਗੱਲਬਾਤ ਕਰਨੀ ਚਾਹੀਦੀ, ਉਹਨਾਂ ਤੱਕ ਆਪਣਾ ਪੈਗਾਮ ਪਹੁੰਚਾਓ। ਤੁਸੀਂ ਦੱਸੋ ਉਹਨੂੰ ਕਿ ਯਾਰ ਮੈਂ ਮੁਸ਼ਕਲ 'ਚ ਹਾਂ, ਮੇਰੇ ਰੇਟ ਪੂਰੇ, ਮੇਰੇ ਲਈ ਇਨਕਮ ਨਹੀਂ ਇਤਨੀ ਕਿ ਮੇਰੇ ਕੋਲ ਖਰਚੇ ਨਹੀਂ ਪੂਰੇ ਹੋ ਰਹੇ ਨੇ। ਤੇ ਬਿਲਕੁਲ ਮੇਰੇ ਸਾਹਮਣੇ ਬਹੁਤ ਸਾਰੇ ਕੇਸ ਐਸੇ ਨੇ ਕਿ ਜਿਨ੍ਹਾਂ ਦੇ ਲੋਕਾਂ ਨੇ ਖੁਦ ਵੀ ਰੇਟ ਘਟਾਏ ਨੇ। ਕੁਝ ਲੋਕ ਮੇਰੇ ਕੋਲ ਆਉਂਦੇ ਨੇ ਕਿ ਮਾਰਕੀਟ ਵਾਸਤੇ, ਜਿਹੜੇ ਮੇਰੀ ਮਾਰਕੀਟ ਦੇ ਵਿੱਚ ਲੋਕ ਨੇ, ਤੇ ਮੈਂ ਉਹਨਾਂ ਵਾਸਤੇ ਉਹਨਾਂ ਦੇ ਮਾਲਕਾਂ ਨਾਲ ਗੱਲ ਕੀਤੀ ਔਰ ਮੇਰੀ ਰਿਕੁਐਸਟ ਉਹਨਾਂ ਨੇ ਰੇਟ ਘਟਾਏ ਨੇ। ਚਲੇ ਜ਼ਬਰਦਸਤ। ਅੱਛਾ, ਉਹੀ ਗੱਲ ਹੈ ਕਿ ਹਰ ਤਰ੍ਹਾਂ ਦੇ ਵੀ ਲੋਕ ਨੇ ਹਰ ਫੀਲਡ ਦੇ ਵਿੱਚ। ਮਤਲਬ ਹੈ ਕਿ ਅਸੀਂ ਕਹਿੰਦੇ ਹਾਂ ਕਿ ਇੱਕ ਸ਼ੋਭਾ ਕੋਈ ਜਿਹੜਾ ਅਸੀਂ ਉਹਨੂੰ ਇੱਕ ਟਾਈਟਲ ਦੇ ਦਿੰਦੇ ਆ ਜਾਂ ਅਸੀਂ ਟੈਗ ਲਾ ਦਿੰਦੇ ਆ ਕਿ ਜਨਾਬ ਨਹੀਂ ਇਹ ਤੇ ਖਰਾਬੀ ਹੈ ਜਾਂ ਇਹ ਬਹੁਤ ਹੀ ਚੰਗਾ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਹਰ ਇੱਕ ਦੀ ਮਤਲਬ ਹੈ ਕਿ ਅੱਛਾਈ ਬੁਰਾਈ ਉਹਦੇ ਵਿੱਚ ਹੀ ਹੁੰਦੀ ਹੈ, ਉਹ ਕਿਸੇ ਇੱਕ ਸ਼ੋਭੇ ਨਾਲ ਅਸੀਂ ਡੈਡੀਕੇਟ ਨਹੀਂ ਕਰ ਸਕਦੇ। ਔਰ ਬਹੁਤ ਸਾਰੇ ਬਾਕੀ ਚੰਗੇ ਲੋਕ ਵੀ ਨੇ ਕਿ ਜਿਹੜੇ ਬਾਕੀ ਬਹੁਤ ਚੰਗਾ ਕੰਮ ਵੀ ਕਰ ਰਹੇ ਨੇ। ਅੱਛਾ ਸਰ, ਇੱਕ ਬੜਾ ਮਜ਼ੇਦਾਰ ਸਵਾਲ ਕਿ ਜਿਹੜੇ ਮਾਸ਼ਾਅੱਲਾ ਹੁਣ ਯੰਗਸਟਰ ਨੇ, ਇਹ ਸਭ ਤੁਸੀਂ ਕੰਮ ਕਰ ਰਹੇ ਹੋ ਪੰਜਾਬੀ ਜ਼ਬਾਨ ਦੇ ਹਵਾਲੇ ਨਾਲ, ਤੁਹਾਨੂੰ ਜ਼ਰੂਰ ਯਕੀਨਨ ਇਹੀ ਵੇਖ ਕੇ ਪੇਸ਼ ਆਈ ਹੋਏਗੀ ਕਿ ਯਾਰ ਇਸ ਲੈਂਗੁਏਜ ਨੂੰ ਵੀ ਪ੍ਰੋਟੈਕਟ ਕਰਨਾ, ਪਲੱਸ ਤੁਹਾਨੂੰ ਰਿਸਪੌਂਸ ਕਿਸ ਤਰ੍ਹਾਂ ਦਾ ਆ ਰਿਹਾ? ਮਤਲਬ ਹੈ ਕਿ ਜਿਹੜੇ ਤੁਹਾਡੇ ਕਾਲਰਸ ਨੇ ਉਹ ਆਇਆ ਇੱਕ ਜਨਰੇਸ਼ਨ ਤੋਂ ਨਹੀਂ ਕਿ ਜਾਂ ਯੰਗਸਟਰਸ ਵੀ ਇਨਵੋਲਵ ਹੁੰਦੇ ਨੇ। ਜਿਸ ਟਾਈਮ ਅਸੀਂ ਪੰਜਾਬ ਤੇ ਪੰਜਾਬੀ ਪ੍ਰੋਗਰਾਮ ਕਰਨੇ ਆ FM ਤੇ ਯਕੀਨ ਕਰੋ ਇਤਨੇ ਲੋਕਾਂ ਦੇ ਕਾਲਾਂ ਆਉਂਦੀਆਂ, ਇਤਨੇ ਲੋਕ ਖੁਸ਼ ਹੁੰਦੇ ਨੇ ਕਿ ਉਹ ਕਹਿੰਦੇ ਨੇ ਯਾਰ ਬੜੀ ਚੰਗੀ ਗੱਲ ਹੈ ਕਿ ਅਸੀਂ ਪੰਜਾਬੀ ਗਾਣੇ ਸੁਣ ਰਹੇ ਹਾਂ, ਪੰਜਾਬੀ 'ਚ ਗੱਲਬਾਤ ਕਰ ਰਹੇ ਹਾਂ। ਇਤਨਾ ਅਰਸਾ ਹੋ ਗਿਆ ਸੀ ਕਿ ਅਸੀਂ ਤੇ ਕੋਈ ਗੱਲਬਾਤ ਹੀ ਨਹੀਂ ਕੀਤੀ, ਬਲਕਿ ਉਹਨਾਂ ਨੇ ਮਹਿਸੂਸ ਕੀਤਾ ਕਿ ਹਾਂ ਵਾਕਈ ਸਾਨੂੰ ਆਪਣੇ ਬੱਚਿਆਂ ਦੇ ਨਾਲ ਵੀ ਪੰਜਾਬੀ ਬੋਲਣੀ ਚਾਹੀਦੀ ਆ। ਤੇ ਉਹ ਪੰਜਾਬੀ ਜ਼ਬਾਨ ਇੱਕ ਐਸੀ ਜ਼ਬਾਨ ਹੈ, ਬੜੀ ਮਿੱਠੀ ਜ਼ਬਾਨ ਆ। ਤੇ ਕਹਿੰਦੇ ਮਾਂ ਬੋਲੀ ਜ਼ਬਾਨ ਇਹਨੂੰ ਕਿਹਾ ਜਾਂਦਾ ਕਿ ਜਿਹੜਾ ਬੰਦਾ ਬਚਪਨ ਦੇ ਵਿੱਚ ਆਪਣੇ ਪੈਦਾਇਸ਼ ਦੇ ਵਿੱਚ ਮਾਂ ਪਹਿਲੇ ਲਫ਼ਜ਼ ਬੋਲਣਾ ਸਿਖਾਉਂਦੀ ਆ, ਕਿਉਂਕਿ ਉਹ ਪੰਜਾਬੀ ਜਿਹੜੀ ਔਰਤ ਹੁੰਦੀ ਆ ਉਹ ਪੰਜਾਬੀ ਬੋਲੇਗੀ ਤੇ ਉਹ ਬੜਾ ਚੰਗਾ ਲੱਗਦਾ ਕਿ ਮੇਰਾ ਬੱਚਾ ਡਿੱਗ ਨਾ ਪਵੇ, ਮੇਰੇ ਬੱਚੇ ਨੂੰ ਉਹ ਸੱਟ ਨਾ ਲੱਗ ਜਾਵੇ। ਤੇ ਹੁਣ ਜਿਹੜੇ ਪੜ੍ਹੇ ਲਿਖੇ ਲੋਕ ਜਿਹੜੇ ਉਰਦੂ ਬੋਲਦੇ ਨੇ ਇੱਥੇ ਸ਼ਹਿਰਾਂ ਦੇ, ਉਹਨਾਂ ਨੂੰ ਕੀ ਪਤਾ ਕਿ ਸੱਟ ਕਿਹਨੂੰ ਕਹਿੰਦੇ ਨੇ, ਉਹ ਡਿੱਗ ਨਾ ਪਵੇ ਇਹ ਕਿਹਨੂੰ ਕਹਿੰਦੇ ਨੇ। ਤੇ ਬੜੇ ਚੰਗੇ ਲਫ਼ਜ਼ ਨੇ, ਜਿਸ ਟਾਈਮ ਬੜੇ ਮਿਠਾਸ ਵਾਲੇ ਲਫ਼ਜ਼। ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਨੂੰ ਕਿਸ ਗੱਲ ਦੀ ਸ਼ਰਮਿੰਦਗੀ ਹੁੰਦੀ ਹੈ। ਬੇਟਾ ਡੋਂਟ ਡੂ ਇਟ, मतलब है कि पुत्र ना कर, मतलब आप कह सकती हैं बिकॉज अंग्रेजी तो सीख जाएंगे और मतलब ਉਹਦੇ ਵਾਸਤੇ ਇੰਸਟੀਟਿਊਸ਼ਨਸ ਨੇ, ਸਕੂਲ ਵੀ ਨੇ। ਚੰਗੀ ਗੱਲ ਹੈ ਕਿ ਮਤਲਬ ਇੱਕ ਉਰਦੂ ਤੇ ਸਾਡੀ ਕੌਮੀ ਜ਼ਬਾਨ ਹੈ, ਉਹਦਾ ਇੱਕ ਆਪਣਾ ਇੱਕ ਮਤਲਬ ਮਕਾਮ ਹੈ, ਲੇਕਿਨ ਔਰ ਅੰਗਰੇਜ਼ੀ ਵੀ ਉਹ ਸਿੱਖ ਰਹੇ ਨੇ। ਬਟ ਜਿਹੜੀ ਇਹ ਵਾਲੀ ਤੁਹਾਡੀ ਜ਼ਬਾਨ ਹੈ ਨਾ ਪੰਜਾਬੀ ਹੈ, ਜਿਹੜਾ ਵੀ ਤੁਸੀਂ ਇਲਾਕੇ ਤੋਂ ਬਿਲੋਂਗ ਕਰਦੇ ਹੋ, ਉਹ ਤੁਸੀਂ ਘਰ ਤੋਂ ਹੀ ਸਿੱਖਣੀ ਹੈ। ਕੁਛ ਹੁਣ ਮੈਂ ਵੇਖ ਰਿਹਾ ਕਿ ਨਿਸਾਬੀ
ਜਿਹੜੀਆਂ ਸਾਡੀਆਂ ਕਿਤਾਬਾਂ ਨੇ ਉਹਦੇ ਵਿੱਚ ਹੁਣ ਇੱਕ ਕਾਵਿਸ਼ ਹੋਣ ਲੱਗੀ ਹੈ ਕਿ ਜਿਹੜੇ ਰੀਜਨਲ ਸਬਜੈਕਟਸ ਨੇ ਉਹਨਾਂ ਨੂੰ ਵੀ ਐਡ ਔਨ ਕਰਨ। ਮੈਂ ਸੁਣਿਆ ਵੀ ਔਰ ਮੈਂ ਮਤਲਬ ਪਤਾ ਲੱਗਿਆ ਮੈਨੂੰ ਇੱਕ, ਔਰ ਇਹ ਜਿਹੜੀ ਗੱਲ ਬਿਲਕੁਲ ਸਹੀ ਹੈ ਤੇ ਬੜੀ ਖੁਸ਼ਾਇਨ ਗੱਲ ਹੈ। ਤੇ ਜਨਾਬ ਜ਼ਰੂਰ ਤੁਸੀਂ ਵੀ ਆਪਣੀ ਜ਼ਬਾਨ ਨਾਲ, ਆਪਣੇ ਕਲਚਰ ਨਾਲ, ਆਪਣੀ ਜਿਹੜੀ ਤੁਹਾਡੀ ਰੂਟਸ ਨਾਲ ਕਨੈਕਟਡ ਜ਼ਰੂਰ ਰਹੋ। ਤੇ ਰੂਟਸ ਤੋਂ ਯਾਦ ਆਇਆ ਭੁੱਖ ਲੱਗ ਗਈ ਔਰ ਮੈਂ ਚਾਹਾਂਗਾ ਜਨਾਬ ਸ਼ਾਰਟ ਅਸੀਂ ਵਿਖਾ ਦਈਏ ਜਿਹੜੇ ਸਾਡੇ ਬੇਸਨੀ ਨਾਨਸ ਐਂਡ ਉਹ ਫਰਾਈ ਹੋ ਕੇ ਤਿਆਰ ਹੋ ਕੇ ਤਿਆਰੀ ਕੀਤੀ ਸਰ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ ਮੁਸ਼ਤਾਕ ਸਾਹਿਬ ਤੇ ਚੌਧਰੀ ਰਿਜ਼ਾ ਸਾਹਿਬ ਨੂੰ ਅਸੀਂ ਜਨਾਬ ਖਵਾਣੇ ਨੇ। ਔਰ ਸੇਵੀਆਂ ਜ਼ਬਰਦਸਤ ਜੀਆਂ ਜਨਾਬ, ਉਹਨਾਂ ਨੇ ਘਿਓ ਛੱਡ ਛੜਿਆ। ਔਰ ਜਨਾਬ ਇਹ ਬੇਸਨੀ ਨਾਨ ਵੀ ਤੁਸੀਂ ਚੈੱਕ ਕਰੋ। ਤੁਸੀਂ ਗੱਲਾਂ ਕਰ ਰਹੇ ਸੋ ਮੈਂ ਟਮਾਟਰ ਦਾ ਫੁੱਲ ਬਣਾਇਆ। ਕੀ ਬਾਤ ਹੈ। ਹਰੀਆਂ ਮਿਰਚਾਂ ਨਾਲ, ਹਰੀਆਂ ਮਿਰਚਾਂ ਮਤਲਬ ਵੈਸੇ ਬੜੀਆਂ ਚੰਗੀਆਂ ਲੱਗਦੀਆਂ ਨੇ, ਬਹੁਤ ਸਾਰੇ ਲੋਕ ਨਹੀਂ ਖਾਂਦੇ ਬਟ ਮੈਨੂੰ ਬੜਾ ਚੰਗਾ ਲੱਗਦਾ ਰੋਟੀ ਦੇ ਨਾਲ ਤੁਸੀਂ ਹਰੀ ਮਿਰਚ ਇੰਜੀ ਤੋੜ ਕੇ ਖਾਓ ਤੇ ਉਹਦਾ ਬੜਾ ਲੁਤਫ ਆਉਂਦਾ। ਵਿਟਾਮਿਨ ਸੀ ਹਮਾਰ ਸਾਹਿਬ ਇਹਨੂੰ ਕਹਿੰਦੇ 4 ਚਾਂਦ ਲਗਾ ਦਿੱਤੇ ਪ੍ਰੋਗਰਾਮ, 4 ਚਾਂਦ ਲੱਗ ਗਏ। ਤੁਸੀਂ ਉਹ ਜਿਸ ਤਰ੍ਹਾਂ ਨਾਨ ਤਿਆਰ ਕੀਤੇ ਨੇ ਤੇ ਮਾਸ਼ਾਅੱਲਾ ਬਹੁਤ ਅੱਛਾ ਲੱਗਿਆ ਜੀ। ਖੁਸ਼ਬੂ ਵੀ ਆ ਰਹੀ ਹੈ। ਔਰ ਵਕਤ ਸਾਡੇ ਕੋਲ ਬੜਾ ਘੱਟ ਹੈ ਕਿਉਂਕਿ ਬਾਰਿਸ਼ ਦੀ ਵਜ੍ਹਾ ਨਾਲ ਨਾਜ਼ਰੀਨ ਮਾਮਲਾ ਥੋੜੇ ਜਿਹੇ ਅੱਗੇ ਪਿੱਛੇ ਹੋ ਗਏ ਪਰ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਇਸ ਤੂਫਾਨੀ ਹਾਲਾਤ ਦੇ ਵਿੱਚ ਤਸ਼ਰੀਫ ਲੈ ਕੇ ਆਏ ਹੋ। ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਆਪਣੇ ਬੱਚਿਆਂ ਤੇ ਤਵੱਜੋ ਦੇਣੀ ਚਾਹੀਦੀ ਆ, ਜਿਹੜਾ ਸਭ ਤੋਂ ਜ਼ਰੂਰੀ ਹੈ। ਬਹੁਤ ਸਾਰੇ ਲੋਕ ਇਨਵੈਸਟਮੈਂਟ ਕਰਦੇ ਨੇ, ਪ੍ਰਾਪਰਟੀ ਬਣਾ ਲੈਂਦੇ ਨੇ ਜਾਂ ਪੈਸਾ ਬਣਾ ਲੈਂਦੇ ਨੇ, ਲੇਕਿਨ ਆਪਣੇ ਬੱਚਿਆਂ ਤੇ ਜਿਹੜੇ ਤਵੱਜੋ ਨਹੀਂ ਦਿੰਦੇ ਨੇ ਬਾਅਦ ਚ ਪਛਤਾਉਂਦੇ ਨੇ। ਕਿਉਂਕਿ ਮੇਰੀ ਜ਼ਿੰਦਗੀ 'ਚ ਕਾਫੀ ਅਰਸਾ ਗੁਜ਼ਰ ਗਿਆ, ਕਾਰੋਬਾਰ 'ਚ ਵੀ ਗੁਜ਼ਰ ਗਿਆ ਤੇ ਮੈਂ ਇਹ ਚੀਜ਼ਾਂ ਖੁਦ ਦੇਖੀਆਂ ਨੇ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਬੱਚਿਆਂ ਤੇ ਤਵੱਜੋ ਨਹੀਂ ਦਿੱਤੀ ਬਾਅਦ ਚ ਪਛਤਾਏ ਨੇ ਕਿ ਕਾਸ਼ ਅਸੀਂ ਇਸ ਪੈਸੇ ਦੀ ਬਜਾਏ ਜਾਂ ਇਸ ਇਨਵੈਸਟਮੈਂਟ ਦੀ ਬਜਾਏ, ਬਿਲਡਿੰਗਾਂ ਦੀ ਬਜਾਏ ਆਪਣੇ ਬੱਚਿਆਂ ਦੇ ਤਵੱਜੋ ਦਿੰਦੇ ਤਾਂ ਜ਼ਿਆਦਾ ਅੱਛਾ ਸੀ। ਤੇ ਮੇਰੀ तमाम ਦੋਸਤਾਂ ਨੂੰ ਇਹ ਗੁਜ਼ਾਰਿਸ਼ ਆ ਕਿ ਆਪਣੇ ਬੱਚਿਆਂ ਦੇ ਤਵੱਜੋ ਦਿਓ। ਸਿਰਫ ਬੱਚੇ ਨੂੰ ਸਕੂਲ ਤੱਕ, ਕਾਲਜ ਤੱਕ, ਯੂਨੀਵਰਸਿਟੀ ਤੱਕ ਨਾ ਛੋੜੋ, ਉਹਨਾਂ ਬੱਚਿਆਂ ਨੂੰ ਖੁਦ ਵੀ ਟਾਈਮ ਦਿਓ। ਤੁਸੀਂ ਯਕੀਨ ਕਰੋ ਮੈਂ ਖੁਦ ਵੀ ਰਾਤ ਨੂੰ ਅਗਰ ਮੈਂ ਜਲਦੀ ਚਲੇ ਜਾਵਾਂ ਤਾਂ ਮੇਰੀ ਕੋਸ਼ਿਸ਼ ਹੁੰਦੀ ਰਾਤ ਨੂੰ ਬੱਚਿਆਂ ਦੇ ਨਾਲ ਬੈਠ ਕੇ ਇੱਕ ਲੂਡੋ ਦਾ ਮੈਚ ਖੇਲਾਂ। ਤੇ ਅਗਰ ਛੁੱਟੀ ਦਾ ਦਿਨ ਹੋਵੇ ਤਾਂ ਛੁੱਟੀ ਵਾਲੇ ਦਿਨ ਵੀ ਉਹਨਾਂ ਨਾਲ ਬੈਠ ਕੇ ਲੂਡੋ ਦਾ ਮੈਚ ਖੇਡਾਂ ਜਾਂ ਗੱਪਸ਼ਪ ਲਾਵਾਂ ਜਾਂ ਉਹਨਾਂ ਨੂੰ ਗਰਾਊਂਡ 'ਚ ਫੁੱਟਬਾਲ ਵਾਸਤੇ, ਕ੍ਰਿਕਟ ਵਾਸਤੇ ਲੈ ਕੇ ਜਾਵਾਂ। ਔਰ ਬੱਚਿਆਂ ਦੇ ਨਾਲ ਟਾਈਮ ਗੁਜ਼ਾਰਨਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਪਤਾ ਚੱਲੇ ਕਿ ਸਾਡਾ ਮਾਂ-ਬਾਪ ਸਾਡੇ ਨਾਲ ਕਿਤਨਾ ਅਟੈਚ ਹੈ। ਤੇ ਬਹੁਤ ਸਾਰੇ ਲੋਕ ਜਿਹੜੇ ਚੱਲ ਕੇ ਉਹ ਵੀ ਟਾਈਮ ਦੇਣਗੇ, ਉਹ ਵੀ ਦੇਣਗੇ। ਤੇ ਅਗਰ ਤੁਸੀਂ ਚਾਹੁੰਦੇ ਕਿ ਤੁਹਾਡੇ ਬੱਚੇ ਤੁਹਾਨੂੰ ਟਾਈਮ ਦੇਣ, ਤੁਸੀਂ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਮਾਂ-ਬਾਪ ਨੂੰ ਟਾਈਮ ਦਿਓ, ਜਿਹੜਾ ਜ਼ਰੂਰੀ ਆ। ਅਗਰ ਤੁਸੀਂ ਆਪਣੇ ਮਾਂ-ਬਾਪ ਨੂੰ ਟਾਈਮ ਦਿਓਗੇ ਤੇ ਕੱਲ ਨੂੰ ਤੁਹਾਡੇ ਬੱਚੇ ਵੀ ਤੁਹਾਨੂੰ ਟਾਈਮ ਦੇਣਗੇ ਕਿਉਂਕਿ ਉਹ ਦੇਖ ਰਹੇ ਹੁੰਦੇ ਨੇ, ਕਾਪੀ ਕਰ ਰਹੇ ਹੁੰਦੇ ਨੇ। ਸਿਰਫ ਸਾਜ਼ਦਾਰ ਟੀਚਰਾਂ ਤੇ ਨਾ ਰਹੋ, ਤੁਹਾਡੀ ਵੀ ਜ਼ਿੰਮੇਵਾਰੀ ਉਤਨੀ ਜਿੰਨੀ ਟੀਚਰਾਂ ਦੀ ਆ। ਬਿਲਕੁਲ ਜੀ। ਹਾਂ ਜੀ, ਫਿਰ ਹੁਣ ਚਲਿਏ। ਥੈਂਕ ਯੂ ਸੋ ਮਚ ਜੀ, ਤੁਹਾਡੇ ਆਉਣ ਦਾ ਬਹੁਤ ਸ਼ੁਕਰੀਆ। ਤੇ ਨਹੀਂ ਤੁਸੀਂ ਖੂਬਸੂਰਤ ਗੱਲ ਕੀਤੀ ਹੈ ਜੀ, ਪੇਰੈਂਟਸ ਦਾ ਕਿਰਦਾਰ ਜਿਹੜੇ ਐਵੇਂ ਤੇ ਨਹੀਂ ਜੰਨਤ ਕਦਮਾਂ ਤੇ ਆ ਗਏ ਨਾ। ਹਾਂ ਬਿਲਕੁਲ ਬਿਲਕੁਲ, ਕੋਸ਼ਿਸ਼ ਕਰਨੀ ਪੈਂਦੀ ਹੈ। ਹਾਂ ਜੀ ਚਲਿਏ ਫਿਰ। ਕਿੱਥੇ ਚਲੀਏ ਫਿਰ? ਮੈਂ ਤੇ ਜਾਣ ਲੱਗੀ ਕਿਚਨ ਦੇ ਵਿੱਚ। ਅਸੀਂ ਉੱਥੇ ਜਾਣ ਲੱਗੇ ਜਨਾਬ। ਅੱਛਾ ਜਨਾਬ, ਉਸ ਤੋਂ ਜਾਣ ਤੋਂ ਪਹਿਲੇ ਤੁਹਾਡੇ ਨਾਲ ਰਿਲੈਕਸ ਜ਼ਰੂਰੀ ਹੈ ਜਨਾਬ। ਬਹੁਤ ਸ਼ੁਕਰੀਆ ਤੁਹਾਡਾ। ਸੋਸ਼ਲ ਮੀਡੀਆ ਤੇ ਜ਼ਰੂਰ ਫੀਡਬੈਕ ਦਈਓ ਜਨਾਬ, ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਔਰ ਆਪਣਾ ਖਿਆਲ ਜ਼ਰੂਰ ਰੱਖੋ ਕਿਉਂਕਿ ਬਾਰਿਸ਼ ਵਾਕਈ मतलब रहमत दी है, रहमत दी ना बने। थोड़ी जी खुद भी प्रिकॉशनरी मेजर्स करनियां चाहिए ने, दैट इज़ वेरी इंपॉर्टेंट। तो जनाब बहुत ख्याल रखियो। रिपीट दे विच 4 बजे ते राती 10:30 बजे तो कल सवेरे 5 बजे भी जे तुहाडा दिल करे तुसीं वेख सकदे हो केटी सैर पंजाब दे रंग। अपना रखियो बहुत ज़्यादा ख्याल ते सानू जनाब दियो इजाज़त। इत्थे आ जाओ भजन, इत्थे ही रहना नहीं, मैं क्या मास्टर फ्रेम ते आ जाने। चलो जी, अल्लाह हाफिज़ ते पाकिस्तान जिंदाबाद।